ਸਮਾਂ ਬਿਤਾਉਂਦੇ ਆ। ਪਰ ਅੱਜ ਕੱਲ੍ਹ ਉਹ ਇਟਲੀ ਗਏ ਹੋਏ ਆ ਸਮਹਾਓ, ਮਤਲਬ ਉੱਥੋਂ ਕਿਵੇਂ ਬੈਠੇ ਆ ਅਤੇ ਉੱਥੋਂ ਦੇ ਹਾਲਾਤ ਬਾਰੇ ਉਹ ਦਰਸ਼ਕਾਂ ਦੇ ਨਾਲ, ਆਪਣੇ ਜਿਹੜੇ ਵਿਊਅਰਸ ਉਹਨਾਂ ਦੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਆ, ਉਹਨਾਂ ਦੇ ਨਾਲ ਉਹ ਟਾਈਮ ਟੂ ਟਾਈਮ ਲਾਈਵ ਹੋ ਕੇ ਉੱਥੇ ਦੇ ਹਾਲਾਤਾਂ ਬਾਰੇ ਵੀ ਚਾਨਣਾ ਪਾ ਰਹੇ ਆ ਅਤੇ ਪੰਜਾਬ ਦੇ ਉੱਤੇ ਵੀ ਨਜ਼ਰ ਬਣਾ ਕੇ ਰੱਖ ਰਹੇ ਆ। ਵੈਸੇ ਤਾਂ ਭਾਈ ਬਲਦੀਪ ਸਿੰਘ ਜੀ ਬਹੁਤ ਪੱਖੀ ਸ਼ਖਸੀਅਤ ਨੇ, ਉਹਨਾਂ ਬਾਰੇ ਕੋਈ ਜਿਹੜੀ ਜਾਣਕਾਰੀ ਦੇਣ ਦੀ ਮੈਂ ਸਮਝਦਾ ਵੀ ਕੋਈ ਜ਼ਰੂਰਤ ਨਹੀਂ ਹੈ, ਬਟ ਅੱਜ ਅਸੀਂ ਉਹਨਾਂ ਨਾਲ ਐਜ ਏ ਪੋਲੀਟੀਸ਼ੀਅਨ ਗੱਲ ਕਰਾਂਗੇ, ਕਿਉਂਕਿ ਉਹਦਾ ਕਾਰਨ ਇਹ ਹੈ ਵੀ ਪੰਜਾਬ ਦੇ ਵਿੱਚ ਜਿੰਨੇ ਪੋਲੀਟੀਸ਼ੀਅਨ ਨੇ, ਅਗਰ ਮੈਂ ਕਹਾਂ ਵੀ 95% ਉਹ ਉਹਨਾਂ ਨੇ ਜਿਹੜਾ ਮੂੰਹ ਬੰਦ ਕੀਤਾ ਹੋਇਆ, ਉਹਦਾ ਕਾਰਨ ਕੀ ਹੈ ਉਹ ਮੈਨੂੰ ਸਮਝ ਨਹੀਂ ਲੱਗ ਰਹੀ। ਸੋ ਭਾਈ ਬਲਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ है। मैं शुक्रगुजार हाँ अवतार जी, आप जी ने याद किया और आप जी के तमाम दर्शकों को मैं हाथ जोड़ के सत श्री अकाल कहना। सतकरतार वाहिगुरू जी का खालसा वाहिगुरू जी की फतेह। सतकरतार जी, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਜਿਸ ਤਰ੍ਹਾਂ ਇਟਲੀ ਦੇ ਵਿੱਚ ਗਏ ਹੋ, ਇਟਲੀ ਦੇ ਵਿੱਚ ਪਹੁੰਚਣ ਦਾ ਜਿਹੜਾ ਰੁਝਾਨ ਹੈ ਉਹ ਕਿਸ ਤਰ੍ਹਾਂ ਬਣਿਆ ਤੇ ਕਿੰਨੀ ਦੇਰ ਤੋਂ ਤੁਸੀਂ ਇਸ ਸਮੇਂ ਇਟਲੀ ਦੇ ਵਿੱਚ ਹੋ? दरअसल मैं इटली आया सी 1 जनवरी ਨੂੰ। ਮੇਰੇ ਸਾਰੀ ਦੁਨੀਆ ਚੋਂ ਸਿੱਖਿਆਰਥੀ ਹਨਗੇ, ਕਿਉਂਕਿ ਮੈਂ ਪਰੰਪਰਾ ਦਾ ਮੁਖੀ ਵੀ ਹਾਂ, ਗੁਰਬਾਣੀ ਸੰਗੀਤ ਜਿਹਦੇ ਚੋਂ ਇੱਕ ਵਿਸ਼ਾ ਹੈ, ਪਰ ਗੁਰੂ ਘਰ ਦੇ ਸੂਖਮ ਤੇ ਅਬੋਧ ਵਿਰਸੇ ਦਾ ਮੈਂ ਹਾਫਿਜ਼ ਹਾਂ, ਉਹਦਾ ਮੈਂ ਕਸਟੋਡੀਅਨ ਹੈਗਾ ਤੇ ਪੁਨਰ ਸਿਰਜਕ ਵੀ ਹਾਂ। ਤੇ ਤਕਰੀਬਨ 1996 ਤੋਂ ਮੈਂ ਤਾਲੀਮ ਦੇ ਰਿਹਾ। ਸਾਰੀ ਦੁਨੀਆ ਚੋਂ ਇਕੱਠੇ ਹੁੰਦੇ ਅਸੀਂ ਸਾਲ 'ਚ 2 ਵਾਰ, ਜਨਵਰੀ ਤੇ ਜੁਲਾਈ 'ਚ। ਤੇ ਇਸ ਵਾਰ ਕੁਦਰਤੀ ਤਕਰੀਬਨ 8 ਸਾਲਾਂ ਬਾਅਦ 2011 ਜਾਂ 12 'ਚ ਅਸੀਂ 500 ਸਾਲ ਪੁਰਾਣਾ ਜੰਗਲ ਹੈਗਾ ਇੱਥੇ ਇਟਲੀ ਦੇ ਵਿੱਚ, ਪੈਰੂਜਾ ਦੇ ਲਾਗੇ, ਉੱਥੇ ਅਸੀਂ ਕੈਂਪ ਲਾਇਆ ਸੀ 12 ਦਿਨਾਂ ਦੀ ਇੰਟੈਂਸਿਵ ਰਿਟਰੀਟ ਗੁਰਬਾਣੀ ਸੰਗੀਤ ਦੇ ਉੱਤੇ। ਤੇ ਉਹ 16 ਤਰੀਕ ਨੂੰ ਫਿਰ ਮੈਂ ਰੋਮ ਆ ਗਿਆ ਸੀ। ਉਹਦਾ ਖਾਸ ਕਾਰਨ ਸੀ ਜਿਹਦੇ ਕਰਕੇ ਮੈਂ 18 ਮਾਰਚ ਦੀ ਮੇਰੀ ਫਲਾਈਟ ਸੀ। 7 ਮਾਰਚ ਨੂੰ ਇੰਡੀਅਨ ਐਮਬੈਸੀ ਰੋਮ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਮਨਾਉਣ ਦਾ ਮੈਂ ਵਾਅਦਾ ਕੀਤਾ ਸੀ। ਇਹ ਬੜਾ ਵੱਡਾ ਮਿਊਜ਼ੀਅਮ ਹੈਗਾ, ਮੁਸੇਓ ਦelle civiltà, ਯਾਨੀ ਕਿ ਸੱਭਿਅਤਾਵਾਂ ਦਾ ਜਿਹੜਾ ਮਿਊਜ਼ੀਅਮ ਹੈਗਾ, ਉੱਥੇ ਸਮਾਗਮ ਸੀ ਜੋ ਕਿ ਤਕਰੀਬਨ 2 ਜਾਂ 3 ਤਾਰੀਖ ਮਾਰਚ ਨੂੰ ਰੱਦ ਕਰਨਾ ਪਿਆ ਕਿਉਂਕਿ ਕੋਰੋਨਾ ਵਾਇਰਸ ਕਰਕੇ। ਸੋ ਸਾਰਾ ਮੇਰਾ ਜਿਹੜਾ 2 ਮਹੀਨੇ ਦੀ ਜਿਹੜੀ ਮਿਹਨਤ ਸੀ ਉਹ ਮੈਂ ਇਸ ਤਰ੍ਹਾਂ ਨਾਲ ਮੈਂ ਕਾਰਜ ਕਰਕੇ ਵੀ ਕਰਮ ਕਰਕੇ ਵੀ ਮੈਂ ਪੀੜਿਤ ਹੈਗਾ ਇਸ ਕੋਰੋਨਾ ਵਾਇਰਸ ਦਾ। ਤੇ ਕਿਉਂ 2 ਮਹੀਨੇ ਦੀ ਬਹੁਤ ਕੜੀ ਮਿਹਨਤ ਸੀ। ਪਹਿਲੀ ਵਾਰ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਓਰੀਜਨਲ ਜਿਹੜੀਆਂ ਸ਼ਬਦ ਰੀਤਾਂ ਹਨਗੀਆਂ, ਉਹਨਾਂ ਵਾਸਤੇ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਦਾਸੀਆਂ ਵੇਲੇ ਦਾ ਜੋ ਇੱਥੇ ਦਾ ਸਾਜ਼ ਸੰਗੀਤ ਸੀ, ਉਹਦੇ ਵਾਸਤੇ ਸੰਗੀਤ ਨਵਾਂ ਲਿਖਿਆ ਮੈਂ। ਇਹ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਹੋਇਆ ਕਿ ਵੈਸਟਰਨ ਜਿਹੜੇ ਸਾਜ਼ ਨੇ ਰੈਨੇਸਾਂ ਪੀਰੀਅਡ ਦੇ 15ਵੀਂ 16ਵੀਂ ਸ਼ਤਾਬਦੀ ਦੇ, ਉਹਨਾਂ ਵਾਸਤੇ ਆਰਕੈਸਟਰਾਈਜੇਸ਼ਨ ਯਾਨੀ ਕਿ ਇੱਕ ਸਿੰਫਨੀ ਲਿਖੀ ਗਈ ਹੋਵੇ। ਇਹ ਗੁਰੂ ਸਾਹਿਬ ਨੇ ਆਪ ਕਾਰਜ ਕਰਵਾਇਆ, ਜਿਹੜਾ ਕੁਦਰਤੀ ਮਹਾਰਾਜ ਦਾ ਸਬਬ ਸੀ ਕਿ ਰਾਏ ਜਿਹੜਾ ਇੱਥੇ ਦਾ ਰੇਡੀਓ ਹੈਗਾ, ਰਾਏ ਰੇਡੀਓ 3, ਉਹਦੇ ਤੇ 6 ਮਾਰਚ ਨੂੰ ਉਹਨਾਂ ਨੇ ਆਡੀਅנס ਤਾਂ ਨਹੀਂ ਆਉਣ ਦਿੱਤੀ, ਪਰ ਜਿੰਨੇ ਸੰਗੀਤਕਾਰ ਰੋਮ ਤੋਂ ਸੀਗੇ ਤੇ ਪੋਲੈਂਡ ਤੋਂ ਚੈਸਲਵ ਬਾਲਾ ਸਿੰਘ ਆਏ ਸਨ, ਉਹ ਪਿਆਨੋਇਸਟ ਹੈਗੇ ਨੇ ਬੜੇ ਵੱਡੇ। ਤੇ ਅਸੀਂ ਇਕੱਠੇ ਫਿਰ 6 ਤਰੀਕ ਨੂੰ ਅਸੀਂ 1.5 ਘੰਟੇ ਦਾ ਰਾਏ ਰੇਡੀਓ ਦੇ ਉੱਤੇ ਜੋ ਲਾਈਵ ਉਹਨਾਂ ਨੇ ਟੈਲੀਕਾਸਟ ਵੀ ਕੀਤਾ ਸੀ ਆਪਣੇ ਫੇਸਬੁੱਕ ਦੇ ਉੱਤੇ ਤੇ ਹੋਰ ਮਾਧਿਅਮ ਰਾਹੀਂ। ਉਹ ਪਹਿਲੀ ਵਾਰ ਹੋਇਆ ਇਟਲੀ ਦੇ ਇਤਿਹਾਸ ਵਿੱਚ ਕਿ ਗੁਰਬਾਣੀ ਜਿਹੜੀ ਹੈ ਗਾਈ ਗਈ ਹੋਵੇ। ਤੇ ਇਟਲੀ ਦੀ ਬਹੁਤ ਵੱਡੀ ਕਵਿਤਰੀ ਹੈਗੀ ਹੈ ਮਾਰੀਆ ਗ੍ਰਾਜ਼ੀਆ ਕਲੰਦਰੋਨੇ, ਉਹਨਾਂ ਨੇ 5 ਸ਼ਬਦਾਂ ਦੀ ਮਹਾਰਾਜ ਦੀ ਕਾਵ ਅਨੁਵਾਦ ਵੀ ਕੀਤਾ, ਟ੍ਰਾਂਸਲੇਸ਼ਨ ਵੀ ਕੀਤੀ, ਜਿਹੜੀ ਨਾਲ ਪੜ੍ਹੀ ਗਈ। ਯਾਨੀ ਕਿ ਜਦੋਂ ਮੈਂ ਗਾਉਂਦਾ ਸੀ ਪਹਿਲਾਂ ਉਹਨਾਂ ਨੇ ਸਟੈਫਨ ਰੋਫੀ ਜਿਹੜੇ ਬੜੇ ਵੱਡੇ ਡਬਲ ਬੇਸ ਪਲੇਅਰ ਨੇ ਔਰ ਪ੍ਰੋਗਰਾਮ ਡਾਇਰੈਕਟਰ ਹੈਗੇ ਨੇ, ਪ੍ਰੋਗਰਾਮ ਐਗਜ਼ੈਕਟਿਵ ਪ੍ਰੋਗਰਾਮ ਡਾਇਰੈਕਟਰ ਨੇ ਰਾਏ ਰੇਡੀਓ 3 ਦੇ, ਉਹ ਪਹਿਲਾਂ ਪੜ੍ਹਦੇ ਸਨ ਗਗਨ ਮੈਥਾਲ ਦਾ ਕਾਵ ਅਨੁਵਾਦ ਇਟਾਲੀਅਨ 'ਚ। ਤੇ ਉਹ ਪਹਿਲੇ ਪਦੇ ਦਾ ਕਾਵ ਖਤਮ ਹੁੰਦਿਆਂ ਹੀ, ਕਾਵ ਅਨੁਵਾਦ ਹੁੰਦਿਆਂ ਹੀ, ਫਿਰ ਮੈਂ ਗਗਨ ਮੈਥਾਲ ਰਾਵੇ ਚੰਦ ਦੀ ਪੱਗ ਬਨੇ, ਫਿਰ ਮੈਂ ਉਹਨੂੰ ਗਾਉਂਦਾ ਸੀ। ਤੇ ਉਹ ਫਿਰ ਅੰਤਰਾ ਮੁਕਾਉਣਾ ਤੇ ਉਹਨਾਂ ਨੇ ਫਿਰ ਇੱਕ ਅਗਲਾ ਚਰਨ ਜਿਹੜਾ ਮਹਾਰਾਜ ਦਾ ਉਚਾਰ ਉਹਦਾ ਉਹਨਾਂ ਨੇ ਕਾਵ ਅਨੁਵਾਦ ਕਰਨਾ ਤੇ ਫਿਰ ਮੈਂ ਉਹਨੂੰ ਗਾਉਣਾ ਸੀ। ਆਪਣੇ ਆਪ 'ਚ ਐਜ਼ ਅ ਕਨਸੈਪਟ ਬਹੁਤ ਸਰਾਹਿਆ ਗਿਆ। ਦੁਨੀਆ ਨੂੰ ਇੱਥੇ ਪਤਾ ਹੀ ਨਹੀਂ ਸੀ ਗੁਰੂ ਨਾਨਕ ਦੇਵ ਮਹਾਰਾਜ ਬਾਰੇ। ਵੱਡੇ ਵੱਡੇ ਕਵੀਆਂ ਨੂੰ, ਸੰਗੀਤਕਾਰਾਂ ਨੂੰ ਇਹ ਜਿਹੜਾ ਛੋਟਾ ਜਿਹਾ ਸਬਬ ਸੀ ਸਾਡਾ ਮਹਾਰਾਜ ਦੀ ਕਿਰਪਾ ਦਾ ਸਦਕਾ ਔਰ ਇੰਡੀਅਨ ਐਮਬੈਸੀ ਦੇ ਨਾਲ ਔਰ ਮੁਸੇਓ ਦelle civiltà ਜਿਹੜੇ ਮਿਊਜ਼ੀਅਮ ਆਫ ਸਿਵਲਾਈਜੇਸ਼ਨਸ ਹੈ,
ਡਾਕਟਰ ਮਾਸੀਮੈਲੀਆਨੋ ਪੋਲੀਕੈਥੀ ਤੇ ਡਾਕਟਰ ਲਾਉਰਾ ਜੁਲੀਆਨੋ ਵਗੈਰਾ, ਅਸੀਂ ਸਾਰੇ ਇਕੱਠੇ ਰਲ ਕੇ ਜਿਹੜਾ ਕੀਤਾ। ਇੱਥੇ ਐਂਬੈਸਡਰ ਮਿਸਿਸ ਰੀਨਤ ਸੰਧੂ ਬਹੁਤ ਹੀ ਕਮਾਲ ਦੀ ਰੂਹ ਹੈਗੀ ਹੈ, ਔਰ ਇਹਨਾਂ ਨੇ ਜਿਹੜਾ ਇੱਥੇ ਕੰਮ ਵੀ ਕੀਤਾ ਹੈ। ਐਨ ਮਾਂ ਵਾਂਗੂ ਉਹਨਾਂ ਨੇ ਬੱਚਿਆਂ ਨੂੰ ਜਿਹਨਾਂ ਨੂੰ ਭੇਜਿਆ ਹੈ, ਉਹਨਾਂ ਨੇ ਦਿਨ ਤੋਂ ਲੈ ਕੇ ਰਾਤ ਤਾਈਂ, ਮੈਂ ਬਹੁਤ ਨੇੜਿਓਂ ਦੇਖਿਆ ਸਾਰਿਆਂ ਨੂੰ। ਤੇ ਕੰਮ ਤਾਂ ਅਸੀਂ ਐਮਬੈਸੀ ਦੇ ਨਾਲ ਰਲ ਕੇ ਉਹ ਕਰਨਾ ਸੀ, ਪਰ ਅਸੀਂ ਸਾਰੇ ਰਲ ਕੇ, ਜਿਹਨੂੰ ਕਹੀਏ ਕੋਰੋਨਾ ਵਾਇਰਸ ਦੇ ਆਉਣ ਕਰਕੇ ਅਸੀਂ ਸਾਰੇ, ਜਿੱਥੇ ਪੰਜਾਬੀ ਵੀ ਇੱਥੇ ਹਨਗੇ, ਉੱਤਰੀ ਇਟਲੀ ਦੇ ਵਿੱਚ ਰੋਮ ਦੇ ਆਸ-ਪਾਸ ਵੀ ਉਹਨਾਂ ਨਾਲ ਮੈਂ ਵੀ ਸੰਪਰਕ ਵਿੱਚ ਹਾਂ। ਜੇ ਕੋਈ ਲੋੜ ਪੈਂਦੀ ਹੈ ਮੈਂ ਉਹਨਾਂ ਲਈ ਸਦਾ ਦਿਨ ਰਾਤ ਹਾਜ਼ਰ ਹੈਗਾ। ਸੋ ਇਹ ਸਬਬ ਸੀ ਕਿ ਮੈਂ ਇੱਥੇ ਆਇਆ। 6 ਨੂੰ ਰੇਡੀਓ ਦਾ ਤਾਂ ਹੋ ਗਿਆ, 7 ਦਾ ਰੱਦ ਕਰਨਾ ਪਿਆ ਫਿਲਹਾਲ, ਤੇ 18 ਦੀ ਮੇਰੀ ਫਲਾਈਟ ਸੀ ਜੋ ਕਿ ਕੈਂਸਲ ਹੋ ਗਈ ਸੀ। ਤੇ ਮੈਂ ਭਾਵੇਂ ਕੋਵਿਡ ਨੈਗੇਟਿਵ ਐਮਬੈਸੀ 'ਚ ਜਿਹੜੇ ਡਾਕਟਰ ਆਏ ਸਨ ਹਿੰਦੁਸਤਾਨ ਤੋਂ, ਉਹਨਾਂ ਨੇ ਮੇਰਾ ਟੈਸਟ ਕੀਤਾ, ਮੈਂ ਨੈਗੇਟਿਵ ਹੈਗਾ, ਪਰ ਮੈਨੂੰ ਇੱਥੇ ਰੋਮ 'ਚ ਮੈਂ ਹਲੇ ਫਸਿਆ ਹੋਇਆ। ਮੇਰੇ ਬੇਟੇ ਹੈਗੇ ਨੇ ਟੋਰਿਨ ਤੇ ਬੋਲੋਨੀਆ ਪੜ੍ਹਦੇ ਨੇ, ਤੇ ਮੈਂ ਉਹਨਾਂ ਕੋਲ ਵੀ ਨਹੀਂ ਜਾ ਸਕਦਾ। ਅਸੀਂ ਸਾਰੇ ਵਿਛੜੇ ਹੋਏ ਹਾਂ ਜੀ, 4 ਜੀਆਂ ਘਰ ਦੇ ਇਮੀਡੀਏਟਲੀ, ਅਸੀਂ 4 ਅੱਡ-ਅੱਡ ਥਾਵਾਂ ਤੇ ਹਾਂ ਜੀ। ਓਕੇ, ਅੱਛਾ, ਇਸ ਤੁਸੀਂ ਦੱਸਿਆ ਵੀ ਜਿਸ ਤਰ੍ਹਾਂ ਤੁਸੀਂ ਗਏ ਸੀਗੇ ਜਾਂ ਜਿਸ ਪ੍ਰੋਗਰਾਮ ਨੂੰ ਉਲੀਕਿਆ ਸੀ ਤੁਸੀਂ, ਉਹ ਤਾਂ ਖੈਰ ਪ੍ਰੋਪਰ ਪੂਰੇ ਤਰੀਕੇ ਨਾਲ ਨਹੀਂ ਹੋ ਸਕਿਆ। ਪਰ ਹੁਣ ਜਿੱਥੇ ਤੁਸੀਂ, ਕਿਉਂਕਿ ਮੈਂ ਦੇਖਿਆ ਤੁਹਾਡਾ ਫੇਸਬੁੱਕ ਪੇਜ ਤੇ ਤੁਸੀਂ ਕੱਲ ਵੀ ਰਾਤੀ ਵੀ ਲਾਈਵ ਸੀਗੇ, ਤੁਸੀਂ ਕਾਫੀ ਵਧੀਆ ਤਰੀਕੇ ਨਾਲ ਜਿਹੜੇ ਉੱਥੇ ਦੇ ਹਾਲਾਤਾਂ ਨੂੰ ਦੇਖਿਆ। ਇਟਲੀ ਦੇ ਵਿੱਚ ਇਸ ਤਰ੍ਹਾਂ ਇਸ ਸਮੇਂ ਜਿਹੜੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ? ਇਟਲੀ ਦੇ ਵਿੱਚ ਹਾਲਾਤ ਬਹੁਤ ਗੰਭੀਰ ਹੈ। ਅੱਜ ਸਭ ਤੋਂ ਜ਼ਿਆਦਾ ਇੱਕ ਦਿਨ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ, 969 ਲੋਕ ਅੱਜ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਨੇ, ਉਹਨਾਂ ਨੇ ਆਪਣੀ ਦੇਹ ਤਿਆਗੀ ਹੈ। ਔਰ 42 ਖਬਰੇ ਐਕਚੁਅਲੀ 46 ਡਾਕਟਰ ਸ਼ਹੀਦ ਹੋ ਚੁੱਕੇ ਨੇ। ਔਰ ਸੋ ਬਹੁਤ ਜਿਹਨੂੰ ਕਹੀਏ ਗਿਣਤੀ ਵੀ ਹੈਗੀ ਹੈ, ਉਹ ਤਕਰੀਬਨ 44-4500 ਦੇ ਕਰੀਬ ਅੱਜ ਨਵੇਂ ਮਰੀਜ਼ ਵੀ ਲੱਭੇ ਨੇ, ਜੋ ਗਿਣਤੀ 'ਚ ਐਡ ਹੋਏ ਨੇ। ਸੋ ਗੰਭੀਰ ਹੈਗਾ ਮਸਲਾ। ਜਿਹੜੇ ਇੱਥੇ ਦੇ ਵੱਡੇ ਜਿਹੜੇ ਇੰਚਾਰਜ ਹਨਗੇ ਇਹਨਾਂ ਇਨਫੈਕਸ਼ੀਅਸ ਡਿਜ਼ੀਜ਼ ਦੇ, ਉਹ ਜਿਹੜਾ ਸੈਂਟਰ ਹੈਗਾ, ਉਹਨੇ ਕਿਹਾ ਹੈਗਾ ਕਿ 6-7 ਮਹੀਨੇ ਇਟਲੀ ਤਕਰੀਬਨ ਹੋ ਸਕਦਾ ਹੈ ਕਿ ਖੜੀ ਰਵੇ ਇਸ ਦੇ ਨਾਲ, ਇਸ ਵਾਇਰਸ ਨਾਲ ਨਜਿੱਠਣ ਵਾਸਤੇ ਜੀ। ਜੀ, ਕਿਉਂਕਿ ਅੱਜ US ਦੇ ਵਿੱਚ ਵੀ ਮੈਂ ਥੋੜੀ ਦੇਰ ਪਹਿਲਾਂ ਗਵਰਨਰ ਕੁਮੋ ਦੀ ਜਿਹੜੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ, ਉਹਨਾਂ ਨੇ ਹਲੇ ਕਿਹਾ ਕਿ ਅਨਦਰ 21 ਡੇਜ਼ ਨੇ ਜਿਹੜੇ ਉਹ ਲੱਗ ਸਕਦੇ ਆ ਇਸ ਨੂੰ ਪੀਕ ਤੇ ਪਹੁੰਚਣ ਤੱਕ। ਅਸੀਂ ਇਹ ਸੋਚ ਰਹੇ ਸੀ ਸ਼ਾਇਦ ਅਸੀਂ ਵੀ ਆਰ ਆਲਰੇਡੀ ਦੇਅਰ, ਬਟ ਵੀ ਆਰ ਨਾਟ ਦੇਅਰ। ਨੋ ਨਾਟ ਐਟ ਆਲ। ਸਾਡੀ ਇਹ ਸਿਚੁਏਸ਼ਨ ਹੈ ਤਾਂ ਫਿਰ ਮੈਂ ਇੰਗਲੈਂਡ ਬਾਰੇ ਸੋਚ ਕੇ ਤਾਂ ਮੈਨੂੰ ਬੜੀ ਜਿਹੜੀ ਆ ਮਤਲਬ ਫਿਕਰ ਹੁੰਦਾ, ਮਹਿਸੂਸ ਹੁੰਦਾ ਵੀ ਇੰਗਲੈਂਡ ਤਾਂ ਹਲੇ ਬਹੁਤ ਪੁੱਛੇ ਤੁਰਿਆ ਫਿਰਦਾ ਇਸ ਗੱਲ ਦੇ ਵਿੱਚ। ਹਾਂਜੀ ਔਰ ਇਟਲੀ ਤਾਂ ਬਹੁਤ ਜੀ। ਜਰਮਨ ਦੇ ਵਿੱਚ ਮੇਰੀ ਗੱਲ ਹੋਈ ਆ, ਆਸਟਰੀਆ 'ਚ ਗੱਲ ਹੋਈ ਆ, ਉੱਥੇ ਲੋਕ ਫਿਰ ਵੀ ਜਿਹੜੇ ਨੇ ਸੰਜੀਦਾ ਤਰੀਕੇ ਦੇ ਨਾਲ ਉਸ ਨੂੰ ਲੈ ਰਹੇ ਨੇ। ਬਟ ਅਗਰ ਮੈਂ ਇੰਗਲੈਂਡ ਦੀ ਗੱਲ ਕਰਾਂ ਤਾਂ ਇੰਗਲੈਂਡ ਦੇ ਵਿੱਚੋਂ ਤਾਂ ਇਹ ਖਬਰ ਆ ਰਹੀਆਂ ਨੇ ਵੀ ਪੰਜਾਬੀ ਕਿਸੇ ਗੱਲ ਦੀ ਪਰਵਾਹ ਨਹੀਂ ਕਰ ਰਹੇ। ਏਸ਼ੀਅਨ ਤਕਰੀਬਨ ਸਾਰੇ ਉਹ ਲੱਗੇ ਰਹੇ ਆਪਣੇ ਰੋਜ਼ਮਰਰਾ ਦੇ ਕੰਮਾਂ ਦੇ ਵਿੱਚ। ਪਰ ਤੁਸੀਂ ਜਿਸ ਤਰ੍ਹਾਂ ਉੱਥੋਂ ਦੱਸਿਆ ਵੀ ਇਟਲੀ ਦੇ ਵਿੱਚ ਜਿਹੜੀਆਂ ਲੋਕਾਂ ਦੀ ਮੌਤ ਹੋਈ ਹੈ, ਉੱਥੋਂ ਦੀ ਸਰਕਾਰ ਹੈ ਫਿਰ ਜਿਹੜੀ, ਕਿਉਂਕਿ ਹੁਣ ਤੁਸੀਂ ਆਪਣੇ ਲਵਡ ਵਨਸ ਨੇ ਜਿਹੜੇ, ਉਹਨਾਂ ਨੂੰ ਤੁਸੀਂ ਪ੍ਰੋਪਰ ਵੀਜ਼ਾ ਵੀ ਨਹੀਂ ਕਰ ਪਾ ਰਹੇ, ਉਹ ਕਿਸ ਤਰ੍ਹਾਂ ਦੇ ਹਾਲਾਤ ਨੇ? ਮੈਂ ਇਸ ਤੋਂ ਪਹਿਲਾਂ ਮੈਂ ਆਪਣੇ ਘਰ ਦੇ ਜਾਂ ਇਟਲੀ ਵੱਲ ਆਵਾਂ। ਤੁਸੀਂ ਬਹੁਤ ਅੱਛਾ ਕੀਤਾ, ਬਰਤਾਨੀਆ ਔਰ ਆਸਟ੍ਰੇਲੀਆ ਔਰ ਜਰਮਨੀ, ਸਪੇਨ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ। ਪਰ ਤੁਸੀਂ ਦੇਖੋ ਕਿ ਇਟਲੀ ਦੇ ਵਿੱਚ ਸਾਡੇ ਕੀ ਇੱਥੇ ਇਟਲੀ ਦੇ 2 ਗਵਰਨਰ ਸਨ ਜਿਹੜੇ ਬਿਮਾਰ ਹੋ ਗਏ ਸਨ, ਇਹ ਕੋਰੋਨਾ ਵਾਇਰਸ ਤੋਂ ਪੀੜਿਤ ਹੋ ਗਏ ਸੀਗੇ। ਪਰ ਇਹ ਪਿਛਲੇ 24 ਘੰਟਿਆਂ ਦੇ ਵਿੱਚ ਤੁਸੀਂ ਦੇਖਿਆ ਬਰਤਾਨੀਆ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਬੋਰਿਸ ਜੌਨਸਨ, ਉਹ ਵੀ ਇਸ ਨਾਲ ਪੀੜਿਤ ਹੋ ਚੁੱਕਾ ਹੈ। ਸੋ ਇਹ ਬਹੁਤ ਯਾਨੀ ਕਿ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਹੜਾ ਕਹਿੰਦਾ ਸੀ ਇਹਦੀ ਲੋੜ ਨਹੀਂ ਹੈਗੀ ਸਾਨੂੰ, ਅਸੀਂ ਬਰਤਾਨੀਆ ਜਿਹੜਾ ਹੈ ਇੰਗਲੈਂਡ ਪੂਰਾ ਖੁੱਲਾ ਰੱਖਾਂਗੇ, ਇਹਨੂੰ ਅਸੀਂ ਬੰਦ ਨਹੀਂ ਕਰਾਂਗੇ, ਬਾਕੀ ਦੇਸ਼ਾਂ ਤੋਂ ਖਬਰੇ ਨਵੀਂ ਸਟ੍ਰੈਟਜੀ ਕੋ ਬਣਾਏਗਾ। ਪਰ ਤੁਸੀਂ ਦੇਖੋ ਕਿ ਇਹ ਵਾਇਰਸ ਦਾ ਇੰਨੀ ਦਹਿਸ਼ਤ ਫੈਲ ਚੁੱਕੀ ਹੈ, ਇੰਨਾ ਅਸਰ ਹੈ ਇਸ ਤੋਂ। ਵੱਡੇ ਜਿਹੜੇ ਦੇਸ਼ ਹੈਨਗੇ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦੇ, ਉਹ ਜਿਹਨੂੰ ਕਹਿੰਦੇ ਆ ਨਾਕਾਮ ਹੋ ਗਏ ਨੇ। ਮਤਲਬ ਜਰਾ ਵੀ ਜ਼ੋਰ ਨਹੀਂ ਹੈ ਸਕੇ, ਮੱਥੇ ਟੇਕ ਗਏ ਨੇ ਇਹਦੇ ਸਾਹਮਣੇ। ਔਰ ਉਹਨਾਂ ਨੇ ਪਹਿਲਾਂ ਆਪਣੀਆਂ ਮੈਟਰੋ ਸਟੇਸ਼ਨਸ ਬੰਦ ਕੀਤੇ, ਫਿਰ ਹੋਰ ਬੱਸਾਂ ਟ੍ਰੇਨਾਂ ਬੰਦ ਕੀਤੀਆਂ, ਤੇ ਹੁਣ ਇੰਗਲੈਂਡ 'ਚ ਤਾਂ ਟੋਟਲ ਇੱਕਦਮ ਕਰਫਿਊ ਵਾਂਗੂ ਹੀ ਲੱਗਾ ਹੋਇਆ ਜੀ ਇਸ ਵੇਲੇ।
ਸੋ ਇਟਲੀ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਸਾਰੇ ਦੇਸ਼ਾਂ ਨਾਲੋਂ ਅਮਰੀਕਾ ਭਾਵੇਂ ਉਹਦੀ ਗਿਣਤੀ ਇਸ ਵੇਲੇ ਬਹੁਤ ਛੇਤੀ ਦੇਣੀ ਹੋ ਗਈ ਆ 82-84 ਹਜ਼ਾਰ, ਅੱਜ ਹੋਰ ਜ਼ਿਆਦਾ ਹੋ ਗਏ ਨੇ। ਲੇਟੈਸਟ ਮੈਂ ਹਲੇ ਦੇਖਿਆ ਨਹੀਂ ਹੈ ਅਮਰੀਕਾ ਦਾ, ਕਿਉਂਕਿ ਮੈਂ ਰਾਤ ਨੂੰ ਥੋੜਾ ਦੇਖਦਾ ਹੁੰਦਾ, ਇਸ ਦਿਨ ਹੈਗਾ ਤੇ ਉਹਦੀ ਲੇਟੈਸਟ ਸਟੈਟਿਸਟਿਕਸ ਥੋੜੇ ਸ਼ਾਮ ਨੂੰ, ਤੁਹਾਡੀ ਜਦੋਂ ਸ਼ਾਮ ਹੋਏਗੀ ਉਦੋਂ ਆਉਣਗੇ, 5-6 ਵਜੇ ਨਾਲ ਲੇਟੈਸਟ ਹੁੰਦੇ ਨੇ। ਤੇ ਪਰ 82,000 ਚਾਈਨਾ ਤੋਂ ਅੱਗੇ ਲੰਘ ਗਿਆ ਸੀ, ਇਟਲੀ ਔਰ ਚਾਈਨਾ ਤੋਂ ਕੱਲ ਲੰਘ ਗਿਆ ਸੀਗਾ ਪਿਛਲੇ 24 ਘੰਟੇ ਪਹਿਲਾਂ। ਪਰ ਤੁਸੀਂ ਇਹ ਦੇਖੋ ਕਿ ਤੁਸੀਂ ਇਹ ਜਿਹੜੀ ਗਿਣਤੀ ਹੈ ਨਾ, ਉਹ ਆਪਾਂ ਨੂੰ ਥੋੜੇ ਧਿਆਨ ਨਾਲ ਦੇਖਣੀ ਚਾਹੀਦੀ ਹੈ ਅਵਤਾਰ ਜੀ, ਕਿ ਅਮਰੀਕਾ ਹੈਗਾ 32-33 ਕਰੋੜ ਆਬਾਦੀ ਹੈਗੀ ਆ ਪੂਰੇ ਮੁਲਕ ਦੀ, ਇਟਲੀ ਦੀ ਸਿਰਫ 6 ਕਰੋੜ 6.25 ਕਰੋੜ ਆਬਾਦੀ ਹੈਗੀ ਹੈ। ਸੋ ਇਹ ਬਹੁਤ, ਯਾਨੀ ਕਿ 60 ਮਿਲੀਅਨ ਤੋਂ ਥੋੜਾ ਉੱਤੇ ਹੈ, ਉਹ ਜਿਹਨੂੰ ਕਹੀਏ 326 ਮਿਲੀਅਨ ਹੈਗਾ ਅਮਰੀਕਾ। ਸੋ ਜਿਹੜੀ ਗਿਣਤੀ ਆਪਾਂ ਜਦੋਂ ਫੈਲਦੀ ਹੈ ਨਾ, ਜਿੰਨੇ ਪਰਸੈਂਟੇਜ ਫੈਲਦੀ ਹੈ, ਉਹ ਇਟ ਕੈਨ ਬੀ ਵੈਰੀ ਮਿਸਲੀਡਿੰਗ। ਮਤਲਬ ਆਪਾਂ ਨੂੰ ਲੱਗਦਾ ਕਿ ਸ਼ਾਇਦ ਬੜੇ ਘੱਟ ਨੇ ਜਾਂ ਜ਼ਿਆਦਾ ਨੇ। ਸੋ ਜਿੰਨੀ ਪੋਪੂਲੇਸ਼ਨ ਹੈ ਉਹਦੇ ਮੁਤਾਬਕ ਅਮਰੀਕਾ ਹਲੇ ਪੋਪੂਲੇਸ਼ਨ ਦੇ ਮੁਤਾਬਕ ਹਲੇ ਘੱਟ ਹੈ, ਤੇ ਤਾਂ ਹੀ ਉਹ ਕਹਿ ਰਹੇ ਨੇ ਕਿ ਹਲੇ 2-3 ਹਫ਼ਤੇ ਲੱਗਣਗੇ ਪੀਕ ਤੇ ਆਉਣ ਨੂੰ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜੇ ਉਹ ਗਿਣਤੀ ਕੀ ਹੋਏਗੀ ਜਦੋਂ ਇਟਲੀ ਨਾਲੋਂ ਇੰਨੀ ਵੱਡੀ ਆਬਾਦੀ ਹੈ, ਤੇ ਜਿੱਥੇ ਰੋਕਥਾਮ ਨਹੀਂ, ਰੋਕਿਆ ਨਹੀਂ ਗਿਆ। ਹਲੇ ਵੀ ਕਈ ਤੁਹਾਡੇ ਅਮਰੀਕਾ ਦੇ ਵਿੱਚ ਗਵਰਨਰ ਹਨਗੇ ਜਿਹੜੇ ਹਲੇ ਬੇਪਰਵਾਹੀ ਕਰ ਰਹੇ ਨੇ, ਭਾਵੇਂ 10-15-20-100 ਕੇਸ ਵੀ ਆਏ ਨੇ ਤੇ ਉਹ ਕਹਿੰਦੇ ਲੈ ਕੁਝ ਨਹੀਂ ਹੁੰਦਾ, ਅਸੀਂ ਠੀਕ ਕੀਤਾ ਹੋਇਆ। ਪਰ ਇਹੀ ਹਾਲ ਇਟਲੀ ਵਿੱਚ ਸੀ, ਇਹ ਅਮਰੀਕਾ ਦੇ ਵਿੱਚ ਵੀ ਔਰ ਹਿੰਦੁਸਤਾਨ ਆਪਣੇ ਵਤਨ ਦੇ ਵਿੱਚ ਵੀ। ਇਹ ਜਾਣਨ ਦੀ ਲੋੜ ਹੈ, ਪੰਜਾਬ ਵਾਲਿਆਂ ਨੂੰ ਵੀ ਜਾਣਨ ਦੀ ਲੋੜ ਹੈ ਕਿ ਇਹ ਗੱਲਾਂ ਤਾਂ ਇਟਲੀ ਦੇ ਜਿਹੜੇ ਸਿਆਸਤਦਾਨ ਹਨਗੇ ਜਾਂ ਸਰਕਾਰ ਹੈਗੀ ਹੈ, ਉਹਨੇ ਵੀ ਜਦੋਂ ਚੀਨ 'ਚ ਫੈਲਿਆ, ਇੱਥੇ ਸ਼ੁਰੂ ਦੇ ਜਿਹੜੇ ਕੁਝ ਕੇਸ ਆਏ ਨੇ, ਉਹ ਇਹੀ ਕਹਿੰਦੇ ਸੀ ਲੈ ਜੀ ਕੋਈ ਗੱਲ ਹੀ ਕੋਈ ਨਹੀਂ ਜੀ, ਇਹ ਤਾਂ ਕੋਈ ਅਸਰ ਨਹੀਂ ਹੁੰਦਾ, ਸਾਡੇ ਇੱਥੇ ਨਹੀਂ ਫੈਲਦਾ। ਜਿਹਨੇ ਵੀ ਸ਼ੇਖੀ ਮਾਰੀ ਹੈ ਉਹ ਮੂੰਹ ਪਾਰ ਗਿਰਿਆ ਜੀ ਇਸ ਵਾਇਰਸ ਦੇ ਸਾਹਮਣੇ। ਔਰ ਇਸੇ ਤਰ੍ਹਾਂ ਨਾਲ ਜੇ 32-33 ਕਰੋੜ ਅਮਰੀਕਾ ਦੀ ਆਬਾਦੀ ਹੈ, ਅਵਤਾਰ ਜੀ ਆਖਰੀ ਗੱਲ, ਕਿ ਆਪਣੀ ਜਿਹੜੀ 125 ਤੋਂ 140 ਕਰੋੜ ਦੇ ਕਰੀਬ ਆਬਾਦੀ, 140 ਕਰੋੜ ਤੱਕ ਦੱਸੀ ਜਾਂਦੀ ਹੈ। ਹਲੇ ਗਣਨਾ ਜਿਹੜੀ ਹੋਰ ਹੋਊਗੀ ਉਹ ਵਧੀ ਹੋਣੀ ਹੈ, ਘਟੀ ਨਹੀਂ ਹੋਊਗੀ। ਉਸੇ ਤਰ੍ਹਾਂ ਨਾਲ ਜਿੱਦਾਂ ਇਟਲੀ ਤੋਂ ਛੇਤੀ ਦੇਣੀ ਵੱਧ ਰਿਹਾ ਹੈ ਅਮਰੀਕਾ ਦੇ ਵਿੱਚ, ਗਿਣਤੀ ਜੇ ਦੇਖੀ ਜਾਏ ਪੋਪੂਲੇਸ਼ਨ ਦੇ ਹਿਸਾਬ ਨਾਲ, ਜੇ ਹਿੰਦੁਸਤਾਨ ਦੇ ਵਿੱਚ ਫੈਲ ਗਿਆ ਤੇ ਉਹ ਤਾਂ ਲੱਖਾਂ ਵਿੱਚ ਜਾਊਗੀ ਜੀ ਇਸੇ ਸਟੇਜ ਦੇ ਉੱਤੇ, ਜਿੱਥੇ ਸਟੇਜ 2 ਤੋਂ ਹੁਣ ਕਹਿ ਰਹੇ ਨੇ ਕਿ 3 ਸਟੇਜ, ਯਾਨੀ ਕਿ ਕਮਿਊਨਿਟੀ ਸਪਰੈਡ ਜਿਹੜਾ ਹਿੰਦੁਸਤਾਨ ਦੇ ਵਿੱਚ ਸ਼ਾਇਦ ਹੁਣ ਸੰਭਵ ਹੋ ਗਿਆ। ਕੁਝ ਖਬਰਾਂ ਆ ਰਹੀਆਂ ਨੇ ਹਲੇ। ਹਾਂਜੀ, ਪਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਕਿਤੇ ਨਾ ਕਿਤੇ ਸਰਕਾਰ ਉਹ ਜਿੱਥੋਂ ਕਰਫਿਊ ਲਾਇਆ, ਕਿਉਂਕਿ ਪੰਜਾਬ 'ਚ ਕਰਫਿਊ ਲੱਗਾ, ਬਾਕੀ ਮੇਰਾ ਖਿਆਲ ਭਾਰਤ ਦੇ ਵਿੱਚ ਵੀ ਕਰਫਿਊ ਵਰਗੇ ਹਾਲਾਤ ਨੇ, ਅਗਰ ਤਾਂ ਅਸੀਂ ਉਸ ਚੇਨ ਨੂੰ ਜਿਹੜਾ ਹੈਗਾ ਤੋੜਨ ਦੇ ਵਿੱਚ ਕਾਮਯਾਬ ਹੋਏ, ਫਿਰ ਤਾਂ ਸ਼ਾਇਦ ਅਸੀਂ ਉੱਤੇ ਕੰਟਰੋਲ ਕਰ ਪਾਈਏ। ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਪੰਜਾਬ ਪੁਲਿਸ ਹੈ, ਤੁਸੀਂ ਸੱਚ ਇੱਕ ਆਪਣੇ DGP ਦਿਨਕਰ ਗੁਪਤਾ ਨੂੰ ਇੱਕ ਚਿੱਠੀ ਵੀ ਲਿਖੀ ਆ, ਕੀ ਲਿਖਿਆ ਕੀ ਜ਼ਿਕਰ ਕੀਤਾ ਤੁਸੀਂ ਉਹਦੇ ਵਿੱਚ? ਮੈਂ ਦੇਖੋ ਇੱਕ ਜਿਹੜੀ ਅਣਗਹਿਲੀ ਜਿਹੜੀ ਪੁਲਿਸ ਵਾਲੇ ਵਰਤ ਰਹੇ ਨੇ, ਮੈਂ ਆਪ ਜੀ ਨੇ ਸ਼ੁਰੂ ਦੇ ਵਿੱਚ ਇੱਕ ਰਿਮਾਰਕ ਕਿਹਾ ਸੀਗਾ ਦਿਨਕਰ ਗੁਪਤਾ ਵੱਲ ਆਉਣ ਤੋਂ ਪਹਿਲਾਂ, ਮੈਂ ਉਹਦਾ ਉਥਾਨਕਾਜੀ ਜੇ ਬੰਦਿਆਂ, ਤੁਸੀਂ ਕਿਹਾ ਸੀਗਾ ਕਿ ਪੰਜਾਬ ਦੇ ਸਿਆਸਤਦਾਨ ਜਿਹੜੇ ਨੇ ਉਹ ਇੱਕ ਤਰ੍ਹਾਂ ਨਾਲ ਚੁੱਪ ਬੈਠੇ ਨੇ ਜੀ, ਤੇ ਚੁੱਪ ਕਿਉਂ ਬੈਠੇ ਨੇ? ਹਾਂਜੀ, ਤੇ ਮੇਰਾ ਉਹਦੇ 'ਚ ਮੇਰੀ ਟਿੱਪਣੀ ਇਹ ਹੈ ਕਿ ਕੋਰੋਨਾ ਵਾਇਰਸ ਕਰਕੇ ਮੂੰਹ ਤੇ ਮਾਸਕ ਲਾ ਕੇ ਬੈਠੇ ਨੇ ਹਜ਼ੂਰ, ਚੁੱਪ ਤਾਂ ਹੋਣਾ ਹੀ ਆ ਉਹਨਾਂ ਨੇ, ਬੋਲਣਗੇ ਨਹੀਂ। ਇਹ ਮੈਂ ਹੁਣ ਸਿਆਸੀ ਟਾਂਚ ਲਾ ਰਿਹਾ ਉਹਨਾਂ ਸਾਰਿਆਂ ਤੇ, ਇਹਨਾਂ ਸਾਰਿਆਂ ਦੀ ਨਲਾਇਕੀ ਜਿਹੜੀ ਹੈ, ਮੈਂ ਖੈਰ ਮੈਂ ਨਲਾਇਕੀ ਤਾਂ ਕੀ ਕਹਿਣੀ ਹੈ, ਬਹੁਤ ਜਣਿਆਂ ਤੋਂ ਉਮੀਦ ਤਾਂ ਨਹੀਂ ਸੀ, ਬਹੁਤ ਥੋੜੇ ਹੀ ਨੇ ਜਿਹੜੇ ਹੀਰਿਆਂ ਦੇ ਤੋਲਦੇ ਨੇ, ਜ਼ਿਆਦਾ ਗਿਣਤੀ ਤਾਂ ਜਿਹਨੂੰ ਕਹੀਏ ਅਹੁਦੇਦਾਰੀਆਂ ਭਾਲਦਿਆਂ ਦੀਆਂ ਤਾਕਤ ਦੇ ਜਿਹੜੇ ਆਫਰੇ ਹੋਏ ਨੇ, ਔਰ ਜਿਨ੍ਹਾਂ ਨੂੰ ਆਪਣੇ ਆਪ ਦਾ ਜ਼ਿਆਦਾ ਪਤਾ ਹੈ ਪੰਜਾਬ ਬਾਰੇ। ਜੇ ਇਹਨਾਂ ਸਾਰਿਆਂ ਨੂੰ ਐਜ਼ ਅ ਕਲੈਕਟਿਵ ਜੇ ਪੰਜਾਬ ਦੀ ਕੋਈ ਫਿਕਰ ਹੁੰਦੀ, ਪੰਜਾਬ ਅੱਜ ਦੇ ਟੱਠੇ ਹਾਲ ਵਾਂਗੂ ਨਾ ਹੁੰਦਾ। ਇਹ ਪੰਜਾਬ ਜਿਹੜੀ ਜੋ ਖਸਤਾ ਹਾਲਤ ਹੈ, ਇਹ ਸਾਰਿਆਂ ਦੀ ਰਲਵੀਂ ਮਿਲਵੀਂ ਭੋਗਵੀਂ ਖੱਟ ਹੈ। ਬਿਲਕੁਲ ਬਿਲਕੁਲ, ਇਹ ਇਹਨਾਂ ਦੀ ਨਲਾਇਕੀ ਦੀ ਤਸਵੀਰ ਹੈ। ਸੋ ਇਹਨਾਂ ਦੀ ਜਿਹੜੀ ਦੂਰਅੰਦੇਸ਼ੀ ਦੀ ਘਾਟ ਹੈ। ਤੁਸੀਂ ਦੇਖੋ ਵਰਤਮਾਨ ਜਿਹੜੀ ਸਰਕਾਰ ਹੈ ਉਹਨੇ ਕੁਝ ਫੈਸਲੇ ਅੱਛੇ ਵੀ ਕੀਤੇ ਨੇ, ਪਰ ਕੁਝ ਜਿੱਥੇ ਮੈਂ ਸਮਝਦਾ ਢਿੱਲ ਰਹਿ ਗਈ ਹੈ ਕੈਪਟਨ ਅਮਰਿੰਦਰ ਹੋਣਾ ਵੱਲੋਂ, ਉਹ ਹੈਗਾ ਕਿ ਐਂਟੀਸਿਪੇਸ਼ਨ, ਖਾਸ ਕਰਕੇ ਉਹਦਾ ਫੌਜੀ ਵੀ ਨੇ। ਫੌਜੀ ਜਿਹੜਾ ਹੈ ਸਿੱਖਿਆ ਹੁੰਦਾ, ਮੈਂ ਜਿਵੇਂ ਮੇਰੀ ਵੀ, ਮੈਂ ਆਖਿਆ ਡਿਫੈਂਸ ਸਟੱਡੀ ਦਾ ਸਟੂਡੈਂਟ ਰਿਹਾ, ਡਿਫੈਂਸ ਸਟੱਡੀ ਸਟ੍ਰੈਟਜੀ ਟੈਕਟਿਕਸ ਪੜ੍ਹੇ, ਨੀਤੀ ਰਣਨੀਤੀ ਵਗੈਰਾ ਕੂਟਨੀਤੀ ਪੜ੍ਹੇ ਹੁੰਦੇ ਹਾਂ ਅਸੀਂ। ਸੋ ਕਹਿੰਦਾ ਭਾਵੇਂ ਹੈ ਕਿ ਉਹਨੂੰ ਦੂਰਅੰਦੇਸ਼ੀ ਨਾਲ, ਯਾਨੀ ਕਿ ਤੂਫਾਨ ਆਉਣ ਤੋਂ ਪਹਿਲਾਂ ਉਹਨੂੰ ਬੁੱਝ ਲੈਣਾ ਕਿ ਆਉਂਦਾ।
ਦੁਸ਼ਮਣ ਦੀ ਚਾਲ ਜਿਹੜੀ ਹੈ ਉਹ ਚਾਲ ਚੱਲਣ ਤੋਂ ਪਹਿਲਾਂ ਜਿਹੜਾ ਅੰਦਾਜ਼ੇ ਲਾ ਜਾਵੇ ਕਿ ਦੁਸ਼ਮਣ ਇੰਨੇ ਜੋਗਾ ਹੈ। ਉਹ ਵਾਇਰਸ ਕਿੰਨੇ ਜੋਗਾ ਸੀ ਇਹਦਾ ਅੰਦਾਜ਼ਾ ਨਹੀਂ ਕਿਸੇ ਨੇ ਲਾਇਆ। ਖਾਸ ਕਰਕੇ ਦਿਖ ਰਿਹਾ ਹੈ ਕਿ ਜਿਹੜੇ ਵੈਂਟੀਲੇਟਰਸ ਦੀ ਜਿਹੜੀ ਕਮੀ ਹੈ ਜਾਂ ਜਿਹੜੇ ਹਸਪਤਾਲਾਂ ਜਿਹੜੇ ਇੰਤਜ਼ਾਮਾਤ ਹੈ। ਅੱਜ ਮੈਂ ਸਿਹਤ ਮੰਤਰੀ ਦਾ ਉੱਥੇ ਬਿਆਨ ਸੁਣ ਰਿਹਾ ਸੀ, ਇੰਟਰਵਿਊ ਸੁਣ ਰਿਹਾ ਸੀ ਉਹਨਾਂ ਦਾ, ਕਿ ਉਹ ਕਹਿੰਦੇ ਜੀ ਹੁਣ ਡਾਕਟਰ ਅਸੀਂ ਭੇਜ ਰਹੇ ਹਾਂ ਜੀ 15 ਦਿਨ ਦੀ ਟ੍ਰੇਨਿੰਗ ਕਰਾਉਣ ਲਈ। ਇਹ ਤਾਂ ਉਦਾਂ ਹੀ ਹੈ ਜਿਵੇਂ ਦੁਸ਼ਮਣ, ਮੈਂ ਜਿਹਦੇ ਅੱਗੇ ਵੀ ਕਿਹਾ ਸੀ ਆਪਣੇ ਫੇਸਬੁੱਕ ਲਾਈਵ ਤੇ, ਕਿ ਇਦਾਂ ਹੀ ਹੈ ਜਿਵੇਂ ਫੌਜਾਂ ਦੁਸ਼ਮਣ ਦੀਆਂ ਆ ਜਾਣ, ਉਹ ਬੰਦਾ ਕਹੇ ਕਿ ਖੜ ਜਾਓ ਜੀ 1 ਮਿੰਟ ਜੀ, ਸਾਡੇ ਤੋਪਾਂ ਨੂੰ ਜਗਾੜ ਲੱਗਿਆ, ਅਸੀਂ ਜਰਾ ਸੋਧ ਲਈਏ, ਟਾਇਰ ਟੂਰ ਸਾਡੇ ਪੰਕਚਰ ਨੇ, ਟੈਂਕ ਟੂਕ ਸਾਡੇ ਠੀਕ ਹੋਣ ਵਾਲੇ ਆ, ਜਿਹੜਾ 5-10 ਘੰਟੇ ਦਿਓ। ਇਦਾਂ ਨਹੀਂ ਹੁੰਦਾ। ਇੱਥੋਂ ਮੈਂ ਸਮਝਦਾ ਇਹ ਜਿਹੜੀ ਰੌਂਗ ਫੁੱਟ ਹੋ ਗਿਆ, ਹਿੱਟ ਵਿਕਟ ਇਹਨਾਂ ਨੇ ਕਰ ਲਈ ਹੈ ਤੇ ਇਸ ਵੇਲੇ ਪਿਛੜ ਗਏ ਨੇ। ਹੁਣ ਤਾਂ ਵਾਇਰਸ ਦੇ ਮੁਹਤਾਜ ਨੇ ਸਾਰੇ। ਸੌਰੀ ਟੂ ਇੰਟਰਪਟ, ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਹੁੰਦੀ ਹੈ, ਜਿਸ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਜਾਂ ਚੀਫ ਮਿਨਿਸਟਰ ਹੁੰਦੇ ਆ ਸਟੇਟਸ ਦੇ, ਉਹਨਾਂ ਨੇ ਤਾਂ ਹੁਕਮੇ ਕਰਨੇ ਹੁੰਦੇ ਆ। ਦੇਖੋ ਜਿਹੜੇ ਹੁਕਮ ਅਦੂਲੀ ਦੀ ਗੱਲ ਹੈ ਜਾਂ ਹੁਕਮ ਨੂੰ ਦੀ ਨਾਫਰਮਾਨੀ ਦੀ ਗੱਲ ਹੈ, ਹੁਣ ਪੰਜਾਬ ਪੁਲਿਸ ਨੇ ਜਿਹੜੇ ਹੁਕਮ ਸੀ ਤਾਂ ਇਹ ਸੀ ਵੀ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਪਰ ਮੈਨੂੰ ਲੱਗਦਾ ਹੈ ਵੀ ਪੰਜਾਬ ਪੁਲਿਸ ਹੈ ਜਿਹੜੀ ਉਹ ਵਾਇਰਸ ਨੂੰ ਟਰਾਂਸਫਰ ਕਰਨ ਦਾ ਇੱਕ ਜਰੀਆ ਬਣ ਰਹੀ ਹੈ ਥਰੂ ਡੰਡਾ। ਬਿਲਕੁਲ ਮੈਂ ਅਰਜ਼ ਕੀਤਾ ਸੀ ਇਹੀ। ਮੈਂ ਚਿੱਠੀ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਉੱਥੇ ਆ ਰਿਹਾ ਸੀਗਾ, ਉਹਦੇ ਵਿੱਚ ਮੈਂ ਇਹਦੇ ਵਿੱਚ ਲਿਖਿਆ ਸੀਗਾ ਕਿ ਜਿਹੜੇ ਕਿ ਬਹੁਤ ਸੀਰੀਅਸ ਹੈਲਥ ਰਿਸਕ ਹੈਗਾ, ਔਰ ਹੈਲਥ ਰਿਸਕ ਪੁਲਿਸ ਦੇ ਜਿਹੜੇ ਕਰਮੀ ਹਨਗੇ, ਪੁਲਿਸ ਕਰਮੀ, ਉਹਨਾਂ ਵਾਸਤੇ ਤਾਂ ਹੈਗਾ, ਪਰ ਪੂਰੀ ਪੁਲਿਸ ਫੋਰਸ ਤੇ ਹਸਪਤਾਲਾਂ ਦੇ ਵਿੱਚ ਤੈਨਾਤ ਜਿਹੜੇ ਸੇਵਾ ਕਰ ਰਹੇ ਡਾਕਟਰ ਨਰਸ ਹਨਗੇ, ਉਹਨਾਂ ਲਈ ਵੀ ਹੈ, ਕਿਉਂਕਿ ਇਹਨਾਂ ਦਾ ਆਪਸ 'ਚ ਜਿੰਨੇ ਸਰਕਾਰੀ ਆਫੀਸ਼ੀਅਲਸ ਨੇ ਇਹਨਾਂ ਦਾ ਸੰਪਰਕ ਹੁੰਦਾ, ਦਿਨ ਵਿੱਚ ਆਣਾ ਜਾਣਾ ਹੁੰਦਾ, ਸਲਾਹ ਮਸ਼ਵਰੇ, ਮੀਟਿੰਗਸ ਹੁੰਦੀਆਂ ਨੇ, ਡੀਸੀ ਸਾਦਾ ਤੇ ਉਹੀ ਜਿਹੜਾ ਮੁਲਾਜ਼ਮ ਥੱਲੇ ਵਾਲਾ ਹੌਲਦਾਰ ਹੈ ਜਾ ਕੇ ਕੋਈ ਫਾਈਲ ਹੀ ਫੜਾਉਂਦਾ, ਕੁਝ ਵੀ ਫੜਾਉਂਦਾ ਹੈ, ਲਾਠੀਆਂ ਵਗੈਰਾ ਜੇ ਕਿਸੇ ਪੀੜਤ ਦੇ ਉੱਤੇ ਲੱਗ ਗਈ ਹੈ ਉਹਦੇ ਨਾਲ ਫੈਲ ਸਕਦਾ ਹੁੰਦਾ। ਮੈਂ ਚਿੱਠੀ ਦੇ ਵਿੱਚ ਇਹੀ ਅਰਜ਼ ਕੀਤਾ ਸੀ, ਕੋਈ ਵੀ ਉੱਥੇ ਮੈਨੂੰ ਨਹੀਂ, ਇਹ ਸਰਕਾਰ ਦਾ ਕੰਮ ਸੀ। ਇਹ ਟੈਕਨੀਕਲ ਰਾਈਡਰ, ਜਿਵੇਂ ਮੈਂ ਕੱਲ ਵੀ ਗੱਲ ਕਹੀ ਸੀ ਕਿ ਸਰਕਾਰ ਨੂੰ ਚਾਹੀਦਾ ਸੀ ਟੈਕਨੀਕਲ ਰਾਈਡਰ ਬਣਾਵੇ, ਕਿ ਜੇ ਭੁਚਾਲ ਆਉਂਦਾ ਹੈ ਤੇ ਉਹਦੇ ਚ ਜਿਹੜੇ ਪੁਲਿਸ ਦੇ ਕਾਰਜਕੁਨ ਹਨਗੇ, ਜਿਹੜੇ ਕੰਮ ਕਰਦੇ ਨੇ ਪੁਲਿਸ ਦੇ, ਹੋਰ ਜਿੰਨੇ ਵੀ ਹੈਲਥ ਵਰਕਰਸ ਨੇ, ਹੈਲਥ ਸੈਕਟਰ ਦੇ ਵਿੱਚ ਜਿੰਨੇ ਵੀ ਸਿਵਲ ਐਡਮਿਨਿਸਟ੍ਰੇਟਰਸ ਨੇ, ਉਹਨਾਂ ਦੀਆਂ ਕੀ ਕਰਨਾ ਉਹਨਾਂ ਨੇ ਹੁੰਦਾ। ਜੇ ਹੜ ਆ ਜੇ, ਉਹ ਟੈਕਨੀਕਲ ਰਾਈਡਰ ਹੜ ਵੇਲੇ ਦਾ ਅਲੱਗ ਬਣਨਾ ਚਾਹੀਦਾ। ਜੇ ਮੰਨ ਲਓ ਇਸ ਤਰ੍ਹਾਂ ਦੀ ਬਾਇਓਲੋਜੀਕਲ ਕੋਈ ਸਮੱਸਿਆ ਜਾਂ ਤੂਫਾਨ ਆਉਂਦਾ ਹੈ, ਕੋਈ ਪੀੜਾ ਆਉਂਦੀ ਹੈ, ਉਹਦੇ ਵਾਸਤੇ ਟੈਕਨੀਕਲ ਰਾਈਡਰ ਅਲੱਗ ਹੋਣਾ ਚਾਹੀਦਾ, ਉਹ ਟ੍ਰੇਨਿੰਗ ਦਾ ਹਿੱਸਾ ਹੋਣਾ ਚਾਹੀਦਾ। ਮੈਂ ਤਾਂ ਪੰਜਾਬ ਸਰਕਾਰ ਨੂੰ, ਮੈਂ 2-3 ਦਿਨ ਹੋਏ ਨੇ ਹਿਦਾਇਤ ਕੀਤੀ ਹੈ ਕਿ ਜੇ ਲੋੜ ਹੈਗੀ ਹੈ, ਮੈਂ ਤਾਂ ਵਿਹਲਾ ਬੈਠਾ, ਮੈਂ ਲਿਖ ਦਿਆਂਗਾ ਟੈਕਨੀਕਲ ਰਾਈਡਰ, ਮੈਂ ਕਮੇਟੀਆਂ ਬਣਾ ਕੇ ਮੈਂ ਲਿਖ ਦਿਆਂਗਾ, ਇਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੋ ਸਕਦਾ। ਪਰ ਉਹ ਤਾਂ ਰਹੀ ਭਵਿੱਖ ਦੀ ਗੱਲ। ਅੱਜ ਦੇ ਵਰਤਮਾਨ 'ਚ ਜਿਹੜੀ ਮੈਂ ਗੱਲ, ਆਪਾਂ ਜਿਹੜੇ ਵੀਡੀਓਜ਼ ਦੇਖੇ ਸੀ, ਬੜੇ ਸਾਰੇ ਆਂਦੇ ਜਾਂਦੇ, ਪੁਲਿਸ ਕੁੱਟਮਾਰ ਕਰ ਰਹੀ ਹੈ, ਹੱਥਾਪਾਈ ਕਰ ਰਹੀ ਹੈ, ਹੱਥ ਲਾ ਰਹੀ ਹੈ, ਛੋ ਰਹੀ ਹੈ, ਔਰ ਜਿੱਥੇ ਜੇ ਰੌਲਾ ਪੈ ਗਿਆ ਉੱਥੇ ਸਾਰੇ ਲੋਕ ਜਿਹੜੇ ਪਿੰਡ ਦੇ ਹਨਗੇ ਜਾਂ ਕਸਬੇ ਦੇ ਜਾਂ ਗਲੀਆਂ ਮੁਹੱਲਿਆਂ ਦੇ, ਉਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਖੜੇ ਹੱਥ ਲਾ ਰਹੇ ਨੇ। ਸੋ ਇਸ ਤੋਂ ਵੱਡਾ ਹੈਲਥ ਰਿਸਕ ਜਿਹੜਾ ਕੁਆਰੰਟੀਨ ਦਾ ਮਤਲਬ ਹੁੰਦਾ ਹੈ, ਹਰ ਬੰਦਾ, ਜੇ ਭੀੜ ਵੀ ਇਕੱਠੀ ਹੋਣੀ ਹੈ ਤੇ 1-1 ਮੀਟਰ 6-6 ਫੁੱਟ ਇੱਕ ਦੂਜੇ ਤੋਂ ਦੂਰ ਹੋਵੇ, ਉਹਦੇ ਲਾਗੇ ਆਉਣ ਦੀ। ਇਹਦੇ ਚ ਮੈਂ ਸਮਝਦਾ ਪੁਲਿਸ ਜਿਹੜੇ ਉੱਥੇ ਤੈਨਾਤ ਸੀ, ਉਹਨਾਂ ਦੀ ਆਪਣੀ ਕਮੀ ਰਹੀ, ਉਹਨਾਂ ਦੀ ਇਹ ਗੁਸਤਾਖੀ ਰਹੀ ਕਿ ਉਹਨਾਂ ਨੇ ਲੋਕਾਂ ਨੂੰ ਉਸ ਵੇਲੇ ਨਹੀਂ ਕਿਹਾ ਕਿ ਕਾਈਂਡਲੀ ਜੀ ਤੁਹਾਡੀ ਗੱਲ ਸੁਣਾਂਗੇ, ਤੁਸੀਂ ਆਪ ਥੋੜੇ ਦੂਰ ਹੋ ਜਾਓ, ਤੁਹਾਡੀ ਗੱਲ ਸੁਣਾਂਗੇ, ਤੁਸੀਂ ਭੀੜ ਨਾਲ ਇਕੱਠੇ ਹੋ। ਕੁਆਰੰਟਾਈਨ ਦਾ ਮਤਲਬ ਹੈਗਾ। ਸਾਹਿਬ ਨੇ ਜਿਹੜੀ ਕੱਲ ਦੀ ਬਰੀਫਿੰਗ ਸੀ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਕਾਫੀ ਨਿਰਦੇਸ਼ ਪੁਲਿਸ ਨੂੰ ਜਾਰੀ ਕੀਤੇ। ਹਾਂਜੀ, ਉਹ ਮੈਂ ਫਿਰ ਚਿੱਠੀ ਕੱਲ ਲਿਖੀ ਸਵੇਰੇ, ਔਰ ਮੈਂ ਫੋਨ ਕੀਤੇ, ਸਾਰਿਆਂ ਨੂੰ ਦੱਸਿਆ, ਤੇ ਮੈਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਨੇ ਮੇਰੀ ਜਿਹੜੀ ਨਾਚੀਜ਼ ਦੀ ਉਹ ਜਿਹੜੀ ਸਲਾਹ ਹੈ, ਮਸ਼ਵਰਾ, ਤੇ ਉਹ ਹੋਰ ਜਿਹੜੀਆਂ ਕੰਪਲੇਂਟਸ ਆ ਰਹੀਆਂ ਸੀ, ਪਰ ਮੇਰਾ ਤਾਂ ਕੰਪਲੇਂਟ ਕਰਨਾ ਨਹੀਂ ਸੀ। ਮੈਂ ਉਹਨਾਂ ਨੂੰ ਤਰਕ ਦਿੱਤਾ ਹੈ ਕਿ ਜੇ ਇਹ ਹੈਲਥ ਰਿਸਕ ਕਿਵੇਂ ਹੈਗਾ ਕਿ ਜਿਹੜਾ ਮੰਨ ਲਓ COVID-19 ਦਾ ਪੋਜ਼ਿਟਿਵ ਹੈ ਕੋਈ ਨਾਗਰਿਕ, ਉਹ ਆ ਗਿਆ, ਉਹਦੇ ਨਾਲ ਪੁਲਿਸ ਨੇ ਹੱਥ ਲਾਤਾ ਜਾਂ ਡਾਂਗ ਲਾਤੀ, ਉਹ ਤਾਂ ਵਾਇਰਸ ਤਾਂ ਫੈਲ ਗਿਆ। ਇਹ ਤਾਂ ਹੈਲਥ ਰਿਸਕ ਹੈ। ਸੋ ਪੁਲਿਸ ਨੂੰ ਇਸ ਕਰਕੇ ਨਹੀਂ, ਲਾਅ ਐਂਡ ਆਰਡਰ ਦਾ ਭਾਵ ਇਹ ਹੁੰਦਾ ਜੇ ਕੋਈ ਦੰਗਾ ਫਸਾਦ ਕਰੇ ਤਾਂ ਲਾਠੀ ਚਾਰਜ ਦਾ ਤਾਂ ਹੁਕਮ ਹੁੰਦਾ। ਇਹ ਤਾਂ ਲਾਠੀਆਂ ਲੈ ਕੇ ਇਦਾਂ ਖੇਡ ਰਹੇ ਜਿਵੇਂ ਹੱਥ ਦੀ ਲੋਲੀਪੌਪ ਹੋਵੇ, ਜਦੋਂ ਜੀ ਆਇਆ ਮੂੰਹ 'ਚ ਚੁੰਗਣ ਲੱਗ ਪਵੇ ਬੰਦਾ। ਇਦਾਂ ਨਹੀਂ ਹੁੰਦਾ। ਕੋਈ ਇੱਕ ਥਰਮਾ ਹੁੰਦਾ, ਜਿਹੜਾ ਪੁਲਿਸ ਵਾਲਾ ਆਪਣੇ ਸ਼ਸਤਰ ਦੇ ਉੱਤੇ ਮਿਆਨ, ਯਾਨੀ ਕਿ ਉਹਦੇ ਉੱਤੇ ਘੂੰਗਟ ਨਾ ਓੜ ਕੇ ਰੱਖੇ, ਉਦੋਂ ਲਾਵੇ ਘੂੰਗਟ, ਉਦੋਂ ਮਿਆਨ 'ਚੋਂ ਕੱਢੇ ਜਦੋਂ ਕੋਈ ਲੋੜ ਹੋਵੇ।
ਜੇ ਇੰਨੀ ਲਿਆਕਤ ਨਹੀਂ ਹੈ, ਅਸਲ ਸੂਝ ਦੇ ਬੁਝ ਵਿੱਚ ਨਹੀਂ, ਉਹਨੂੰ ਤਾਂ ਮੇਰਾ ਵਰਦੀ, ਖਿਆਲ ਵੀ ਉਸ ਤੋਂ ਤਾਂ ਵਰਦੀ biological ਖੋਲਣੀ ਚਾਹੀਦੀ ਹੈ, ਜੀ। ਉਹਦਾ ਹੱਕ ਨਹੀਂ ਹੈ ਵਰਦੀ ਪਾਉਣ ਦਾ ਵੀ। ਰਾਈਟ, ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਨਾ ਵੀ ਬਾਇਓਲੋਜੀਕਲ ਜਿਹੜੇ ਡਿਜ਼ਾਸਟਰ ਦੇ ਨਾਲ ਲੜਨ ਦੀ, ਮੇਰਾ ਖਿਆਲ ਹੈ ਸਾਡੀ ਲਾ ਇਨਫੋਰਸਮੈਂਟ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਆ। ਕੁਝ ਵੀਡੀਓਜ਼ ਨੇ ਜਿਹੜੀਆਂ ਉਹ ਸਾਹਮਣੇ, ਔਰ ਦੇਖੋ ਵੂਹਾਨ ਦੇ ਵਿੱਚ ਕਿੰਨੇ ਮਹੀਨੇ ਹੋ ਗਏ ਨੇ, ਰਾਈਟ, ਇਹ ਇਟਲੀ ਦੇ ਵਿੱਚ ਫੈਲਿਆ। ਦੇਖੋ ਮੈਂ ਇੱਥੇ ਆਇਆ ਤੇ 25 ਜਨਵਰੀ ਨੂੰ 25 ਫਰਵਰੀ ਨੂੰ ਮੇਰੇ ਬੇਟੇ ਦਾ ਇਮਤਿਹਾਨ ਸੀ ਆਖਰੀ, ਜਦੋਂ ਉਹਨਾਂ ਨੇ ਮੇਰੇ ਕੋਲ ਆ ਜਾਣਾ ਸੀ। ਉਹ 22 ਫਰਵਰੀ ਨੂੰ ਇੱਥੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ। 10 ਮਾਰਚ ਤੋਂ ਇਟਲੀ ਬੰਦ ਹੈ। ਕਿੰਨਾ ਸਮਾਂ ਸੀ ਆਪਣੇ ਹਿੰਦੁਸਤਾਨ ਦੀ ਸਰਕਾਰ ਨੂੰ, ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ, ਜਦੋਂ ਕੇਰਲਾ ਵਿੱਚ ਫੈਲ ਗਿਆ, ਹੋਲੇ ਮਹੱਲੇ ਤੋਂ ਪਹਿਲਾਂ ਦਾ ਸਾਨੂੰ ਪਤਾ ਹੈ ਐਸਪੈਕਟਸ ਹੈਗੇ, ਤੇ ਉਹ ਟ੍ਰੇਨਿੰਗ ਤੇ ਜਿਹੜੀ ਐਂਟੀਸਿਪੇਸ਼ਨ, ਟੈਕਨੀਕਲ ਰਾਈਟਰ ਦਾ ਬਣਨ ਨੂੰ 3 ਦਿਨ ਲੱਗ ਰਹੇ ਨੇ। ਆ ਤਾਂ ਮੈਂ ਇਹ 2 ਦਿਨਾਂ 'ਚ ਲਿਖ ਦਿੱਤਾ ਕਿ ਜੀ ਸਿਕਿਉਰਿਟੀ ਰਿਸਕ ਕਿਉਂ ਹੈਗਾ। ਸੋ ਇਹਦੇ 'ਚ ਕਿਸੇ ਨੇ ਸਿਆਣਪ ਹੀ ਨਹੀਂ ਕੀਤੀ, ਇਹਨਾਂ ਨੇ ਕਿਸੇ ਨੇ ਤਵੱਜੋ ਹੀ ਨਹੀਂ ਦਿੱਤੀ, ਆਪਣੇ ਹੋਰ ਕੰਮਾਂ ਕਾਜਾਂ 'ਚ ਲੱਗੇ ਰਹੇ ਨੇ। ਇੱਧਰ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਜਿੱਥੇ ਮੈਂ ਮੁੱਖ ਮੰਤਰੀ ਨੂੰ ਤਾਂ ਕੀ ਕਹਿਣਾ, ਜਿਹੜਾ ਸਿਹਤ ਮੰਤਰੀ ਹੈ ਉਹਦਾ ਫਰਜ਼ ਬਣਦਾ ਸੀਗਾ ਕਿ ਉਹਨੂੰ ਪਹਿਲ ਕਦਮੀ ਕਰਨੀ ਚਾਹੀਦੀ ਸੀ ਕਿ ਉਹ ਸਿਹਤ ਦਾ ਮਸਲਾ ਹੈ, ਠੀਕ ਹੈ ਨਾ। ਮੁੱਖ ਮੰਤਰੀ ਤਾਂ ਹੋਮ ਮਿਨਿਸਟਰ ਵੀ ਹੈ, ਉਹਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਜੀ ਤੁਹਾਡੇ ਪੁਲਿਸ ਕਰਮਚਾਰੀਆਂ ਆ ਕੀਤਾ, ਇਹਨਾਂ ਨੂੰ ਜਿਹਨੂੰ ਵਰਦੀ ਲਾਉਣ ਦਾ ਖੋਣ ਦਾ ਹੱਕ ਬਣਦਾ, ਸਾਡਾ ਹੱਕ ਹੈ, ਉਹ ਖੋਈਏ। ਜਿਹਨੂੰ ਤਬਾਦਲਾ ਕਰਨਾ ਜਾਂ ਉਹਨੂੰ ਸਸਪੈਂਡ ਕਰਨਾ ਜਾਂ ਉਹਨੂੰ ਕੋਈ ਟ੍ਰੇਨਿੰਗ ਵਿੱਚ ਭੇਜਣਾ, ਉਹ ਗੱਲ ਅੱਡ ਹੈ। ਲੇਕਿਨ ਜਿਹੜੀ ਸਿਹਤ ਦਾ ਐਸਪੈਕਟ ਹੈ, ਹਸਪਤਾਲਾਂ, ਡਾਕਟਰਾਂ, ਨਰਸਾਂ ਨੂੰ, ਹਸਪਤਾਲਾਂ ਦੇ ਕਰਮਚਾਰੀਆਂ ਨੂੰ, ਉਹਦੇ ਵਿੱਚ ਮਾਸਕ ਕਿੰਨੇ ਨੇ, ਵੈਂਟੀਲੇਟਰਸ ਕਿੰਨੇ ਨੇ, ਕਿੰਨੀ ਲੋੜ ਪਏਗੀ, ਕੋਈ ਇਹਨਾਂ ਨੇ ਅੱਜ ਤਾਈਂ ਨਹੀਂ ਮੈਨੂੰ ਪਤਾ ਕਿ ਇਹਨਾਂ ਨੇ ਪ੍ਰੋਜੈਕਸ਼ਨਸ ਕੀ ਬਣਾਈਆਂ ਨੇ ਕਿ ਪੰਜਾਬ ਦੇ ਵਿੱਚ 2 ਹਫ਼ਤਿਆਂ ਤਾਈਂ ਕਿੰਨੀ ਉਮੀਦ ਹੈ, ਕਿੰਨੇ ਜਣੇ ਪੀੜਿਤ ਹੋਣਗੇ, ਕਿੰਨਾ ਕਮਿਊਨਿਟੀ ਸਪਰੈਡ ਹੋ ਚੁੱਕਾ ਹੈ, ਕੋਈ ਇਹਨਾਂ ਨੇ ਰਿਸਰਚ ਕੀਤੀ, ਸਾਨੂੰ ਕੋਈ ਪਤਾ ਨਹੀਂ। ਕਿੰਨੇ ਵੈਂਟੀਲੇਟਰ ਹੋਣਗੇ ਜਿਹੜੇ ਡਿਸਟ੍ਰਿਕਟ ਹਸਪੀਟਲਸ ਨੇ, ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਿਹੜੇ ਵੈਂਟੀਲੇਟਰਸ ਤੋਂ ਤਾਂ ਅੱਡ ਛੱਡੋ, ਲੇਕਿਨ ਜਿਹੜੇ ਐਕਚੁਅਲ ਸਰਕਾਰੀ ਵੈਂਟੀਲੇਟਰ ਨੇ ਕਿੰਨੇ ਨੇ, ਸਾਨੂੰ ਕੋਈ ਖਬਰ ਨਹੀਂ। ਮੈਂ ਤੁਹਾਡੀ ਗੱਲ ਸਮਝਦਾ, ਪੰਜਾਬ ਦੇ ਵਿੱਚ ਵੈਂਟੀਲੇਟਰਸ ਦੀ ਕਮੀ ਹੈ ਜਾਂ ਬਹੁਤ ਸਾਰੀ ਚੀਜ਼ਾਂ ਦੀ ਕਮੀ ਹੈ। ਅੱਜ ਕੁਝ ਜਿਹੜੀਆਂ ਨਿਊਜ਼ ਜਾਂ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਜਿਹਦੇ ਵਿੱਚੋਂ ਮੈਂ ਕੁਝ ਲਿਖਿਆ ਵੀ ਹੈ, ਤੇ ਮੈਂ ਤਾਂ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਦਾ ਕਿਉਂਕਿ ਮੈਂ ਇਸ ਸਮੇਂ ਪਲੇ ਤਾਂ ਨਹੀਂ ਕਰ ਸਕਦਾ। ਇੱਕ ਬੱਚੇ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਇਹ ਕਹਿ ਰਿਹਾ ਹੈ, ਲੁੱਕ ਲਾਈਕ, ਮਤਲਬ ਜਿਹੜਾ ਉਹ ਬੱਚਾ ਉਹ ਤਕਰੀਬਨ 7-8 ਸਾਲ ਦੀ ਏਜ ਦਾ, ਹੀ ਇਜ਼ ਕ੍ਰਾਈਂਗ, ਤੇ ਉਹ ਕਹਿ ਰਿਹਾ ਹੈ ਵੀ ਮੈਨੂੰ 4 ਦਿਨ ਹੋ ਗਏ ਮੈਂ ਕੁਝ ਖਾਧਾ ਨਹੀਂ, ਤੇ ਜਦੋਂ ਮੇਰੇ ਪਾਪਾ ਬਾਹਰ ਜਾਂਦੇ ਆ ਤੇ ਪੁਲਿਸ ਮਾਰਦੀ ਹੈ। ਵੈਂਟੀਲੇਟਰਸ ਦੀ ਗੱਲ ਤਾਂ ਬਾਅਦ ਦੀ ਹੈ, ਅਸੀਂ ਉੱਥੇ ਤਾਂ ਬਾਅਦ 'ਚ ਪਹੁੰਚਾਂਗੇ। ਮੇਰਾ ਖਿਆਲ ਹੈ ਵੀ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਭੁੱਖ ਨਾਲ ਮਰ ਜਾਣੇ ਆ, ਉਹਨਾਂ ਦੇ ਲਈ ਕੀ ਇੰਤਜ਼ਾਮ ਆ, ਉਹਨਾਂ ਦੇ ਲਈ ਕੋਈ ਮੇਰਾ ਖਿਆਲ ਨਹੀਂ ਕੋਈ ਗੱਲ ਨਹੀਂ ਕੀਤੀ ਗਈ। ਤੇ ਰਹੀ ਗੱਲ, ਮਤਲਬ ਇੱਕ ਤੁਹਾਨੂੰ ਲੱਗਦਾ ਤੁਸੀਂ 2017 ਦੀ ਇਲੈਕਸ਼ਨ ਦੇਖੀ ਆ, 2014 ਦੀ ਇਲੈਕਸ਼ਨ ਦੇ ਵਿੱਚ ਵਿਦੇਸ਼ੀਆਂ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਰਹਿੰਦੇ ਆ ਜਾਂ ਭਾਰਤੀ ਰਹਿੰਦੇ ਆ, ਉਹਨਾਂ ਨੇ ਬੜਾ ਵੱਧ ਚੜ ਕੇ ਯੋਗਦਾਨ ਪਾਇਆ, ਅਰਬਾਂ ਰੁਪਈਆ ਭੇਜਿਆ, ਪਾਰਟੀਆਂ ਨੇ ਲੈ ਕੇ ਰੱਖ ਲਿਆ, ਕਈ ਲੀਡਰਾਂ ਨੇ ਵੀ ਆਪਣੇ ਬੈਂਕ ਅਕਾਊਂਟਸ ਦੇ ਵਿੱਚ ਰੱਖ ਲਿਆ, ਤੇ ਅਸੀਂ ਖਾਲੀ ਹੋ ਗਏ ਬਾਹਰ ਬੈਠੇ। ਬਟ ਅੱਜ ਮੈਨੂੰ ਲੱਗਦਾ ਵੀ ਅੱਜ ਪਿੰਡ ਅਡਾਪਟ ਕਰਨ ਦੀ ਜ਼ਰੂਰਤ ਹੈ, ਵੀ ਜਿਹੜੇ ਪਿੰਡ ਦੇ ਵਿੱਚ ਗਰੀਬ ਲੋਕ ਬੈਠੇ ਆ, ਤੁਸੀਂ ਉੱਥੇ ਅੱਜ ਪੈਸੇ ਭੇਜੋ, ਅੱਜ ਉਹਨਾਂ ਦੀ ਮਦਦ ਹੋ ਸਕੇ ਤਾਂ ਜੋ ਉਹਨਾਂ ਤੱਕ ਰਾਸ਼ਨ ਪਹੁੰਚ ਸਕੇ। ਤੁਹਾਨੂੰ ਲੱਗਦਾ ਵੀ ਕੁਝ ਅਜਿਹੀ ਚੀਜ਼ ਹੋ ਸਕਦੀ ਹੈ? ਦੇਖੋ ਮੈਂ ਅੱਗੇ ਅਪੀਲ ਵੀ ਕਰ ਚੁੱਕਿਆ ਸਾਰੇ ਸਾਥੀਆਂ ਨੂੰ। ਮੈਂ 2014 ਦੀ ਇਲੈਕਸ਼ਨ ਖਡੂਰ ਸਾਹਿਬ ਤੋਂ ਲੜਿਆ ਸਾਂ, 2017 ਦੇ ਵਿੱਚ 16 ਦੇ ਵਿੱਚ ਬਾਈ ਇਲੈਕਸ਼ਨ ਸੀ ਜਿਹੜੀ, ਉਹਦੇ 'ਚ ਵੀ ਮੈਂ ਖੜਿਆ ਸਾਂ ਖਡੂਰ ਤੋਂ। ਜਿਹੜਾ ਇਹਨਾਂ ਨੇ ਅਕਾਲੀ ਦਲ ਉਸ ਵੇਲੇ ਜਦੋਂ ਹਾਵੀ ਸੀ ਜਾਂ ਰਾਜ ਸੀ, ਉਹਨਾਂ ਨੇ ਜਾਣ ਕਰਕੇ ਮੇਰਾ ਜਿਹੜਾ ਰੱਦ ਕੀਤੇ ਸੀ ਪੇਪਰ ਮੇਰੇ ਨੋਮੀਨੇਸ਼ਨ ਦੇ, ਪਰ ਮੈਂ ਉਹ ਨੇੜਿਓਂ ਦੇਖਿਆ ਜੀ, ਬਿਲਕੁਲ। ਔਰ ਜਿਹੜੀ ਸੇਵਾਵਾਂ ਪੰਜਾਬੀ ਡਾਇਸਪੋਰਾ 'ਚ ਜਿਹੜੇ ਦੁਨੀਆ 'ਚ ਬੈਠੇ ਹੋਏ ਨੇ, ਮੈਂ ਹੰਡਾਇਆ ਉਹ ਜਿਹੜੀ ਮੁਹੱਬਤ ਪੰਜਾਬ ਪ੍ਰਤੀ, ਪੰਜਾਬੀਅਤ ਪ੍ਰਤੀ, ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਜਿਹੜੀ ਮੈਂ ਦੂਰ ਦੁਰਾਡੇ ਬੈਠੇ ਪੰਜਾਬੀਆਂ ਦੀਆਂ ਰਗਾਂ 'ਚ, ਉਹਨਾਂ ਦੇ ਰੋਮ 'ਚ ਦੇਖੀ ਹੈ। ਮੈਂ ਤਾਂ ਸ਼ੁਕਰਗੁਜ਼ਾਰ ਹਾਂ ਔਰ ਪਰਮੇਸ਼ਵਰ ਦਾ ਕਿ ਇਹ ਹੁੰਦੀ ਹੈ ਮੁਹੱਬਤ ਆਪਣੇ ਵਤਨ ਨਾਲ, ਆਪਣੀ ਕੌਮ ਨਾਲ, ਆਪਣੇ ਕਸਬੇ ਨਾਲ। ਮੈਂ ਇਹੀ ਗੁਜ਼ਾਰਿਸ਼ ਕੀਤੀ ਸਾਰਿਆਂ ਨੂੰ ਕਿ ਜਿੱਦਾਂ ਇਲੈਕਸ਼ਨਾਂ ਵੇਲੇ ਸਾਰੇ ਫੋਨ ਕਰਦੇ ਸੀ, ਉਸੇ ਤਰ੍ਹਾਂ ਨਾਲ ਮੈਂ ਸਾਥੀਓ ਤੁਹਾਡੇ ਸਾਰਿਆਂ ਨੂੰ ਦਰਖਾਸਤ ਕਰਦਾ, ਭਾਵੇਂ ਤੁਸੀਂ ਅਕਾਲੀ ਦਲ ਦੇ ਨਾਲ ਜੁੜੇ ਹੋ, ਕਿਸੇ ਵੀ ਅਕਾਲੀ ਦਲ ਦੇ ਨਾਲ ਜੁੜੇ ਹੋ, ਕਾਂਗਰਸ ਦੇ ਨਾਲ ਜੁੜੇ ਹੋ, ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ, ਤੁਸੀਂ ਬੀਜੇਪੀ ਨਾਲ ਜੁੜੇ ਹੋ, ਕਿਸੇ ਸੰਸਥਾ ਨਾਲ, ਕਿਸੇ ਵਾਮਪੰਥੀ ਦਲਾਂ ਨਾਲ ਜੁੜੇ ਹੋ, ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਸੰਪਰਕ ਜਿਹੜੀ ਹੈ ਤੁਹਾਡੀ ਤੁਹਾਡੀ ਡਾਇਰੀਆਂ ਹਨਗੀਆਂ, ਉਹ ਕੰਟੈਕਟ ਲਿਸਟ ਹੈਗੀ ਹੈ, ਤੁਸੀਂ ਸਾਰਿਆਂ ਨੂੰ ਸੁਨੇਹੇ ਭੇਜੋ। ਸਭ ਤੋਂ ਪਹਿਲਾਂ ਪੈਸੇ ਭੇਜਣ ਨਾਲੋਂ ਤਾਂ ਸੁਨੇਹਾ ਘੱਲੋ
ਕਿ ਭਾਈ ਤੁਸੀਂ ਆਸ-ਪਾਸ ਭੀੜ ਜਮਾ ਨਾ ਕਰੋ, ਇੱਕ ਦੂਜੇ ਨਾਲ ਦੂਰੀ ਰੱਖੋ, ਹੱਥ ਸਾਫ਼ ਕਰੋ, ਦਿਨ ਚ ਕਈ ਵਾਰ ਕਰੋ, ਟੂਟੀਆਂ, ਨਲਕੇ, ਦਰਵਾਜ਼ਿਆਂ ਦੇ ਹੈਂਡਲ ਵਗੈਰਾ ਜਿੱਥੇ ਵੀ ਤੁਹਾਡੇ ਸਾਰੇ ਸਾਂਝੇ ਹੱਥ ਲੱਗਦੇ ਨੇ ਉਹ ਤੋਂ ਲਗਾਤਾਰ ਦਿਨ ਚ ਕਈ ਵਾਰਾਂ ਉਹਨੂੰ ਸਾਫ਼ ਕਰੋ, ਇਹਤਿਆਤ ਵਰਤੋ। ਪੁਲਿਸ ਤੇ ਜਾਂ ਹੋਰ ਜਿਹੜੇ ਸਿਵਲ ਕਰਮਚਾਰੀ ਹਨਗੇ ਬਗੈਰ ਕਿਸੇ ਮੁਸੀਬਤ ਦੇ ਜਾਣ ਦੀ ਲੋੜ ਨਹੀਂ। ਇਹ ਜਿਹੜੇ ਬੱਚਿਆਂ ਦੀ ਤੁਸੀਂ ਗੱਲ ਦੱਸੀ ਹੈ ਬਹੁਤ ਦੁੱਖ ਹੈ, ਯਾਨੀ ਕਿ ਜਿੱਥੇ ਮੈਂ ਅੱਗੇ ਅਰਜ਼ ਕੀਤਾ ਕਿ ਸਰਕਾਰ ਦੀ ਕਮੀ ਰਹੀ ਹੈ, ਉਹ ਜਿਹਨੂੰ ਕਹਿੰਦੇ ਰੋਂਗ ਫੁਟਡ ਹੈ ਜਾਂ ਉਹਨਾਂ ਨੇ ਪਿਛੜ ਗਈ ਹੈ। ਇਹ ਤਾਂ ਕੰਮ ਰਸਦ ਦਾ, ਰਾਸ਼ਨ ਦਾ ਤਾਂ ਕਰਫਿਊ ਲਾਉਣ ਤੋਂ 2 ਦਿਨ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਕਿ ਸਾਰੀ ਥਾਂ ਤੇ ਹਰ ਪਿੰਡਾਂ ਦੇ ਪਿੰਡ ਵਿੱਚ ਸਰਪੰਚਾਂ ਦੇ ਕੋਲ ਭੇਜ ਦਿਓ ਤੁਸੀਂ, ਜਿਹੜੇ ਗਰੀਬ ਜਿਹੜੀ ਸਾਡੀ ਆਵਾਮ ਹੈਗੀ ਹੈ ਉਹਨਾਂ ਵਾਸਤੇ ਪਤਾ ਲੱਗ ਜਾਂਦਾ ਕਿ ਕਿੰਨੀਆਂ 15 ਬੋਰੀਆਂ ਕਣਕ ਦੀਆਂ ਤੇ ਚੌਲ ਜਿਹੜੇ ਨੇ ਬੇਸਿਕ ਸਮੱਗਰੀ, ਦਾਲਾਂ ਨੇ, ਤੁਸੀਂ ਇੱਕ ਪਿੰਡ 'ਚ ਤੁਸੀਂ 2 ਬੋਰੀਆਂ ਭੇਜ ਦਿੰਦੇ ਕਰਫਿਊ ਲੱਗਣ ਤੋਂ ਪਹਿਲਾਂ, ਉਸੇ ਦਿਨ ਹੀ ਭੇਜ ਦਿੰਦੇ। ਕਿੰਨੀ ਦੇਰ ਲੱਗਦੀ ਹੈ? ਡੀਸੀ ਕਿਸ ਕੰਮ ਨੇ ਕਰਦੇ? ਉੱਥੇ ਤੁਸੀਂ ਪੰਚਾਂ ਸਰਪੰਚਾਂ ਨੂੰ ਕਹਿ ਦਿਓ ਜੀ ਆ ਜਾਓ ਮੰਡੀਆਂ ਦੇ ਵਿੱਚ ਤੁਸੀਂ ਇੱਕ ਅਨਾਜ ਲੈ ਜਾਓ। ਇਸ ਵੇਲੇ ਖੈਰ ਉਹ ਤੋਂ ਜੋ ਨਹੀਂ ਹੋਇਆ, ਆਪਾਂ ਡੁੱਲੇ ਦੁੱਧ ਦੇ ਉੱਤੇ ਕਾਹਨੂੰ ਰੋਣਾ। ਲੇਕਿਨ ਅੱਜ ਮੇਰੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਜਿਹੜੇ ਵਸਦੇ ਹਨਗੇ ਕਿ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਕੋਲ ਅੰਨ ਹੁੰਦਾ ਹੈ, ਤੁਹਾਡੇ ਘਰਾਂ 'ਚ ਕਣਕ ਤੁਸੀਂ ਬਚਾ ਕੇ ਰੱਖੀ ਹੁੰਦੀ, ਚੌਲ ਤੁਸੀਂ ਸਾਂਭ ਕੇ ਰੱਖੇ ਹੁੰਦੇ ਨੇ। ਇਹ ਜਿਹੜਾ ਅੰਨ ਹੈ ਇਹ ਤੁਸੀਂ, ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ, ਆਪਣੇ ਗਲੀ ਮੁਹੱਲੇ 'ਚ ਪੁੱਛੋ ਆਵਾਜ਼ ਦੇ ਕੇ ਜੀ ਕਿਸੇ ਦੇ ਕੋਲ ਕਣਕ ਚਾਹੀਦੀ ਹੈ ਤਾਂ ਸਾਡੇ ਕੋਲੋਂ ਇੱਕ ਥਾਲੀ ਲੈ ਜੇ। ਕਿਸੇ ਕੋਲ ਜੀ ਤੁਹਾਨੂੰ ਚੌਲ ਚਾਹੀਦੇ ਨੇ, ਸਾਡੇ ਕੋਲੋਂ 2 ਥਾਲੀਆਂ ਲੈ ਜੀ। ਇਹ ਤਾਂ ਹੋਣਾ ਹੀ ਨਹੀਂ ਚਾਹੀਦਾ। ਮੈਂ ਤਾਂ ਦਿਲ ਮੇਰਾ ਜਿਹਨੂੰ ਕਹਿੰਦੇ ਛੁਰਾ ਘੋਪਿਆ ਜਾਂਦਾ ਜਦੋਂ ਦੇਖਦਾ ਇੱਕ ਮਾਸੂਮ ਬੱਚੇ ਦੀ, ਮੈਂ ਵੀ ਸੁਣੀ ਆ ਉਹ ਜਿਹੜੀ ਕਰਾ ਹੈ, ਉਹ ਜਿਹੜੀ ਕਿ ਵੀ ਮੇਰਾ ਪਿਓ ਜਾਂਦਾ ਕੁਝ ਲੈਣ ਲਈ ਤੇ ਉਹਨੂੰ ਕੁੱਟ ਕੇ ਭੇਜਿਆ ਜਾਂਦਾ। ਇਹ ਬਹੁਤ ਅਫਸੋਸਜਨਕ ਗੱਲ ਹੈ। ਪਰ ਮੈਂ ਬੇਨਤੀ ਕਰਦਾ, ਮੈਂ ਗੁਰੂ ਕੇ ਸਿੱਖਾਂ, ਗੁਰੂ ਕੇ ਲਾਲਾ ਨੂੰ, ਜਿਹੜੇ ਗੁਰੂ ਨਾਨਕ ਦੇ ਸਿਖਾਏ ਨੇ, ਭਗਤ ਕਬੀਰ ਦੇ, ਭਗਤ ਰਵਿਦਾਸ, ਭਗਤ ਨਾਮਦੇਵ, ਇਹ ਸਾਰਿਆਂ ਦੇ ਜਿਹੜੇ ਸਿਖਾਏ ਨੇ, ਇਹ ਸਾਰਿਆਂ ਦੇ ਬੇਨਤੀ ਕਰਦਾ ਕਿ ਤੁਸੀਂ ਵੰਡ ਖਾਓ, ਖੰਡ ਖਾਓ। ਮਹਾਰਾਜ ਨੇ ਬੋਲਾ ਦਿੱਤਾ ਸਾਨੂੰ ਕਿ ਜੇ ਅੰਨ ਤੁਹਾਡੇ ਕੋਲ 4 ਦਿਨਾਂ ਦਾ ਹੈ, 2 ਦਿਨਾਂ ਦਾ ਤੁਸੀਂ ਵੰਡ ਦਿਓ। 2 ਦਿਨਾਂ ਨੂੰ ਆਜੂ ਸਰਕਾਰ ਨੇ, ਉਹਨੂੰ ਵੀ ਪਤਾ ਹੈ, ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਹੈ ਕਿ ਇਸ ਵੇਲੇ ਰਾਸ਼ਨ ਸਾਰੇ ਪਾਸੇ ਭੇਜਣਗੇ। ਜਿਹੜੀਆਂ ਸਪਲਾਈ ਚੇਨਸ ਨੇ ਇਹ ਅੰਜਲਾ ਟੀਥਿੰਗ ਪ੍ਰੋਬਲਮਸ ਤਾਂ ਹੁੰਦੀਆਂ ਨੇ ਜਦੋਂ ਤੁਸੀਂ ਤਿਆਰੀ ਨਾ ਕੀਤੀ ਹੋਵੇ। ਬਿਲਕੁਲ ਜਿੱਦਾਂ ਮੋਨੇਟਾਈਜੇਸ਼ਨ ਹੋਈ, ਤੁਸੀਂ ਉਦਾਂ ਹੀ ਹੁਕਮ ਪਹਿਲਾਂ ਦੇ ਦਿੱਤਾ, ਕੰਮ ਬਾਅਦ ਕੀਤਾ। ਇਹਦੇ ਸਿੱਟੇ ਇਕੱਲੇ ਭਾਰਤ ਨਹੀਂ ਭੁਗਤ ਰਿਹਾ, ਯੂਰਪ ਨੇ ਵੀ ਭੁਗਤਣੇ ਆ ਹਲੇ। ਮੇਰਾ ਖਿਆਲ ਆ ਵੀ ਇਸ ਦੇ ਸਿੱਟੇ ਜਿਹੜੇ ਇੰਗਲੈਂਡ ਨੇ ਬੜੀ ਬੁਰੀ ਤਰ੍ਹਾਂ ਨਾਲ ਭੁਗਤਣੇ ਆ। ਪਰ ਤੁਸੀਂ ਦੇਖੋ ਇੱਥੇ ਐਂਟੀਸਿਪੇਸ਼ਨ 'ਚ ਜਿਹੜਾ ਕੰਮ ਜਦੋਂ ਕੀਤਾ ਜਾਂਦਾ, ਸਿਆਣਪ ਜਦੋਂ ਵਰਤੀ ਜਾਂਦੀ ਹੈ ਨਾ, ਲੋਕੀ ਨਾ ਆਪਣੀ ਕੁਰਸੀਆਂ ਤੇ ਆਮ ਤੌਰ ਤੇ ਆਫਰ ਕੇ ਬਹਿੰਦੇ ਆ, ਉਹ ਹੱਕਦਾਰ ਨਹੀਂ ਹੁੰਦੇ। ਇਹੋ ਜਿਹੇ ਵੇਲਿਆਂ ਤੇ ਪਤਾ ਲੱਗ ਜਾਂਦਾ ਕਿ ਲਾਇਕ ਕੌਣ, ਨਲਾਇਕ ਕੌਣ ਹੈ। ਇੱਥੇ ਇਟਲੀ ਦੇ ਵਿੱਚ ਜਿੱਦਣ ਕਰਫਿਊ ਲੱਗਾ ਹੈ ਉਦੋਂ ਦਾ ਮੈਂ ਆਪ ਜਾ ਕੇ ਦੇਖਦਾ, ਰੈਸਟੋਰੈਂਟਸ ਜਿਹੜੇ ਨੇ, ਮੈਂ ਟੋਟਲੀ ਨਿਰਭਰ ਕਰਦਾ ਸੀ। ਇੱਥੇ ਮੇਰੇ ਰਸੋਈ ਮੈਂ ਇਕੱਲਾ ਹੀ ਸੀਗਾ ਤੇ ਇੱਥੇ ਚਲਾਉਂਦਾ ਨਹੀਂ ਸੀ, ਮੈਂ ਨਾਲ ਜਿੰਨੇ ਰੈਸਟੋਰੈਂਟਸ ਨੇ, ਬਾਹਰ ਹੈਗੇ ਨੇ ਆਪਣੇ ਜਿਹੜੇ ਬਾਹਰ ਕੈਫੇਟੇਰੀਆ ਜਿੱਥੇ ਹੁੰਦੇ ਨੇ, ਉੱਥੇ ਤੁਸੀਂ ਪੀਜ਼ਾ ਖਾ ਲਿਆ ਜਾ ਕੇ, ਤੁਹਾਨੂੰ ਕਾਫੀ ਮਿਲ ਜਾਂਦੀ ਹੈ, ਉਹ ਤੇ ਤੁਸੀਂ ਰੈਸਟੋਰੈਂਟਸ ਦੇ ਉੱਤੇ ਨਿਰਭਰ ਸੀ। ਉਹ ਦੇਖਿਆ ਸੀ ਅਸੀਂ 4-5 ਮਾਰਚ ਤੋਂ ਹੀ ਆਣੇ ਜਾਣੇ ਲੋਕ ਬੰਦ ਹੋ ਗਏ ਸੀਗੇ। ਉਹ ਸਾਰੇ ਰੋਸ ਕਰ ਰਹੇ ਸੀਗੇ ਕਿ ਸਾਡੇ ਜੇ ਦਿਨ 'ਚ ਜੇ 500 ਬੰਦਾ ਆਂਦਾ ਸੀ, ਸਾਡੇ ਹੁਣ 15 ਬੰਦੇ ਆ ਰਹੇ ਨੇ। ਔਰ ਡਰ ਸੀਗਾ ਕਿ ਕੋਈ ਆਂਦਾ ਵੀ ਸੀ ਤੇ ਉਹ ਦਰਵਾਜ਼ਾ ਕੌਣ, ਹੱਥ ਕਿੱਥੇ ਲਾ ਰਿਹਾ, ਇੱਕ ਤੋਂ ਦੂਰ ਰਹਿ ਰਹੇ ਸਨ। ਲੋਕਾਂ ਨੇ ਆਪਣੇ ਬਿਜ਼ਨਸ ਆਪੇ ਹੀ ਬੰਦ ਕਰਦੇ ਸੀ। ਸਗੋਂ ਸਰਕਾਰ ਦਾ ਹੁਕਮ ਤਾਂ 10 ਤਰੀਕ ਨੂੰ ਆਇਆ, 5-6 ਮਾਰਚ ਤੋਂ ਤਾਂ ਸਭ ਕੁਝ ਬੰਦ ਹੋ ਗਿਆ ਸੀ ਆਪਣੇ ਆਪ ਹੀ। ਲੇਕਿਨ ਤੁਸੀਂ ਦੇਖੋ ਕਿਸੇ ਵੀ ਸਟੋਰ ਦੇ ਵਿੱਚ ਜਿੱਥੇ ਅੰਨ ਮਿਲਦਾ ਹੈ, ਜਿੱਥੇ ਕੋਈ ਖਾਣਾ ਮਿਲਦਾ, ਸਬਜ਼ੀਆਂ ਮਿਲਦੀਆਂ ਹਨਗੀਆਂ, ਜਾਂ ਜਿਹੜੀਆਂ ਫਾਰਮੇਸੀਜ਼ ਨੇ, ਉਹ ਉਦਾਂ ਦੀਆਂ ਉਦਾਂ ਹੀ ਨੇ, ਬੇਝਿਜਕ ਉਹਨਾਂ ਨੇ ਕੰਮ ਕੀਤਾ ਹੈਗਾ। ਉਹਨਾਂ ਦੀ ਸਪਲਾਈ ਚੇਨ ਜਿਹੜੀ ਹੈਗੀ ਆ, ਉਹਨਾਂ ਤੇ 1 ਘੰਟੇ ਦਾ ਵਿਘਨ ਨਹੀਂ ਪਿਆ। ਔਰ ਸਾਡੇ ਇੱਥੇ ਜਿਹੜੇ ਮੁੱਖ ਮੰਤਰੀ ਜਾਂ ਹੋਰ ਮੰਤਰੀ ਹੋਣਗੇ ਕਹਿੰਦੇ ਨੇ ਜੀ ਉਹ ਜੀ ਪਹਿਲਾ ਦਿਨ ਮੁਸ਼ਕਲ ਸੀ ਜੀ, ਟਰੱਕ ਰੁਕ ਗਏ ਜੀ, ਦੁੱਧ ਨਹੀਂ ਪਹੁੰਚਿਆ ਜੀ। ਇਹ ਕਾਹਦੀ ਗੱਲ ਹੈ? ਉਹ ਕਹਿੰਦੇ ਆ ਪਛਤਾਏ ਕਿਆ ਹੋ ਜਬ ਚਿੜੀਆ ਚੁੱਗ ਗਈ ਖੇਤ। ਜਿਹੜੀਆਂ ਤੰਗੀਆਂ ਪਹਿਲੇ ਦਿਨਾਂ ਦੀਆਂ, ਜਿਨ੍ਹਾਂ ਦੇ ਟਰਾਮਾ ਪਹੁੰਚਿਆ ਬੱਚਿਆਂ ਦੇ ਉੱਤੇ, ਤੁਸੀਂ ਕੀ ਜਵਾਬ ਦਿਓਗੇ? ਸਰਕਾਰ ਦਾ ਕੰਮ ਹੁੰਦਾ ਹੈ ਸਾਡੇ ਆਮ ਲੋਕਾਂ ਨਾਲੋਂ 2 ਕਦਮ ਪਹਿਲਾਂ ਤੁਰਨਾ, 2 ਕਦਮ ਅੱਗੇ ਤੁਰਨਾ, ਤੂਫਾਨ ਆਉਣ ਤੋਂ ਪਹਿਲਾਂ ਪੁੱਜ ਲੈਣਾ। ਦੇਖੋ ਇਹ ਚੀਜ਼ਾਂ ਜਿਹੜੀਆਂ ਹਨਗੀਆਂ, ਇਹ ਬਹੁਤ ਸਬਕ ਲੈਣਾ ਚਾਹੀਦਾ ਹੈ ਦੂਜੇ ਦੀ ਪੀੜਾ ਤੋਂ। ਹਾਂ ਬਿਲਕੁਲ। ਹਾਂ ਜੀ, ਇੱਕ ਚੀਜ਼ ਮੈਨੂੰ ਹੋਰ ਦੱਸੋ, ਕੀ ਤੁਹਾਡਾ ਕੋਈ ਇਸ ਤਰ੍ਹਾਂ ਦਾ ਤਜਰਬਾ ਹੈ ਕਿ ਕਰੋਨਾ ਵਾਇਰਸ ਹੈ ਜਿਹੜਾ ਇਹ ਫੋਨ ਦੇ ਰਾਹੀਂ ਵੀ ਫੈਲਦਾ, ਵੀ ਮੈਂ ਤੁਹਾਨੂੰ ਕਾਲ ਕਰਾਂ ਤੇ ਤੁਹਾਨੂੰ ਕਰੋਨਾ ਹੋ ਜਾਵੇ?
ਕੀ ਗੱਲ ਤੁਹਾਨੂੰ ਫਿਕਰ ਪੈ ਗਿਆ ਕਿ ਮੇਰੇ ਕੋਲ ਨਹੀਂ ਮੈਂ ਨਹੀਂ, ਇਟਲੀ ਮੈਨੂੰ ਬੈਠਾ ਫਿਕਰ ਤੁਹਾਨੂੰ ਤਾਂ ਇੱਥੇ ਪਿਆ ਵੀ ਦੇਖੋ ਜਿਹੜੇ ਅਮਰੀਕਾ 'ਚ ਪੰਜਾਬ ਦੇ ਲੀਡਰ ਨੇ ਸ਼ਾਇਦ ਉਹ ਤਾਂ ਹੀ ਕੋਈ ਫੋਨ ਕਿਸੇ ਦਾ ਚੱਕ ਨਹੀਂ ਰਹੇ, ਕਿਸੇ ਐਮਐਲਏ ਨੂੰ ਫੋਨ ਕਰੋ ਬਿਲਕੁਲ ਕੋਈ ਫੋਨ ਨਹੀਂ ਚੱਕਦਾ, ਵੀ ਸ਼ਾਇਦ ਉਹ ਬਿਲਕੁਲ ਮੇਰੇ ਖਿਆਲ ਕੋਈ ਇਸ ਤਰ੍ਹਾਂ ਦੀ ਲੱਗਦਾ ਪ੍ਰੋਟੈਕਸ਼ਨ ਲੈ ਰਹੇ ਆ। ਬਿਲਕੁਲ ਹਾਂ ਪ੍ਰੋਟੈਕਸ਼ਨ ਹੈਗੀ ਹੈ ਹਜ਼ੂਰ, ਖਾਸ ਕਰਕੇ ਜਿਹੜੇ ਸਿਆਸਤਦਾਨ ਹਨਗੇ ਉਹਨਾਂ ਨੂੰ ਤਾਂ ਬਹੁਤ ਛੇਤੀ ਚਿੰਬੜਦਾ ਹੈ ਫੋਨ ਰਾਹੀਂ ਕੋਰੋਨਾ ਵਾਇਰਸ। ਇਹ ਲੱਗਦਾ ਇਦਾਂ ਹੀ ਕਿਉਂਕਿ ਹੋਏਗਾ ਕਈ ਸ਼ਾਇਦ, ਲੀਡਰ ਸੀ ਜਿਹੜੇ ਉਸ ਜਿਹਦੇ ਸਮੇਂ ਨਾ ਕਰਕੇ ਅੱਧੀ ਅੱਧੀ ਰਾਤ ਨੂੰ 2-2 3-3 ਵਜੇ ਉੱਠ ਕੇ ਵੀ ਲਾਈਵ ਹੁੰਦੇ ਸੀ। ਔਰ ਹੁਣ ਮੈਂ ਬਿਲਕੁਲ ਲੀਡਰ ਆਫ ਆਪੋਜੀਸ਼ਨ ਦਾ ਪੇਜ ਜਿਹੜਾ ਦੇਖਿਆ, ਲੀਡਰ ਆਫ ਆਪੋਜੀਸ਼ਨ ਹਰਪਾਲ ਸਿੰਘ ਚੀਮਾ ਦਾ ਪੇਜ ਆ, ਤੇ 16 ਮਾਰਚ ਦਾ ਉਹਦੇ ਤੇ ਕੋਈ ਲਾਸਟ ਪੋਸਟ ਹੈ ਜਿਹੜਾ ਕਿ ਕਰੋਨਾ ਨਾਲ ਰਿਲੇਟਡ ਨਹੀਂ ਹੈ, ਇਸ ਸਥਿਤੀ ਨਾਲ ਮਤਲਬ ਦੇ ਨਾਲ ਕੋਈ ਰਿਲੇਟਡ ਨਹੀਂ ਹੈ। ਐਂਡ ਦੇयर इज नो phone ਬਿਲਕੁਲ number, no information, if you need any guidance or any help you can contact me, nothing like that। ਭਗਵੰਤ ਦੇਖੋ ਮਾਨ ਦੇ ਪੇਜ ਦੇ ਜਿਹੜੇ ਉੱਤੇ ਬੁੱਤ ਕਿਹਦੇ ਨੇ 2-3 ਜਗ੍ਹਾ ਦੇ ਉੱਤੇ ਉਹਨੇ ਲਿਖਿਆ ਵੀ ਹਾਂ ਤੁਸੀਂ ਕਿਹਦੇ ਨੇ ਮੇਰੇ ਨਾਲ ਥਰੂ ਸਕਾਈਪ ਕੰਟੈਕਟ ਕਰ ਸਕਦੇ ਹੋ, ਬਟ ਹਾਊ ਮੈਨੀ ਪੀਪਲ ਹੈਵ ਸਕਾਈਪ? ਬਿਲਕੁਲ ਹਾਂ ਤੇ ਫਿਰ ਤੁਸੀਂ ਉਹ ਵੀ ਸਿਲੈਕਟਿਵ ਕੀ, ਉਹ ਵੀ ਤੁਸੀਂ ਸਿਲੈਕਟਿਵ ਕਾਲਸ ਲੈਣੀਆਂ ਨੇ ਜਾਂ ਕਿਸ ਤਰ੍ਹਾਂ, ਵੀ ਜਿਹੜੇ ਤੁਹਾਡੇ ਚਾਹਣ ਵਾਲੇ ਆ ਸਿਰਫ ਉਹੀ ਤੁਹਾਨੂੰ ਕਾਲ ਕਰ ਸਕਦੇ ਆ, ਔਰ ਐਵਰੀ ਕੈਨ ਕਾਲ, ਤੇ ਬਟ देयर इज नो ਫੋਨ ਨੰਬਰ। ਹਾਂ ਪਾਰਟੀ ਉਹਦਾ ਮਤਲਬ ਇਹ ਨਹੀਂ, ਮੈਂ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਉਹਦਾ ਪਾਰਟੀਆਂ ਜ਼ਰੂਰ ਕਹਿੰਦੀਆਂ ਵੀ ਆਹ ਸਾਡਾ ਨੰਬਰ ਹੈ ਜੀ, ਤੁਸੀਂ ਇੱਥੇ ਮਿਸ ਕਾਲ ਦਿਓ ਐਂਡ ਯੂ ਵਿਲ ਬੀ ਕਹਿੰਦੇ ਨੇ ਔਨ ਬੋਰਡ, ਤੁਸੀਂ ਸਾਡੀ ਜਿਹੜੀ ਪਾਰਟੀ ਦੇ ਮੈਂਬਰ ਬਣ ਜਾਓਗੇ। ਉਹਦੇ ਲਈ ਤਾਂ ਤੁਸੀਂ ਹੈਲਪਲਾਈਨ ਖੋਲ੍ਹ ਸਕਦੇ ਹੋ, ਤੁਸੀਂ ਮਿਸ ਕਾਲ ਦੀ ਜਿਹੜੀ ਆ ਉਹ ਸੁਵਿਧਾ ਕਰ ਸਕਦੇ ਹੋ। ਬਟ ਬਾਕੀ ਜਿਹੜੇ ਜਦੋਂ ਅੱਜ ਜਿਸ ਸਮੇਂ ਮੁਲਕ ਨੂੰ ਲੋੜ ਆ, ਹਾਂ ਇੱਕ ਗੱਲ ਮੇਰੇ ਸਾਹਮਣੇ ਹੋਰ ਮੈਨੂੰ ਪਤਾ ਲੱਗੀ ਸੀ ਵੀ ਮੈਂ ਇਸ ਖਬਰ ਨੂੰ ਕਨਫਰਮ ਨਹੀਂ ਕਰਦਾ, ਬਟ ਵੀ 70 ਲੱਖ ਜਿਹੜੇ ਲੋਕਾਂ ਦੇ ਲਈ ਕੇਜਰੀਵਾਲ ਨੇ ਕੋਈ ਰਾਸ਼ਨ ਦੀ ਦਾ ਪ੍ਰਬੰਧ ਕੀਤਾ ਹੈ। ਹਾਊ ਟਰੂ ਇਟ ਇਜ਼ ਆਈ ਡੋਂਟ ਨੋ, ਬਟ ਮੈਂ ਇਹ ਗੱਲ ਕਈ ਥਾਂ ਤੋਂ ਇਸ ਗੱਲ ਦਾ ਮੈਨੂੰ ਜਿਹੜੀ ਆ ਮਤਲਬ ਉਹ ਦੱਸਿਆ ਜਾ ਰਿਹਾ ਵੀ 70 ਲੱਖ ਲੋਕਾਂ ਬਾਰੇ ਉਹਨਾਂ ਨੇ ਕੋਈ ਐਲਾਨ ਕੀਤਾ ਹੈਗਾ ਕਿ 70 ਲੱਖ ਲੋਕਾਂ ਨੂੰ ਅਸੀਂ ਜਿਹੜਾ ਭੋਜਨ ਦੀ ਵਿਵਸਥਾ ਕਰਕੇ ਦੇਵਾਂਗੇ। ਸੋ ਆਈ ਥਿੰਕ ਅਗਰ ਇਹ ਹੋ ਰਿਹਾ ਤਾਂ ਵਿਚ ਇਜ਼ ਗੁੱਡ ਥਿੰਗ। ਪੰਜਾਬ ਗਵਰਨਮੈਂਟ ਦੇਖੋ ਇਹ ਗੁੱਡ ਇਹ ਨਹੀਂ, ਇਹ ਮੈਂ ਇਹਨੂੰ ਅੱਛਾ ਜਾਂ ਮਾੜਾ ਨਹੀਂ ਸਮਝਦਾ। ਇੱਕ ਨਾ ਆਪਣੇ ਜਿਹੜੇ ਸਿਆਸਤਦਾਨ ਹਨਗੇ ਉਹ ਚਾਂਬਲ ਦੇ ਤਾਈਓ ਆ ਜਦੋਂ ਜਿਹੜਾ ਕੰਮ ਉਹਨਾਂ ਨੂੰ ਵੈਸੇ ਹੀ ਕਰਨਾ ਚਾਹੀਦਾ ਸੀ ਉਹਨਾਂ ਲਈ ਵੀ ਗੁਣਗਾਨ ਲਾ ਪੈਂਦੇ ਆ। ਜਦੋਂ ਕੋਈ ਵਿਪਤਾ ਆਉਂਦੀ ਹੈ ਕੋਈ ਵੀ ਸਰਕਾਰ ਦਾ, ਦੇਖੋ ਜਿਹੜੇ ਲੋਕ ਭੁੱਖ ਨਾਲ ਮਰ ਰਹੇ ਆ ਐਟ ਲੀਸਟ ਕੀ ਕਹਿੰਦੇ ਨੇ ਉਹਨਾਂ ਤੱਕ ਕੁਝ ਤਾਂ ਪਹੁੰਚ ਰਿਹਾ ਨਾ। ਪਹਿਲੀ ਗੱਲ ਤਾਂ ਮਰਨਾ ਨਹੀਂ ਚਾਹੀਦਾ ਸੀ। ਮੈਂ ਇਹੀ ਤਾਂ ਅਰਜ਼ ਕਰ ਰਿਹਾ ਕਿ ਪਹਿਲਾਂ ਭੁੱਖਾ ਹੈ ਕਿਉਂ? ਤੁਸੀਂ ਜਦੋਂ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਵਾਇਰਸ ਫੈਲਿਆ, ਤੁਹਾਨੂੰ ਪਤਾ ਹੈ ਕਿ ਇਟਲੀ ਵਰਗੇ ਹੋਰ ਸ਼ਹਿਰਾਂ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਸਪਲਾਈ ਚੇਨ ਦੋ ਐਸੈਂਸ਼ੀਅਲ ਕਮੋਡਿਟੀਜ਼ ਦੀਆਂ, ਇੱਕ ਐਸੈਂਸ਼ੀਅਲ ਕਮੋਡਿਟੀਜ਼ ਦੋ ਕਿਸਮ ਦੀ, ਇੱਕ ਅੰਨ ਜਿਹੜਾ ਖਾਂਦਾ ਹੈ ਬੰਦਾ, ਇੱਕ ਦਵਾਈ ਜਿਹੜੀ ਬੰਦਾ ਖਾਂਦਾ ਹੈ, ਪਾਣੀ ਜਿਹੜਾ ਪੀਂਦਾ ਹੈ, ਇਹ ਐਸੈਂਸ਼ੀਅਲ ਕਮੋਡਿਟੀਜ਼ ਨੇ। ਇਹਨਾਂ ਦਾ ਇਹਨਾਂ ਇਟਲੀ ਵਰਗੇ ਜਾਂ ਹੋਰ ਦੇਸ਼ਾਂ ਦੇ ਵਿੱਚ 1 ਘੰਟੇ ਦਾ ਵਿਘਨ ਨਹੀਂ ਪਿਆ ਹੈਗਾ। ਉੱਥੇ ਸਗੋਂ ਇੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਜਾਂ ਹੋਰ ਹਨਗੇ ਉਹ ਬੇਨਤੀ ਕਰ ਰਹੇ ਨੇ ਕਿ ਤੁਸੀਂ ਜ਼ਿਆਦਾ ਨਾ ਖਰੀਦੋ, ਰੋਜ਼ ਤੁਹਾਡੇ ਕੋਲ ਆਊਗਾ, ਤੁਹਾਨੂੰ ਸਟਾਕ ਯਾਨੀ ਕਿ ਖਾਣੇ ਦੀ ਜਾਂ ਕਿਸੇ ਅੰਨ ਦੀ ਹੋਲਡਿੰਗ ਕਰਨ ਦੀ ਲੋੜ ਨਹੀਂ, ਦਵਾਈਆਂ ਦੀ ਹੋਲਡਿੰਗ ਕਰਨ ਦੀ ਲੋੜ ਨਹੀਂ, ਤੁਸੀਂ ਉਦਾਂ ਹੀ ਜੀਓ ਜਿੱਦਾਂ ਰੋਜ਼ ਜੀ ਰਹੇ ਹੋ। ਬਿਲਕੁਲ। ਔਰ ਕਹਿਣ ਦਾ ਭਾਵ ਹੈ ਕਿ ਇੰਨਾ ਕੰਮ ਹੋ ਰਿਹਾ, ਲੋਕ ਇਹ ਕੰਨਾਂ ਦੇ ਬੋਲੇ ਨੇ, ਅੱਖਾਂ ਚੋਂ ਅੰਨੇ ਨੇ, ਜਿਹੜੇ ਦੂਜਿਆਂ ਦੇ ਕਿਸੇ ਦੁੱਖ ਦਰਦ ਨੂੰ ਉਹ ਜਿੱਦਾਂ ਨਜਿੱਠ ਰਹੇ ਨੇ, ਜਿਵੇਂ ਉਹ ਸਾਹਮਣਾ ਕਰ ਰਹੇ ਨੇ, ਉਸ ਤੋਂ ਸਬਕ ਨਹੀਂ ਅੱਜ ਤਾਈਂ ਲਿਆ। ਇਹ ਕਿਵੇਂ ਹੋ ਸਕਦਾ ਕਿ ਪੰਜਾਬ ਦੀ ਆਵਾਮ ਵਿੱਚ ਮੈਂ ਤਾਂ ਇਲਜ਼ਾਮ ਲਾਣਾ ਪੰਜਾਬ ਸਰਕਾਰ ਤੇ ਜਿੰਨੀਆਂ ਸੰਸਥਾਵਾਂ ਨੇ, ਉਹ ਬਿਜ਼ਨੈਸਸ, ਭਾਵੇਂ ਉਹ ਕਿਸਾਨ ਨੇ, ਜਿੱਦਾਂ ਕਿ ਜਿਹੜੇ ਵਰਕਰ ਹਨਗੇ, ਜਿਹੜੇ ਲੇਬਰ ਹਨਗੇ, ਮਜ਼ਦੂਰ ਨੇ, ਉਹ ਪੈਦਲ ਤੁਰੇ ਜਾ ਰਹੇ ਨੇ। ਇਹ ਪੰਜਾਬ ਸਾਡੇ ਗੁਰੂ ਨਾਨਕ ਦਾ ਪੰਜਾਬ ਹੈ ਕਿ ਜਿਹੜਾ ਮਾਸੂਮ ਹੈ, ਜਦੋਂ ਲੋੜ ਪੈ ਰਹੀ ਹੈ, ਜਦੋਂ ਮੁਸੀਬਤ ਆ ਗਈ ਹੈ, ਵਾਇਰਸ ਆ ਗਿਆ ਹੈ, ਉਹਨਾਂ ਨੂੰ ਸੜਕਾਂ ਤੇ ਜਾਣ ਦੇ ਰਹੇ ਨੇ। ਠੀਕ ਹੈ ਲੰਗਰ ਲਾਇਆ, ਪਰ ਲੰਗਰ ਦੇ ਵਿੱਚ ਕੀ ਦੂਰੀਆਂ ਰੱਖੀਆਂ ਜਾ ਰਹੀਆਂ ਨੇ? ਕੀ ਲੋਕਾਂ ਨੂੰ ਦੂਰ ਦੂਰ ਕਰਕੇ ਬਿਠਾਇਆ ਜਾ ਰਿਹਾ? ਕੀ ਕੁਆਰੰਟਾਈਨ ਦਾ ਇੰਤਜ਼ਾਮ ਹੈ? ਉੱਥੇ ਕਮਿਊਨਿਟੀ ਸਪਰੈਡ ਇਦਾਂ ਹੀ ਹੁੰਦਾ, ਉਹਨਾਂ ਚੋਂ ਇੱਕ ਬੰਦਾ ਜੇ ਵਾਇਰਸ ਲੈ ਕੇ ਆਇਆ ਤੇ ਸਾਰੇ ਹੁਣ ਵਾਇਰਸ ਲੈ ਕੇ ਜਾਣਗੇ। ਇਹ ਕੰਮ ਆਈ ਥਿੰਕ ਉਹ ਮੇਰਾ ਖਿਆਲ ਨੰਬਰ ਸ਼ਾਇਦ 69000 ਹੈਗਾ ਵੀ ਇੱਕ ਵਿਅਕਤੀ ਹੈ ਜਿਹੜਾ 69 ਔਰ 59000, ਮੈਂ ਉਹ ਪੂਰੀ ਤਰ੍ਹਾਂ ਕਰੈਕਟ ਨਹੀਂ ਆ, ਬਟ ਆਮ ਸ਼ੋਰ ਵੀ ਇਟ ਇਜ਼ 59000 ਤੱਕ ਬੰਦੇ ਤੱਕ ਇੱਕ ਵਿਅਕਤੀ ਹੈ ਜਿਹੜਾ ਉਹ ਵਾਇਰਸ ਨੂੰ ਪਹੁੰਚਾ ਸਕਦਾ ਹੈ। ਇੱਕ ਵਿਅਕਤੀ, ਹਾਂਜੀ ਬਿਲਕੁਲ, ਹਾਂ ਇੱਕ ਵਿਅਕਤੀ, ਹਾਂਜੀ। ਸੋ ਕਹਿਣ ਦਾ ਭਾਵ ਇਹ ਮਖੌਲ ਨਹੀਂ ਹੈਗਾ ਜੀ। ਇਹ ਤਾਂ ਜਿਹੜੀ ਖਾਣਾ ਦੇਣਾ ਤਾਂ ਇਹ ਤਾਂ ਸਰਕਾਰ ਦਾ ਵੈਸੇ ਹੀ ਪਰਵਰਿਸ਼ ਕਰਨੀ, ਸਰਕਾਰ ਤਾਂ ਸਾਰੀ ਰਾਸ਼ੀ ਉਹਦੇ ਕੋਲ ਸਟੋਰੇजेस, ਕੋਲਡ ਸਟੋਰੇजेस ਉਹਦੇ ਕੋਲ ਨੇ। ਜਦੋਂ ਤੁਹਾਨੂੰ ਪਤਾ ਹੈ ਵਿਪਤਾ ਆ ਰਹੀ ਆ, ਤੁਸੀਂ ਪਹਿਲਾਂ ਹੀ ਤੁਹਾਡਾ ਕੀ ਕਰ ਰਿਹਾ ਹੈ, ਤੁਹਾਡਾ ਇਰੀਗੇਸ਼ਨ ਵਗੈਰਾ ਦੇ ਜਿਹੜੇ ਐਗਰੀਕਲਚਰ ਦੇ ਜਿਹੜੇ ਬੰਦੇ ਹੈਗੇ ਨੇ, ਤੁਹਾਡੀ ਜਿਹੜੀ ਸਾਰੀ ਮਸ਼ੀਨਰੀ ਹੈਗੀ ਹੈ, ਉਹ ਕੀ ਕਰ ਰਹੀ ਹੈ?
ਅੰਨ ਦਾ ਇੰਤਜ਼ਾਮ ਕਰਨਾ ਕਿ ਵੀ ਉਹਨੂੰ ਪਤਾ ਹੋਣਾ ਚਾਹੀਦਾ ਕਿੰਨੇ ਪਿੰਡ ਨੇ, ਉੱਥੇ ਕਿਹੜੀ ਰਸਦ ਕਿੱਥੇ ਪਈ ਆ, ਕਿੱਥੇ ਸਟਾਕਸ ਹੈਗੇ ਨੇ, ਉਹ ਕਿੱਦਾਂ ਮੁਹੱਈਆ ਹੋਣਗੇ। ਪਿੰਡਾਂ ਦੇ ਸਰਪੰਚਾਂ ਨੂੰ ਕੋਈ ਟਰਾਲੀਆਂ ਲੈ ਕੇ ਆਓ ਤੇ ਪਿੰਡਾਂ ਦੇ ਵਿੱਚ ਪਰਸੋਂ ਭੁੱਖ ਲੱਗੀ, ਆ ਲਓ ਜੀ ਅੱਜ ਅੰਨ ਆਇਆ। ਮਾਂ ਤੋਂ ਸਿੱਖੋ, ਨਿਆਣਾ ਬਾਅਦ ਚ ਜੰਮਦੀ ਹੈ, ਦੁੱਧ ਵਿੱਚ ਪਹਿਲਾ ਇੰਤਜ਼ਾਮ ਕੁਦਰਤ ਨੇ ਕੀਤਾ ਹੁੰਦਾ ਹੈ। ਇਹ ਸਰਕਾਰ ਦਾ ਕੰਮ ਮਾਂ ਰੂਪੀ ਹੁੰਦਾ ਹੈ। ਲੋੜ ਪੈਣ ਤੋਂ ਪਹਿਲਾਂ ਆਵੇ, ਜਦੋਂ ਕੋਈ ਕਰਾਹ ਪਾਵੇ, ਰੋਵੇ ਕਿ ਹਾਏ ਮੇਰੇ ਕੋਲ ਅੰਨ ਹੈ ਨਹੀਂ, ਮੈਂ 2 ਦਿਨ ਖਾਦਾ ਨਹੀਂ, ਮੈਂ ਸਮਝਦਾ ਇਹ ਲਾਹਨਤ ਦੀ ਗੱਲ ਹੈ। ਜੀ ਇੱਕ ਚੀਜ਼ ਹੋਰ ਮੈਨੂੰ ਤੁਸੀਂ ਦੱਸੋ, ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਪੁਲਿਸ ਦੀ ਗੱਲ ਕਰਕੇ ਹਟਿਆ ਕਿ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਜਿਹੜੇ ਸੀਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਉਹਨਾਂ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ, ਉਹਨਾਂ ਨੂੰ ਚਲੋ ਬਣਦੀ ਸਜ਼ਾ ਮਿਲੂ ਜਾਂ ਨਹੀਂ ਮਿਲੂ ਇਸ ਗੱਲ ਦਾ ਤਾਂ ਨਹੀਂ ਪਤਾ। ਲੋਕ ਨੇ ਜਿਹੜੇ ਉਹ ਹੁਣ ਪੁਲਿਸ ਦੇ ਪ੍ਰਸ਼ਾਸਨ ਦੇ ਖਿਲਾਫ ਹੋ ਗਿਆ। ਪਹਿਲਾਂ ਲੋਕਾਂ ਦੇ ਬਿਆਨ ਵੀ ਇਹ ਆ ਰਹੇ ਸੀ ਵੀ ਦੇਖੋ ਜੀ ਲੋਕ ਵੀ ਹਟਦੇ ਨਹੀਂ ਹੈਗੇ ਤੇ ਉਹ ਕੀ ਕਰਨ। ਪਰ ਇੱਕ ਚੀਜ਼ ਹੋਰ ਵੀ ਸੋਚਣ ਵਾਲੀ ਆ, ਅਮਰੀਕਾ ਦੇ ਵਿੱਚ ਔਨ ਐਨ ਐਵਰੇਜ ਜਿਹੜਾ ਇੱਕ ਪੁਲਿਸ ਵਾਲਾ ਕਾਪ ਹੈ ਜਿਹੜਾ ਉਹ 8 ਘੰਟੇ ਜੌਬ ਕਰਦਾ, 8 ਘੰਟੇ ਦੇ ਬਾਅਦ ਉਹ ਘਰ ਚਲ ਜਾਂਦਾ। ਹਾਂ ਅਨਲੈਸ ਵੀ ਉਹਨਾਂ ਨੇ ਕੋਈ ਐਨ ਸ਼ਿਫਟ ਦੇ ਜਦੋਂ ਖਤਮ ਹੋਣ ਵਾਲੀ ਹੈ ਵੀ ਉੱਥੇ ਜਾ ਕੇ ਕੋਈ ਬੰਦਾ ਅਰੈਸਟ ਕੀਤਾ ਤੇ ਉਸ ਅਰੈਸਟ ਦਾ ਪੇਪਰ ਵਰਕ ਬਹੁਤ ਆ ਤੇ ਉਹ 1 ਘੰਟਾ ਓਵਰ ਟਾਈਮ ਉਹਦਾ ਲੱਗ ਗਿਆ, ਦੈਟਸ ਫਾਈਨ। ਬਟ ਅਦਰਵਾਈਜ਼ ਉਹ ਵਾਪਸ ਰਿਪੋਰਟ ਉਸੇ ਟਾਈਮ ਤੇ ਕਰੂਗਾ ਜਿਸ ਟਾਈਮ ਤੇ ਉਹਨੇ ਅੱਜ ਕੀਤੀ ਆ। ਲੇਕਿਨ ਇੰਡੀਆ ਦੇ ਵਿੱਚ ਅਕਸਰ ਅਸੀਂ ਦੇਖਿਆ ਜਾਂਦਾ ਕਿ ਪੁਲਿਸ ਵਾਲਿਆਂ ਨੂੰ ਕੋਈ ਛੁੱਟੀ ਨਹੀਂ ਹੁੰਦੀ, ਪੰਜਾਬ 'ਚ ਤਾਂ ਖਾਸ ਕਰਕੇ ਨਹੀਂ ਹੁੰਦੀ। ਉਹਨਾਂ ਨੂੰ ਵਿਚਾਰਿਆਂ ਨੂੰ ਤੁਸੀਂ 24 ਘੰਟੇ ਖੜਾਈ ਰੱਖਦੇ ਹੋ। ਤੇ ਸੰਗਰੂਰ ਦੇ ਵਿੱਚ ਇੱਕ ਪੁਲਿਸ ਵਾਲਾ ਬੇਹੋਸ਼ ਹੋ ਕੇ ਡਿੱਗ ਵੀ ਪਿਆ ਸੀ, ਬਾਅਦ ਦੇ ਵਿੱਚ ਉਹਨੂੰ ਐਂਬੂਲੈਂਸ ਉੱਥੋਂ ਚੱਕ ਕੇ ਲੈ ਕੇ ਗਈ ਹੈ। ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਹੈ, ਅਸੀਂ ਦੇਖੋ ਅਸੀਂ ਇਹ ਤਾਂ ਸਮਝਦੇ ਆ ਵੀ ਹਾਂਜੀ ਉਹ ਇਸ ਤਰ੍ਹਾਂ ਕਰ ਰਹੇ ਆ, ਬਟ ਫਰਸਟ੍ਰੇਸ਼ਨ ਵੀ ਤਾਂ ਕਿਤੇ ਹੈ ਨਾ ਜੀ। ਤੁਸੀਂ ਲੋਕ ਤਾਂ ਖੜਾ ਦਿੱਤੇ ਬਟ ਤੁਸੀਂ ਉਹਨਾਂ ਨੂੰ ਨਾ ਤਾਂ ਅਵੇਅਰ ਕੀਤਾ, ਨਾ ਤੁਸੀਂ ਉਹਨਾਂ ਤੱਕ ਕੋਈ ਰਸਦ ਪਹੁੰਚਾਉਣ ਦਾ ਉਪਰਾਲਾ ਕੀਤਾ। ਹੁਣ ਉਹ ਕੀ ਕਰਨ? 24 ਆਵਰ ਤੁਸੀਂ ਦੇਖੋ ਆਪਾਂ ਘਰਾਂ 'ਚ ਬੈਠੇ ਆ, ਘਰਾਂ ਦੇ ਵਿੱਚ ਲੋਕਡਾਊਨ ਆ, ਬੱਚੇ ਬਾਹਰ ਜਾਣ ਨੂੰ ਮਤਲਬ ਕਹਿੰਦੇ ਨਾ ਪੰਜਾਬੀ 'ਚ ਕਹਾਵਤ ਆ ਰੱਸੇ ਤੜਾਉਂਦੇ ਆ ਵੀ ਬਾਹਰ ਸਾਨੂੰ ਕਦੋਂ ਕੱਢੋ ਤੁਸੀਂ, ਅਸੀਂ ਸੜਕ 'ਤੇ ਜਾਈਏ, ਅਸੀਂ ਘੁੰਮੀਏ, ਅਸੀਂ ਪਾਰਕ 'ਚ ਜਾਈਏ। ਜਦੋਂ ਅਸੀਂ ਘਰਾਂ 'ਚ ਇੰਨੇ ਆਰਾਮ ਸੁਵਿਧਾ ਦੇ ਵਿੱਚ ਬੈਠ ਕੇ ਅਸੀਂ ਉਕਤਾ ਜਾਂਦੇ ਹਾਂ ਤਾਂ ਬਾਹਰ ਜਿੱਥੇ ਤੁਸੀਂ ਖੜੇ ਰਹਿਣਾ 24 ਘੰਟੇ, ਤੁਹਾਨੂੰ ਲੱਗਦਾ ਵੀ ਸਰਕਾਰ ਇਹਦੇ ਬਾਰੇ ਕੁਝ ਕਰ ਸਕਦੀ ਹੈ ਜਾਂ ਕੁਝ ਕਰਨਾ ਚਾਹੀਦਾ? ਦੇਖੋ ਮੈਂ ਅਰਜ਼ ਕੀਤੀ ਹੈ ਕਿ ਤੁਸੀਂ 2-3 ਗੱਲਾਂ ਕਹੀਆਂ ਨੇ ਮੋਟੀਆਂ ਤੇ ਇੱਕ ਤਾਂ ਜਿਹੜੇ ਪੁਲਿਸ ਕਰਮਚਾਰੀ ਹਨਗੇ ਉਹਨਾਂ ਦੇ ਬਾਬਤ ਤੁਸੀਂ ਪ੍ਰਮਾਣ ਦਿੱਤੇ ਨੇ, ਆਪਣੇ ਕੁਝ ਖਿਆਲ ਰੱਖੇ ਨੇ। ਦੂਜਾ ਲੋਕਾਂ ਬਾਰੇ ਇਹ ਆਪਣੇ ਆਪ 'ਚ ਡਿਟੇਲ ਬੜੇ ਨੇ, ਕਿਉਂਕਿ ਲੋਕਾਂ ਨੇ ਦੇਖੋ ਇੱਕ ਪਿੰਡ ਹੈ, ਛੋਟਾ ਜਿਹਾ ਪਿੰਡ ਹੈ, ਉਹਦਾ ਮੈਂ ਵੀਡੀਓ ਦੇਖਿਆ, ਕੁਝ ਬਜ਼ੁਰਗ ਪੇੜ ਥੱਲੇ ਬੈਠੇ 5-6 ਬੈਠੇ ਨੇ, ਦੂਰ ਬੈਠੇ, ਕੋਈ ਜੱਫੀਆਂ ਪਾ ਕੇ ਵੀ ਨਹੀਂ ਬੈਠੇ। ਉਹਨਾਂ ਦੇ ਉੱਤੇ ਜਾ ਕੇ ਉੱਥੇ ਪੁਲਿਸ ਦਾ ਉਹਨਾਂ ਨੂੰ ਦੇਖ ਕੇ ਭੱਜਣਾ ਪਿਆ। ਇਹ ਕਿਉਂ ਭੱਜੇ ਨੇ? ਯਾਨੀ ਕਿ ਪੁਲਿਸ ਦੀ ਆਦਤ ਜਿਹੜੀ ਪੁਰਾਣੀ ਹੈ ਕਿ ਜਾਂਦਿਆਂ ਹੀ ਪਹਿਲਾਂ ਡੰਡਾ ਪਹਿਲਾਂ ਮਾਰਨਾ, ਪੁੱਛਣਾ ਬਾਅਦ ਚ ਹੈ। ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਆਪਣੇ ਪਿੰਡ ਦੀਆਂ ਬਜ਼ੁਰਗੀਆਂ ਨਾਲ ਗੱਲ ਕਰਨੀ ਨਹੀਂ ਆਉਂਦੀ, ਇਹ ਤਾਂ ਲਾਹਨਤ ਦੇ ਯੋਗ ਨੇ। ਇਹ ਬਦਨਸੀਬ ਨੇ, ਇਹ ਕਲੰਕ ਨੇ ਸਾਡੇ ਪੰਜਾਬ ਦੇ ਉੱਤੇ। ਜਾ ਕੇ ਕਹਿਣਾ ਚਾਹੀਦਾ ਜੀ ਬਜ਼ੁਰਗੋ, ਤੁਸੀਂ ਬੇਨਤੀ ਹੈ ਕਿ ਤੁਸੀਂ ਜਾਂ ਤਾਂ ਦੂਰ ਬੈਠੋ, ਬੜੀ ਮਿਹਰਬਾਨੀ ਕਿ ਤੁਸੀਂ ਦੂਰ ਬੈਠੇ ਹੋ, ਸ਼ੁਕਰਗੁਜ਼ਾਰ ਹਾਂ, ਪਰ ਸਾਡੀ ਬੇਨਤੀ ਹੈ ਕਿ ਤੁਸੀਂ ਘਰਾਂ 'ਚ ਜਾਓ ਜੀ। ਤੁਸੀਂ ਆਪਣੇ ਕੋਠੇ ਤੋਂ ਦੂਰੋਂ ਗੱਲ ਕਰ ਲਓ, ਪਰ ਬੇਨਤੀ ਹੈ ਤੁਸੀਂ ਬਾਹਰ ਨਾ, ਕਿ ਤੁਹਾਨੂੰ ਦੇਖ ਕੇ ਬੱਚਿਆਂ ਨੇ ਆਉਣਾ। ਇਹ ਤਰੀਕਾ ਹੁੰਦਾ ਪੁਲਿਸ ਵਾਲੇ ਦੇ, ਜਿਹਦੀ ਟ੍ਰੇਨਿੰਗ ਪੂਰੀ ਚੱਜ ਦੀ ਹੋਈ ਹੋਵੇ। ਇੱਥੇ ਸਿਫਾਰਸ਼ੀ ਤਾਂ ਪੁਲਿਸ ਵਾਲੇ ਭਰਤੀ ਹੋਏ ਹੁੰਦੇ ਨੇ। ਤੁਸੀਂ ਕਹਿੰਦੇ ਹੋ 9 ਘੰਟੇ ਜਿਹੜੇ ਕੰਮ ਕਰਦੇ ਆ। ਮੈਂ ਆਪਣੀ ਬੀਵੀ ਨੂੰ, ਜਿਹੜੀ ਐਮਬੈਸੀ 'ਚ ਕੰਮ ਕਰਦੀ ਹੈ, ਇਟਾਲੀਅਨ ਹੈ, ਉਹਨੂੰ ਮੈਂ ਦਿਨ 'ਚ ਫੋਨ ਨਹੀਂ ਕਰ ਸਕਦਾ। ਜੇ ਮੈਂ ਕਰਾਂ ਵੀ ਉਹ ਕਹੇਗੀ ਕਿ ਮੈਂ ਨਾ ਬਲਦੀਪ, ਮੈਂ ਤੁਹਾਨੂੰ ਮੈਂ ਲੰਚ ਵੇਲੇ ਫੋਨ ਕਰਾਂਗੇ, ਹਲੇ ਮੈਂ ਕੰਮ ਕਰ ਰਹੀ ਹਾਂ। ਯਾਨੀ ਕਿ ਮੇਰੀ ਆਦਤ ਬਣ ਗਈ, ਮੈਂ ਕਦੇ 9 ਤੋਂ 5 ਕਦੇ ਫੋਨ ਨਹੀਂ ਕੀਤਾ। ਆਪਣੇ ਬੰਦੇ ਦਾ ਰਾਸ਼ਨ ਕਰਦੇ, ਆਪਣੇ ਕੰਮ ਦਾ 9 ਤੋਂ 5 ਜਿਹੜਾ ਸਮਾਂ ਹੁੰਦਾ ਉਹ 24 ਘੰਟੇ ਕੀ 40 ਘੰਟੇ ਦਾ ਹੀ ਲੰਬਾ ਖੜਕਾਉਂਦੇ ਨੇ। ਪੈਂਡਿੰਗ ਫਾਈਲਾਂ ਤੁਸੀਂ ਦੇਖੋ, ਬੰਦਾ ਤਾਂ ਇਲਜ਼ਾਮ ਲਾ ਸਕਦਾ, ਕੰਮ ਹੀ ਨਹੀਂ ਕਰਦੇ। ਔਰ ਟ੍ਰੇਨਿੰਗ ਦੇ ਵਿੱਚ ਜਿਹੜੀ ਨਲਾਇਕੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਵਿੱਚ ਉਹਦੀ ਕਮੀ ਹੈ ਕਿ ਜਿਹੜੇ ਮੈਂ ਕਿਹਾ ਟੈਕਨੀਕਲ ਰਾਈਡਰ ਹੈ, ਉਹ ਕਮੀ ਅਸੀਂ ਗਿਣ ਸਕਦੇ ਹਾਂ। ਪਰ ਕੰਮ ਹੈ ਪ੍ਰੋਸਪੈਕਟਿਵ। ਅੱਗੇ ਕੀ ਕਰ ਸਕਦੇ ਹਾਂ? ਅੱਗੇ ਕਰ ਸਕਦੇ ਹਾਂ ਕਿ ਮੈਂ ਜਾਂ ਹੋਰ ਜਿੰਨੇ ਵੀ ਪਾਲਿਸੀ ਰਾਈਟਿੰਗ ਜਿਹੜੇ ਜਾਣਦੇ ਨੇ, ਐਨਾਲਿਸਿਸ ਜਾਂ ਰਿਸਰਚ ਜਾਣਦੇ ਨੇ, ਉਹ ਇਹਦੀ ਟੈਕਨੀਕਲ ਰਾਈਡਰ ਤਿਆਰ ਕਰ ਸਕਦੇ। ਜਿਵੇਂ ਮੈਂ ਅਰਜ਼ ਕੀਤਾ ਕਿ ਜੇ ਹੜ ਆ ਜੇ, ਉਹ ਮੁਲਾਜ਼ਮ ਕਿੱਦਾਂ ਤਿਆਰ ਰਹਿਣ, ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਾ ਹਿੱਸਾ ਹੋਣਾ ਚਾਹੀਦਾ। ਟੈਕਨੀਕਲ ਰਾਈਡਰਸ ਦੀ ਗੱਲ ਕਰ ਰਹੇ ਹੋ, ਪਰ ਸਰਕਾਰ ਕਿਸ ਤਰ੍ਹਾਂ ਦੇ ਕਦਮ ਚੁੱਕੇ, ਮਤਲਬ ਕਿਸ ਤਰ੍ਹਾਂ ਉਹਨੂੰ? ਹੁਣ ਦੇਖੋ, ਹੁਣ ਰਾਈਟ ਵੇ ਤਾਂ ਨਹੀਂ ਕੁਝ ਹੋ ਸਕਦਾ, ਰਾਈਟ ਵੇ ਯੂ ਕੈਨ ਨਾਟ ਟ੍ਰੇਨ ਐਨੀਬਾਡੀ। ਬਿਲਕੁਲ, ਯਾ, ਸੋ ਵਾਟ ਯੂ ਕੈਨ ਡੂ ਐਟ ਮਤਲਬ ਦਿਸ ਵੈਰੀ ਮੂਮੈਂਟ? ਜਿਹੜੀ ਸਭ ਤੋਂ ਪਹਿਲਾਂ ਜਿਹੜਾ ਮੈਂ ਚਿੱਠੀ ਜਿਹੜੀ ਇਸੇ ਕਰਕੇ ਲਿਖੀ ਸੀ ਕਿ ਪੁਲਿਸ ਨੂੰ ਇੰਨਾ ਕਹਿ ਦਿਓ। ਮੈਂ ਬੇਨਤੀ ਕੀਤੀ ਸੀ ਆਪਣੇ ਸਾਰੇ ਸਾਥੀਆਂ ਨੂੰ ਜਿਨੇ ਫੇਸਬੁੱਕ ਰਾਹੀਂ, ਆਪਣੇ YouTube ਰਾਹੀਂ ਮੇਰੇ ਨਾਲ ਜੁੜੇ ਹਨਗੇ ਔਰ ਸੋਸ਼ਲ ਮੀਡੀਆ ਰਾਹੀਂ, ਕਿ ਮੈਂ ਬੇਨਤੀ ਕੀਤੀ ਸੀ ਆਪਣੇ ਪਿੰਡਾਂ ਦੇ ਆਪਣੇ ਸਰਪੰਚਾਂ ਨੂੰ, ਪੰਚਾਂ ਨੂੰ
ਤੁਸੀਂ ਇਹ ਸੁਨੇਹਾ ਭੇਜੋ ਕਿ ਤੁਸੀਂ ਪੁਲਿਸ, ਆਪਣੇ ਪੁਲਿਸ ਵਾਲਿਆਂ ਨੂੰ ਕਹੋ, ਜਿਹੜਾ ਆਪਣੇ ਪਿੰਡਾਂ ਦੇ ਵਿੱਚ ਪੁਲਿਸ ਮੁਲਾਜ਼ਮ ਹੁੰਦੇ, ਆਪਣੇ ਰਿਸ਼ਤੇਦਾਰਾਂ ਚੋਂ ਕਈ ਹੁੰਦੇ ਨੇ, ਕੋਈ ਪੁਲਿਸ ਦੇ ਵਿੱਚ ਭਰਤੀ ਹੁੰਦਾ, ਤੁਸੀਂ ਸੁਨੇਹਾ ਘੱਲੋ ਭਾਈ ਕਿ ਤੁਸੀਂ ਲੋਕਾਂ ਤੋਂ ਦੂਰੀ ਬਣਾਓ, ਤੁਸੀਂ ਛੋਹਣਾ ਨਹੀਂ ਕਿਸੇ ਨੂੰ ਆਉਂਦਾ। ਇਹ ਚੰਦ ਮਿੰਟ ਲੱਗਦੇ। ਕੱਲ ਮੁੱਖ ਮੰਤਰੀ ਨੇ ਕਿਹਾ ਹੀ ਨਾ, ਇੱਕ ਬਿਆਨ ਦੇ ਵਿੱਚ ਕਿਹਾ ਸਾਰਾ ਪੰਜਾਬ ਦੇ ਵਿੱਚ ਸੁਧਰ ਕੇ ਬੰਦੇ ਜਿਹੜੇ ਆਪਣੇ ਆਪ ਨੂੰ ਆਫਰੇ ਫਿਰਦੇ ਸੀ ਵਰਦੀ ਪਾ ਕੇ। ਸੋ ਇਹ ਇਸੇ ਤਰ੍ਹਾਂ ਨਾਲ ਮੈਂ ਕਿਹਾ ਕਿ ਐਂਟੀਸਿਪੇਸ਼ਨ ਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਜੋਗੇ ਆ, ਕਿ ਸਾਡੇ ਕੋਲ ਕਿੰਨੇ ਕਾਂਡ ਹੋਏ ਨੇ, ਗੋਲੀਆਂ ਦੇ ਕਾਂਡ ਹੋਏ ਨੇ। ਮਾੜੀ ਮਾੜੀ ਗੱਲ ਤੇ ਜਿਹਦੇ ਕੋਲ ਬੰਦੂਕ ਹੈ ਗੋਲੀ ਚਲਾ ਦਿੰਦਾ, ਜਿਹਦੇ ਕੋਲ ਲਾਠੀ ਚਲਾ ਦਿੰਦਾ, ਜਿਹਦੇ ਕੋਲ ਉਹ ਨਾ ਹੋਵੇ ਜ਼ੁਬਾਨ ਖੋਲ ਕੇ ਗਾਲਾਂ ਚਲਾ ਦਿੰਦਾ। ਇਹ ਤਾਂ ਸਾਡੀ ਔਕਾਤ ਹੈ, ਇੰਨੀ ਤਾਂ ਸਾਡੇ ਜੋਗੇ ਅਸੀਂ। ਸਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਿ ਜੇ ਕੋਈ ਲਾਅ ਐਂਡ ਆਰਡਰ ਦੀ ਕੋਈ ਜਾਂ ਕਰਫਿਊ ਦੀ ਸਿਚੁਏਸ਼ਨ ਹੈ, ਟ੍ਰੇਨਿੰਗ ਤੁਸੀਂ ਦਿੱਤੀ ਨਹੀਂ, ਕੁਆਰੰਟੀਨ ਦਾ ਵੇਲਾ ਤੁਸੀਂ ਕਿਸੇ ਨੂੰ ਕਿਹਾ ਹੀ ਨਹੀਂ ਕਿ ਹੱਥ ਨਹੀਂ ਲਾਉਣਾ ਕਿਸੇ ਨੂੰ। ਕੋਈ ਵੀ ਬੰਦਾ ਮਰੀਜ਼ ਹੋ ਸਕਦਾ, ਕੋਈ ਵੀ ਬੰਦਾ ਬਾਹਰੋਂ ਆਇਆ ਹੋ ਸਕਦਾ, ਜਾਂ ਉਸਦਾ ਸਾਥੀ ਜਾਂ ਰਿਸ਼ਤੇਦਾਰ ਹੋ ਸਕਦਾ ਜਿਹੜਾ ਬਾਹਰੋਂ ਆਇਆ ਹੋ ਸਕਦਾ, ਵਾਇਰਸ ਲੱਦੀ ਹੋਵੇ। ਸੋ ਇਹ ਚੀਜ਼ਾਂ ਇਨਸਟਰਕਸ਼ਨਸ ਜਿਹੜੀਆਂ ਦਿੱਤੀਆਂ ਨੇ, ਮੈਂ ਅਗੇਨ ਸ਼ੁਕਰਗੁਜ਼ਾਰ ਹਾਂ ਕਿ ਮੁੱਖ ਮੰਤਰੀ ਨੇ ਕਿਹਾ ਹੈ, ਪੁਲਿਸ ਵਾਲਿਆਂ ਨੇ ਸੁਣਿਆ, ਔਰ ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਗੁਸਤਾਖੀਆਂ ਕੀਤੀਆਂ ਨੇ, ਜਿਨ੍ਹਾਂ ਨੇ ਵਰਦੀ ਪਾ ਕੇ ਕਾਨੂੰਨ ਤੋੜਿਆ, ਉਹਨਾਂ ਨੂੰ ਸਜ਼ਾ ਵੀ ਜਿਹੜੀ ਫੱਬਦੀ ਹੈ। ਜੇ ਕਿਸੇ ਨੂੰ ਲਾਈਨਸ ਵਿੱਚ ਭੇਜਿਆ ਜਾਂ ਕਿਸੇ ਨੂੰ ਸਸਪੈਂਡ ਵੀ ਕੀਤਾ ਹੋਏ ਜਾਂ ਡਾਂਟਿਆ ਹੋਵੇ ਜਾਂ ਕੋਈ ਜਿੱਦਾਂ ਵੀ ਉਹਨਾਂ ਨੇ ਕੀਤਾ, ਇਹ ਮੈਂ ਅੱਗੇ ਵੀ ਕਹਿਣਾ ਹੁੰਦਾ, ਜਿਵੇਂ ਸੁਲਤਾਨਪੁਰ ਲੋਧੀ ਵੀ ਜਿਹੜੇ ਇਹਨਾਂ ਨੇ ਨੁਕਸਾਨ ਕੀਤੇ ਨੇ, ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੈ, ਜਿਹੜਾ ਜਿਹਨੂੰ ਕਹੀਏ ਵਾਰ ਕ੍ਰਾਈਮ ਹੁੰਦਾ, ਜੇ ਜੰਗ ਹੋਵੇ, ਕਿਸੇ ਸਭਿਅਤਾ ਦਾ ਤੁਸੀਂ ਵਿਰਸਾ ਖਤਮ ਕਰ ਦਿਓ, ਤਬਾਹ ਕਰ ਦਿਓ। ਪਰ ਉਹ ਵੀ ਮੈਂ ਇਹੀ ਚਾਹਿਆ ਕਿ ਸਿਵਲ ਅਨਰੈਸਟ ਦੀ ਬਜਾਏ ਬਾਕਾਇਦਗੀ ਵਿੱਚ ਐਜ਼ ਐਨ ਇੰਸਟੀਟਿਊਸ਼ਨ ਉਹਦੀ ਰੈਪਰੀਮਾਂਡ ਹੋਣੀ ਚਾਹੀਦੀ ਹੈ। ਮੈਂ ਮਤਲਬ ਹੰਡਾ ਕੇ ਮੈਂ ਤਾਂ ਦੇ ਰਿਹਾ ਤੁਹਾਨੂੰ ਕਿ ਮੈਂ ਦੁੱਖ ਭੋਗਿਆ। ਮੈਨੂੰ ਵੀ 23-24 ਪੁਲਿਸ ਵਾਲਿਆਂ ਨੇ, ਮੈਂ ਤਾਂ ਹਾਸਿਆ ਸੀ, ਮੈਨੂੰ ਤਾਂ ਗੁੱਸਾ ਆਇਆ ਹੀ ਨਹੀਂ, ਉਹਨਾਂ ਦੇ ਤਰਸ ਆਇਆ ਸੀ ਮੈਨੂੰ, ਉਹਨਾਂ ਨੇ ਮੈਨੂੰ ਧੋਇਆ ਵੀ ਹੈ। ਲੇਕਿਨ ਕ੍ਰੋਧਿਤ ਹੋਣ ਦੀ, ਇਹਦੇ ਚ ਗੁੱਸੇ ਹੋਣ ਦੀ, ਆਫਰ ਕੇ ਗਾਲਾਂ ਕੱਢਣ ਦਾ ਕੀ ਮਤਲਬ ਹੈ? ਸੋ ਕਹਿਣ ਦਾ ਭਾਵ, ਜਿੱਥੇ ਪੁਲਿਸ ਵਾਲਿਆਂ ਦੀ ਵੀ ਕਮੀ ਹੈ, ਸਾਡੇ ਲੋਕਾਂ ਦੀ ਵੀ ਕਮੀ ਹੈ ਕਿ ਉਹ ਚੈਨ ਨਹੀਂ ਰੱਖਦੇ, ਉਹ ਜਾਂਦੇ ਨੇ, ਬਹਾਨਾ ਹੀ ਕਿਉਂ ਦੇਣਾ, ਤੁਸੀਂ ਨੇੜੇ ਕਿਉਂ ਜਾਂਦੇ ਹੋ? ਸੋ ਇਹ ਦੋਨਾਂ ਦੀ ਕਮੀ ਹੈ। ਮੈਂ ਸਮਝਦਾ ਕਿ ਜਿੱਥੇ ਪੁਲਿਸ ਕਰਮਚਾਰੀਆਂ ਦੀ ਤੇ ਹੋਲ ਸਿਵਲ ਐਡਮਿਨਿਸਟ੍ਰੇਸ਼ਨ ਦੀ ਕਮੀ ਹੈ ਉਹਨਾਂ ਦੀ ਤਿਆਰੀ ਦੇ ਵਿੱਚ, ਸਾਡੀ ਐਸੇ ਆਵਾਮ ਵੀ ਸਾਡੀ ਤਿਆਰੀ ਨਹੀਂ ਹੈ ਕਿ ਕੋਈ ਵਿਪਤਾ ਆਵੇ, ਕੱਲ ਨੂੰ ਮੰਨ ਲਓ ਕੋਈ ਜੰਗ ਲੱਗਦਾ ਹੈ, ਸਾਨੂੰ ਐਸੇ ਆਵਾਮ ਪਤਾ ਹੀ ਨਹੀਂ ਕਿ ਅਸੀਂ ਕਰਨਾ ਕੀ ਹੈ। ਅਸੀਂ ਤਾਂ ਇੰਨੇ ਖੁਦਗਰਜ਼ ਹੋ ਗਏ ਆ, ਸਾਨੂੰ ਆਪਣੇ ਪੈਸੇ ਬਟੋਰਨ ਤੋਂ ਇਲਾਵਾ, ਆਪਣੇ ਸਵਾਰਥ, ਆਪਣੀ ਪ੍ਰੋਪਰਟੀਆਂ ਬਣਾਉਣ ਤੋਂ, ਧਰਤੀ ਨੂੰ, ਪਾਣੀ ਨੂੰ ਦੂਸ਼ਿਤ ਕਰਨ ਤੋਂ, ਹਵਾ ਨੂੰ ਦੂਸ਼ਿਤ ਕਰਨ ਤੋਂ ਇਲਾਵਾ ਤਾਂ ਸਾਨੂੰ ਇਲਮ ਹੀ ਹੈ ਨਹੀਂ ਕੋਈ। ਇਨਸਾਨੀਅਤ ਅਸੀਂ ਜਾਣਦੇ ਨਹੀਂ। ਮਹਾਰਾਜ ਕਹਿੰਦੇ ਵੰਡ ਖਾਓ, ਉਹ ਵੰਡਣਾ ਤਾਂ ਸਾਨੂੰ ਜਾਣਦਾ ਹੀ, ਸਾਨੂੰ ਤਾਂ ਲੈਣਾ ਹੀ ਆਉਂਦਾ, ਦੇਣਾ ਤਾਂ ਆਉਂਦਾ ਹੀ ਨਹੀਂ ਹੈ। ਇੱਕ ਚੀਜ਼ ਮੈਨੂੰ ਅਖੀਰ ਦੇ ਵਿੱਚ ਹੋਰ ਦੱਸੋ, ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਕਾਫੀ ਹੋ ਗਿਆ। ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਵੀ ਤੁਸੀਂ ਇਸ ਸਮੇਂ ਇਟਲੀ ਦੇ ਵਿੱਚੋਂ, ਤੇ ਇਟਲੀ ਦੇ ਵਿੱਚ ਜਿਹੜੀਆਂ ਮੌਤਾਂ ਨੇ ਬਹੁਤ ਜ਼ਿਆਦਾ ਹੋਈਆਂ ਨੇ, ਔਰ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜ਼ਿਕਰ ਵੀ ਕੀਤਾ ਸੀ, ਔਰ ਮੈਂ ਵੀ ਦੇਖ ਰਿਹਾ ਸੀਗਾ, ਕਿਉਂਕਿ ਜਿਹੜੇ ਇਟਲੀ ਦੇ ਵਿੱਚ ਹੁਣ ਜਦੋਂ ਤੁਸੀਂ ਜਿਹੜੇ ਤੁਹਾਡੇ ਪਿਆਰ ਕਰਨ ਵਾਲੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਜਿੰਨੇ ਵੀ ਲੋਕ ਉੱਥੇ ਰਹਿੰਦੇ ਆ, ਬਹੁਤੇ ਪਰਿਵਾਰ ਜਿਹੜੇ ਆ ਉਹ ਆਪਣਿਆਂ ਨੂੰ ਮਤਲਬ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਵਿਦਾ ਵੀ ਨਹੀਂ ਕਰ ਸਕੇ। ਜੀ ਹਾਂ, ਬਹੁਤ ਹੀ ਦੁਖਦਾਈ ਗੱਲ ਹੈ। ਉਹ ਮਤਲਬ ਉਹ ਮੈਂ ਇਸ ਕਰਕੇ ਜਾਣਨਾ ਚਾਹੁੰਦਾ ਵੀ ਕਿਉਂਕਿ ਲੋਕ ਜਿਹੜੇ ਸੁਣ ਰਹੇ ਆ, ਐਟਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਡੀਲ ਕਿਸ ਚੀਜ਼ ਨਾਲ ਕਰ ਰਹੇ ਹਾਂ, ਵੀ ਹਾਊ ਐਗਜ਼ੈਕਟਲੀ ਆਲ ਥੀਸ ਥਿੰਗਸ ਆਰ ਹੈਪਨ। ਮਤਲਬ ਜਿਹੜੀਆਂ ਚੀਜ਼ਾਂ ਨੇ ਸਾਨੂੰ ਲੱਗਦਾ ਵੀ ਹਾਂ ਅਸੀਂ ਪ੍ਰੋਪਰ ਤੌਰ ਤੇ ਸੰਸਕਾਰ ਕਰ ਸਕਦੇ ਹਾਂ, ਵੀ ਕੈਨ ਨਾਟ ਡੂ ਦੈਟ ਐਨੀ ਮੋਰ। They will not allow you to go out there even to touch the body. I think you cannot touch it, right? ਨਹੀਂ, no, you cannot. ਇਹਦੇ ਚ ਬਹੁਤ ਹੀ ਸੰਗੀਨ ਔਰ ਬਹੁਤ ਹੀ ਗੰਭੀਰ ਇਹ ਤੁਸੀਂ ਵਿਸ਼ਾ ਛੇੜਿਆ ਹੈ, ਬਹੁਤ ਹੀ ਭਾਵਪਿੰਨਾ ਹੈ। ਔਰ ਮੈਂ ਆਪਣੇ ਹਲਕਾ ਵਾਸੀਆਂ ਨੂੰ ਕਹਿਣਾ ਚਾਹੁੰਦਾ, ਪੰਜਾਬੀਆਂ ਨੂੰ, ਭਾਵੇਂ ਜਿੱਥੇ ਵੀ ਪੰਜਾਬੀ, ਜੋ ਵੀ ਪੰਜਾਬੀ ਸਮਝਦਾ ਹੈ ਦੁਨੀਆ 'ਚ ਬੈਠਾ ਹੈ, ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਕਿ ਇਹ ਮਸਲਾ ਬਹੁਤ ਗੰਭੀਰ ਹੈ। ਇਟਲੀ ਦੇ ਵਿੱਚ ਖਾਸ ਕਰਕੇ ਦੇਖਣ 'ਚ ਆਇਆ ਕਿ ਪਹਿਲਾਂ ਤਾਂ ਲਾਸ਼ਾਂ ਸਾਂਭਣ ਲਈ ਥਾਂ ਨਹੀਂ ਰਿਹਾ। ਤੁਸੀਂ ਸੰਸਕਾਰ ਦੀ ਤਾਂ ਗੱਲ ਦੂਰ ਕਰੋ, ਫਿਰ ਜਿਹੜੇ ਇੱਥੇ ਕੋਰੋਨਰਸ ਹੁੰਦੇ ਨੇ, ਯਾਨੀ ਕਿ ਜਿਹੜੀ ਮ੍ਰਿਤਕ ਦੇਹ ਹੈ, ਜਿਹੜੀ ਲਾਸ਼ ਹੈ, ਉਸ ਦੀ ਜਿਹੜੀ ਤਿਆਰੀ ਕਰਦੇ ਨੇ ਸੰਸਕਾਰ ਵਾਸਤੇ, ਉਹਦੇ ਦਫਨ ਕਰਨ ਦੀ ਤਿਆਰੀ ਕਰਦੇ, ਉਹ ਕੋਰੋਨਰਸ ਉਹਨੂੰ ਕਹਿੰਦੇ ਨੇ, ਜਿਹਦਾ ਪੇਸ਼ਾ ਕੋਰੋਨਰ ਕਹਿਲਾਉਂਦਾ। ਉਹ 4 ਦਿਨ ਹੋਏ ਨੇ, ਇੱਕ ਕੋਰੋਨਰ ਦੀ ਵੀ ਡੈਥ ਹੋਈ ਹੈ। ਤੁਸੀਂ ਇਹ ਦੇਖੋ ਕਿ ਜਿਹੜਾ ਮਰੀਜ਼ ਆਪਣੇ ਸਵਾਸ ਛੱਡਦਾ ਹੈ,
ਉਹ ਮਰੀਜ਼ ਹੋਣ ਦਾ ਜਿਹੜਾ ਲਿਬਾਸ, ਜਿਹੜਾ ਗਾਊਨ ਹੈ ਨਾ, ਉਹ ਵੀ ਨਹੀਂ ਲਾਇਆ ਜਾਂਦਾ ਉਹਦੇ ਤੋਂ, ਕਿਉਂਕਿ ਉਹਦੇ ਉੱਤੇ ਵਾਇਰਸ ਹੀ ਵਾਇਰਸ ਹੁੰਦੇ ਨੇ, ਵਾਇਰਸ ਦੇ ਨਾਲ ਭਰਿਆ ਹੁੰਦਾ ਹੈ। ਰਿਸਰਚ ਕਰ ਲਈ ਹੈ, ਇਹ ਪਤਾ ਲੱਗ ਗਿਆ ਕਿ ਮ੍ਰਿਤਕ ਦੇਹ ਚੋਂ ਤਾਂ ਕਿਸੇ ਨੂੰ ਨਹੀਂ ਲੱਗਦਾ ਵਾਇਰਸ, ਲੇਕਿਨ ਜਿਹੜੇ ਲੀੜੇ ਉਸ ਮਰੀਜ਼ ਨੇ ਪਾਏ ਹੁੰਦੇ ਨੇ ਇਸ ਵਾਇਰਸ ਤੋਂ ਪੀੜਤ, ਉਹ ਖਾਨ ਹੁੰਦਾ ਹੈ ਇਸ ਵਾਇਰਸ ਦੀ, ਤੇ ਉਹਨੂੰ ਹੱਥ ਲਾਣਾ ਵਰਜ ਦਿੱਤਾ ਗਿਆ, ਕਿਉਂਕਿ ਕਈ ਕੋਰੋਨਰਸ, ਨਰਸਿਸ ਜਿਹੜੇ ਹੈਂਡਲ ਕਰਦੇ ਨੇ ਮ੍ਰਿਤਕ ਦੇਹਾਂ ਨੂੰ, ਉਹਨਾਂ ਨੂੰ ਇਹ ਬਿਮਾਰੀ ਯਾਨੀ ਕਿ ਵਾਇਰਸ ਚਿੰਬੜ ਚੁੱਕਾ ਹੈ। ਤੁਸੀਂ ਇਹ ਦੇਖੋ ਕਿ ਹਰ 10 ਜਿਹੜਾ ਪੀੜਤ ਹੈ ਇਟਲੀ ਦੇ ਵਿੱਚ, ਉਹਦੇ ਚੋਂ ਇੱਕ ਬੰਦਾ ਜਾਂ ਦੋ, 1.5 ਬੰਦਾ % ਜਿਹੜਾ ਉਹਦੇ ਚੋਂ 10ਵਾਂ ਜਾਂ 15ਵਾਂ ਹਿੱਸਾ 100 ਚੋਂ ਇਹ ਨਰਸ ਜਾਂ ਡਾਕਟਰਸ ਹਨਗੇ। 48 ਦੇ ਕਰੀਬ ਡਾਕਟਰ ਆਪਣੀ ਜਾਨ ਗਵਾ ਬੈਠੇ ਨੇ, ਨਰਸਾਂ ਦੀ ਤਾਂ ਗਿਣਤੀ ਹੋਰ ਹੈ। ਸੋ ਇਹ ਇੱਕ ਉਸੇ ਵੇਲੇ ਫੈਸਲਾ ਲੈ ਲਿਆ ਗਿਆ ਜਦੋਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਜਿਹੜੀ ਮ੍ਰਿਤਕ ਦੇਹ ਹੈ, ਜਾਂ ਜਿਹਨੂੰ ਲਾਸ਼ ਕਹਿ ਲਓ ਜਾਂ ਪਾਰਥਿਵ ਸਰੀਰ ਜਿਹਨੂੰ ਕਹਿੰਦੇ ਆ, ਜਿਹੜੀ ਭਾਸ਼ਾ ਵੀ ਤੁਸੀਂ ਸਮਝਦੇ ਹੋ, ਜਿਹੜਾ ਵੀ ਉਪ ਭਾਸ਼ਾ ਜਿਹੜੀ ਸਮਝਦੇ ਹੋ, ਉਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ। ਜਦੋਂ ਮ੍ਰਿਤਕ ਦੇਹ ਹੁੰਦੀ ਹੈ ਉਸੇ ਤਰ੍ਹਾਂ ਉਹਨੂੰ ਸੰਤੋਖ ਕੇ ਸਰੀਰ ਨੂੰ ਭੇਜ ਦਿੱਤਾ ਜਾਂਦਾ ਹੈ। ਕ੍ਰੇਮੋਨਾ ਵਰਗੇ ਸ਼ਹਿਰ ਦੇ ਵਿੱਚ ਤਾਂ ਦਫਨ ਕਰਨ ਲਈ ਥਾਂ ਵੀ ਹੈ ਨਹੀਂ, ਯਾਨੀ ਕਿ ਮੋਰਚਰੀ ਦੇ ਵਿੱਚ ਸਰੀਰ ਠੰਡੀ ਥਾਂ ਤੇ ਰੱਖਣ ਦੀ ਜਗ੍ਹਾ ਦੂਰ, ਉੱਥੇ ਕਬਰਸਤਾਨ ਦੇ ਵਿੱਚ ਜਗ੍ਹਾ ਹੈ ਨਹੀਂ, ਤੇ ਫੌਜ ਬੁਲਾ ਕੇ ਇੱਕ ਦਿਨ 'ਚ 70 ਸਰੀਰ 70 ਟਰੱਕਾਂ ਦੇ ਵਿੱਚ ਲੈ ਕੇ ਗਏ ਨੇ ਦੂਰ। ਔਰ ਤੁਸੀਂ ਦੇਖੋਗੇ ਜਿਹੜੇ ਕੋਰੋਨਰਸ ਹੁੰਦੇ ਨੇ ਉਹਦੇ ਲਈ ਵੀ ਵੇਟਿੰਗ ਹੈਗੀ ਹੈ, ਔਰ ਜਿਹੜੇ ਕੋਰੋਨਰਸ ਹਨਗੇ ਉਹੀ ਸਭ ਕੁਝ ਕਰਦੇ ਨੇ। ਆਖਰੀ ਕੀ ਹੈ, ਜੇ ਕੋਈ ਪੂਜਾ ਪਾਠ ਕਰਨਾ ਹੈ, ਉਹੀ ਵਿਚਾਰੇ ਪਾਦਰੀ ਬਣ ਰਹੇ ਨੇ। ਜਿਹੜਾ ਜੇ ਕਿਤੇ ਪਾਦਰੀ ਆਉਂਦਾ ਵੀ ਹੈ ਤੇ ਉਹ 10-15 ਕਦਮ ਦੂਰ ਖੜਾ ਹੋ ਕੇ ਆਪਣੀ ਉਹ ਜਿਹੜਾ ਉਹਦਾ ਜਿਹੜੀ ਵੀ ਪੋਥੀ ਹੈ ਉਹਦੇ ਚੋਂ ਪੜ੍ਹਦਾ ਹੈ, ਜਿਹੜਾ ਵੀ ਉਹਦੇ ਕੋਲ ਸ਼ਾਸਤਰ ਹੈ ਉਹ ਪੜ੍ਹ ਕੇ ਤੇ ਉਹਨੂੰ ਤੋੜਦੇ ਨੇ। ਰਿਸ਼ਤੇਦਾਰ ਆਮ ਤੌਰ ਤੇ ਦੇਖਿਆ ਗਿਆ ਜਿਹੜੇ ਮਰੀਜ਼ ਹਨਗੇ ਉਹ ਆਪ ਕੁਆਰੰਟੀਨ 'ਚ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਆਪ, ਕਿਉਂਕਿ ਜਿਹਦਾ ਘਰ ਦਾ ਪਿਆਰਾ ਜਿਹੜਾ ਬਿਮਾਰ ਸੀ, ਘਰ ਦੇ ਵਿੱਚ ਤਾਂ ਵਾਇਰਸ ਝੱਟ ਫੈਲਦਾ, ਇੱਕ ਪਰਿਵਾਰ ਦੇ ਵਿੱਚ ਤਾਂ ਇੱਕ ਪਲ ਵਿੱਚ ਫੈਲਦਾ ਅੱਗ ਵਾਂਗੂ। ਸੋ ਉਹ ਆਪ ਜਿਹੜੇ ਪਿਆਰ ਵਾਲੇ ਹੁੰਦੇ ਨੇ, ਜੇ ਕੋਈ ਮਾਂ ਪਿਓ ਹੈ ਜਾਂ ਬੱਚੇ ਨੇ ਜਾਂ ਭਰਾ ਭੈਣ ਹਨਗੇ ਜਾਂ ਪੋਤੇ ਪੋਤੀਆਂ, ਦੋਤੇ ਦੋਤੀਆਂ, ਭਤੀਜੇ ਭਤੀਜੀਆਂ, ਭਾਂਜੇ ਭਾਂਜੀਆਂ, ਜਿੰਨੇ ਵੀ ਰਿਸ਼ਤੇਦਾਰ ਹਨਗੇ, ਇਹ ਜਿਹੜੇ ਮ੍ਰਿਤਕ ਦੇਹ ਹੈ, ਉਸ ਜਿਹੜਾ ਪੁਰਖ ਜਿਹੜਾ ਜਿਹਨੇ ਸਵਾਸ ਤਿਆਗੇ ਨੇ, ਉਹਨਾਂ ਚੋਂ ਕੋਈ ਵੀ ਨਹੀਂ ਆ ਸਕਦਾ। ਇਹ ਇਹੋ ਜਿਹਾ ਵੇਲਾ ਸਾਥੀਓ, ਇਹ ਪੰਜਾਬ ਨਿਵਾਸੀਓ, ਇਹਦੀ ਗੰਭੀਰਤਾ ਸਮਝੋ ਕਿ ਆਪਣੇ ਤਾਂ ਇੰਨੇ ਇੰਤਜ਼ਾਮ ਹੈ ਨਹੀਂ, ਆਪਣੇ ਤਾਂ ਕੋਈ ਕੋਰੋਨਰਸ ਦੀ ਸਿਸਟਮ ਨਹੀਂ ਹੈਗਾ। ਸਾਡੇ ਤਾਂ ਕਬਰਸਤਾਨ 'ਚ ਇੱਕ ਬੰਦਾ ਹੁੰਦਾ ਹੈ, ਉਹਦੇ ਕੋਲ ਅਸੀਂ ਆਪ ਮੋਢਿਆਂ ਤੇ ਸਰੀਰ ਲੈ ਕੇ ਜਾਂਦੇ ਆ। ਸਾਡੇ ਇੱਥੇ ਕਿੱਥੇ ਇੰਤਜ਼ਾਮ ਹੋਣਗੇ? ਤੁਸੀਂ ਆਪਣੀਆਂ ਸ਼ਮਸ਼ਾਨ ਘਾਟ ਦੀਆਂ ਐਂਬੂਲੈਂਸਾਂ ਕਿੰਨੀਆਂ ਹੁੰਦੀਆਂ ਨੇ, ਹਸਪਤਾਲਾਂ ਦੀਆਂ ਸਾਰੀਆਂ ਮਿਲਾ ਲਓ। ਜੇ ਇਦਾਂ ਦੀ ਜਾਨਾਂ, ਇਸ ਗਿਣਤੀ 'ਚ ਜਾਨਾਂ ਜਾਣ ਲੱਗ ਗਈਆਂ, ਤੇ ਤੁਸੀਂ ਦੇਖੋ ਸਾਡੇ ਕੋਲ ਤਾਂ ਲਾਸ਼ਾਂ ਸਾਂਭਣ ਦਾ ਥਾਂ ਨਹੀਂ ਹੋਣਾ। ਮ੍ਰਿਤਕ ਦੇਹਾਂ ਨੂੰ ਸੰਤੋਖੇਗਾ ਕੌਣ? ਉਹਨਾਂ ਦੀ ਤਿਆਰੀ ਕੌਣ ਕਰੇਗਾ? ਉਹਨਾਂ ਨੂੰ ਸ਼ਮਸ਼ਾਨ ਘਾਟ ਲੈ ਕੇ ਕੌਣ ਜਾਏਗਾ? ਕਬਰਸਤਾਨ ਲੈ ਕੇ ਕੌਣ ਜਾਏਗਾ? ਉੱਥੇ ਦਫਨ ਕੌਣ ਕਰੇਗਾ? ਔਰ ਜਦੋਂ ਇਹ ਫੈਲ ਗਈ ਨਾ ਗੱਲ ਕਿ ਮ੍ਰਿਤਕ ਦੇਹ ਦੇ ਉੱਤੇ, ਲੀੜਿਆਂ ਦੇ ਉੱਤੇ ਵਾਇਰਸ ਚਿੰਬੜਿਆ, ਤੁਸੀਂ ਦੇਖੋ ਸ਼ਮਸ਼ਾਨ ਘਾਟ ਦੇ ਬੰਦਿਆਂ ਨੇ ਤਾਲੇ ਲਾ ਕੇ ਭੱਜਣਾ, ਆਪ ਕਿੱਥੋਂ ਲੱਭਾਂਗੇ ਅਸੀਂ? ਸੋ ਇਸੇ ਕਰਕੇ ਤੁਸੀਂ ਇਹਦੇ ਸ਼ੇਖੀ ਨਾ ਮਾਰੋ, ਪਰਹੇਜ਼ ਤੁਸੀਂ ਕਰੋ। ਜਿਹੜੀ ਸਰਕਾਰ ਔਰ ਜਿੰਨੇ ਵੀ ਵੱਡੇ ਵਡੇਰੇ ਹਨਗੇ ਆਪਣੇ ਕੌਮ ਔਰ ਆਪਣੇ ਪੰਜਾਬ ਦੇ ਵਿੱਚ, ਭਾਵੇਂ ਉਹ ਸਰਕਾਰ ਛੱਡਗੇ, ਸਰਕਾਰੋਂ ਬਾਹਰ ਹਨਗੇ, ਉਹ ਸਟੇਟ ਆਫੀਸ਼ੀਅਲਸ ਹਨਗੇ ਜਾਂ ਵੈਸੇ ਨਾਨ ਪ੍ਰੋਫਿਟ ਸੈਕਟਰ 'ਚ ਜਿੰਨੇ ਵੀ ਸ਼ੁਭ ਚਿੰਤਕ ਹਨਗੇ, ਪੰਜਾਬ ਦੇ ਹਿਤੈਸ਼ੀ ਹਨਗੇ, ਜਿਹੜੇ ਵੀ ਪੱਤਰਕਾਰ ਹਨਗੇ, ਜਿਹੜੇ ਚਿੰਤਾ ਕਰ ਰਹੇ ਨੇ ਔਰ ਫਿਕਰ ਇਜ਼ਹਾਰ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਜਿੱਥੇ ਜਿੱਥੇ ਵੀ ਬੈਠੇ ਨੇ ਦੁਨੀਆ 'ਚ, ਕਿ ਵੀ ਲੋਕਾਂ ਨੂੰ ਸਮਝ ਆ ਜੇ ਦੂਜਿਆਂ ਦੇ ਸਬਕ ਕੋਲੋਂ ਅਸੀਂ ਜੇ ਸਿੱਖੀਏ। ਇਟਲੀ 'ਚ ਕੀ ਹੋਇਆ, ਉਹਨਾਂ ਨੇ ਕਿਵੇਂ ਨਜਿੱਠਿਆ, ਅਸੀਂ ਕੀ ਸਬਕ ਲੈ ਸਕਦੇ ਹਾਂ? ਉਹਨਾਂ ਨੇ ਦੂਰੀਆਂ ਰੱਖਣ ਨੂੰ ਕਿਹਾ ਤੇ ਕਿਉਂ ਕਿਹਾ? ਅਸੀਂ ਲਾਹਾ ਕੀ ਖੱਟ ਸਕਦੇ ਹਾਂ? ਉਹਨਾਂ ਦੇ ਕੋਲ ਮੁਸੀਬਤ ਆ ਗਈ ਅਣਗਹਿਲੀ ਕਰਕੇ, ਅਸੀਂ ਕਿਵੇਂ ਅਣਗਹਿਲੀ ਨਹੀਂ ਵਰਤ ਸਕਦੇ ਹਾਂ? ਇਹ ਸਾਨੂੰ ਸਬਕ ਲੈਣੇ ਹੋਣਗੇ ਦੋਸਤੋ। ਜੇ ਨਾ ਲਏ ਤੇ ਸਾਥੋਂ ਤੁਹਾਥੋਂ ਬਰਦਾਸ਼ਤ ਤੋਂ ਪਰੇ ਦੀ ਗੱਲ ਹੈ। ਭਾਰਤ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਸਬਕ ਲੈਣ ਦੀ ਲੋੜ ਨਹੀਂ ਹੈ। ਮੇਰਾ ਖਿਆਲ ਜਿੰਨੇ ਵੀ ਦੁਨੀਆ ਦੇ ਵਿੱਚ, ਖਾਸ ਕਰਕੇ ਮੈਂ ਇੰਗਲੈਂਡ ਦੇ ਪੰਜਾਬੀਆਂ ਨੂੰ ਵੀ ਇਹ ਗੱਲ ਕਹਿਣਾ ਵੀ ਤੁਸੀਂ ਵੀ ਸੁਧਰੋ। ਹੁਣ ਘਰਾਂ 'ਚ ਬੈਠਣ ਦਾ ਟਾਈਮ ਹੈ। ਹੁਣ ਕਹਿੰਦੇ ਨੇ ਦਿਹਾੜੀਆਂ ਲਾਉਣ ਦਾ ਜਾਂ ਕੰਮਾਂ ਤੇ ਜਾ ਕੇ ਕਹਿੰਦੇ ਨੇ ਪੈਸੇ ਕਮਾਉਣ ਦਾ ਟਾਈਮ ਨਹੀਂ ਹੈ। ਬਿਲਕੁਲ ਜੀ ਬਲਦੀਪ ਸਿੰਘ ਜੀ, ਬਿਲਕੁਲ ਇਹ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਗੰਭੀਰ ਵੇਲਾ। ਅਫਜ਼ਾਲ ਜੀ ਤੁਸੀਂ ਯਾਦ ਕੀਤਾ, ਮੈਂ ਸ਼ੁਕਰਗੁਜ਼ਾਰ ਹਾਂ।
ਨਹੀਂ ਥੈਂਕ ਯੂ ਕੀ ਇਹਦੇ ਕਿਉਂਕਿ ਤੁਹਾਡੇ ਕੋਲ ਬੜੀ ਜਾਣਕਾਰੀ ਸੀ ਜਿਹੜੀ ਤੁਸੀਂ ਸ਼ੇਅਰ ਕੀਤੀ ਹੈ ਸਾਰਿਆਂ ਦੇ ਨਾਲ। ਮੈਂ ਸਮਝਦਾ ਵੀ ਅਗਰ ਅਸੀਂ ਇਹਦੀ ਸੂਖਮਤਾ ਨੂੰ ਸਮਝ ਲਈਏ ਨਾ, ਜਿੰਨਾ ਸੂਖਮ ਵਾਇਰਸ ਹੈ, ਕਿਉਂਕਿ ਇਹਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਇਹਨੂੰ ਮਾਈਕਰੋਸਕੋਪ ਰਾਹੀਂ ਵੀ ਨਹੀਂ ਦੇਖਿਆ ਜਾ ਸਕਦਾ, ਤੁਸੀਂ ਆਪਾਂ ਸੋਚੀਏ ਹੈ ਨਾ। ਸੋ ਇਸ ਕਰਕੇ ਬਿਲਕੁਲ ਅਗਰ ਔਰ ਦੇਖੋ ਜਿਹੜਾ ਅੱਖਾਂ ਨਾਲ ਨਾ ਡਿਠਿਆ ਜਾਵੇ, ਵੱਡੀਆਂ ਵੱਡੀਆਂ ਸੁਪਰ ਪਾਵਰਾਂ ਆਪਣੇ ਆਪ ਨੂੰ ਸੁਪਰਮੈਨ ਕਹਿੰਦੇ ਬੰਦਿਆਂ ਦੀ ਬੋਲਤੀ ਬੰਦ ਕਰ ਗਿਆ ਜੀ। ਇਹ ਵਾਇਰਸ ਦੇਖੋ ਕਿਹੋ ਜੀ ਹੋਣੀ ਹੈ। ਦੇਖੋ ਦੁਨੀਆ ਚ ਹੁਣ ਇਸ ਦੀ ਮਾਰ ਦੇ ਵਿੱਚ ਆ ਪਹਿਲੀ ਵਾਰ ਅਵਤਾਰ ਜੀ ਦੁਨੀਆ 'ਚ ਇਹ ਵਿਸ਼ਵ ਯੁੱਧ ਜਿਹਨੂੰ ਅਸੀਂ ਤੀਜਾ ਵਿਸ਼ਵ ਯੁੱਧ ਕਹਿੰਦੇ ਸੀ ਨਾ ਕਿ ਹੋਊਗਾ, ਖਬਰੇ ਦੇਸ਼ ਲੜਨਗੇ, ਖਬਰੇ ਰੂਸ ਤੇ ਅਮਰੀਕਾ ਲੜੂ ਜੀ ਕੋਲਡ ਵਾਰ ਦੇ ਦੌਰਾਨ। ਫਿਰ ਕਹਿੰਦੇ ਜੀ ਨਹੀਂ ਜੀ ਚੀਨ ਤੇ ਅਮਰੀਕਾ ਦੀ ਲੜਾਈ ਹੋ ਜੂ, ਨਹੀਂ ਜੀ ਨਹੀਂ ਚੀਨ ਤੇ ਹਿੰਦੁਸਤਾਨ ਲੜ ਪੈਣਗੇ, ਨਹੀਂ ਹਿੰਦੁਸਤਾਨ ਪਾਕਿਸਤਾਨ ਜੇ ਲੜ ਗਏ ਤੇ ਵਿਸ਼ਵ ਯੁੱਧ ਹੋ ਜੂ ਪੂਰੀ ਦੁਨੀਆ ਦਾ। ਉਹ ਇਹ ਦੇਖੋ ਵਾਇਰਸ ਨੇ ਇਹੋ ਜਿਹਾ ਵਿਸ਼ਵ ਯੁੱਧ, ਤੇ ਮੈਂ ਇਹਨੂੰ ਤੀਜਾ ਵਿਸ਼ਵ ਯੁੱਧ ਕਹਿਣਾ ਕਿਉਂਕਿ ਵਿਸ਼ਵ ਯੁੱਧ ਦੂਜੇ ਤੋਂ ਬਾਅਦ ਚ ਇਟਲੀ ਦੀਆਂ ਗਲੀਆਂ ਏਦਾਂ ਸੁਨਸਾਨ ਪਹਿਲੀ ਵਾਰ ਹੋਈਆਂ ਪੂਰੀ ਦੁਨੀਆ ਦੇ ਵਿੱਚ। ਮੱਕਾ ਦੇਖੋ ਖਾਲੀ ਹੈ, ਵੈਟੀਕਨ ਖਾਲੀ ਹੈ, ਧਰਮ ਸਥਾਨ ਸਾਰੇ ਬੰਦ ਨੇ। ਸਾਰੇ ਜਿਹੜੇ ਆਪਣੇ ਆਪ ਨੂੰ ਟੋਣੇ ਟੋਟ ਕੇ ਕਰਦੇ ਜੀ ਰੱਬ ਦੀ ਫਲਾਣੇ ਦੀ ਪੂਜਾ ਕਰੋ, ਆਹ ਹੋ ਜੂ ਚਮਤਕਾਰ। ਜਿੰਨੇ ਚਮਤਕਾਰੀ ਪੁਰਖ ਨੇ ਸਾਰੇ ਆਪਣੀ ਬੋਲਤੀ ਬੰਦ ਕਰਕੇ ਘਰੇ ਬੈਠੇ ਨੇ। ਸੋ ਕਹਿਣ ਦਾ ਭਾਵ ਹੈ ਇਹੋ ਜਿਹਾ ਕਹਿਰ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਇਆ। ਔਰ ਦੇਖੋ ਸਪੈਨਿਸ਼ ਫਲੂ 1918 ਦੀ ਫੈਲੀ, ਜਾਂ ਪਲੇਗ ਆਪਣੇ ਪੰਜਾਬ 'ਚ 1905 ਚ ਫੈਲੀ। ਇਹ ਸਾਰੇ ਰੀਜਨਲ ਵਿਪਤੀ ਜਿਹਨੂੰ ਕਹਿੰਦੇ ਵਿਪਤਾ ਸੀ, ਇਹ ਜਿਹੜੇ ਹਾਂਜੀ ਇਹ ਜਿਹੜੇ ਪੈਂਡੇਮਿਕ ਜਾਂ ਐਪੀਡੈਮਿਕ ਸੀਗੇ। ਲੇਕਿਨ ਅੱਜ ਇਹ ਪਹਿਲੀ ਵਾਰ ਉਸ ਦੌਰ ਵਿੱਚ ਜਦੋਂ ਤੁਸੀਂ ਦੇਖੋ ਜੇ ਵੂਹਾਨ ਵਿੱਚ ਜੇ ਵਾਇਰਸ ਫੈਲਿਆ, ਉੱਥੇ ਦਾ ਬੰਦਾ ਲੈ ਕੇ ਕੁਦਰਤੀ ਅਚਨਚੇਤ ਨਾ ਜਾਣਦਿਆਂ ਹੋਇਆਂ ਇਨਐਡਵਰਟੈਂਟ ਜਿਹਨੂੰ ਕਹਿੰਦੇ ਆ, ਉਹ ਕ੍ਰਾਸ ਪੋਲੀਨੇਸ਼ਨ ਕਰਦੇ ਆ। ਇੱਕ ਦਿਨ ਦੇ ਵਿੱਚ ਕਿੰਨੇ ਹਜ਼ਾਰ ਮੀਲ ਜਹਾਜ਼ ਰਾਹੀਂ ਤੁਰ ਕੇ ਦੂਜੇ ਦੇਸ਼ 'ਚ ਲੈ ਗਿਆ। ਇਹ ਇਸ ਯੁੱਗ ਵਿੱਚ, ਜਹਾਜ਼ਾਂ ਦੇ ਯੁੱਗ ਵਿੱਚ, ਜਦੋਂ ਟਰਾਂਸਪੋਰਟੇਸ਼ਨ ਇਨਸਟੈਂਟੇਨੀਅਸ ਹੈਗੀ, ਇਨਫੋਰਮੇਸ਼ਨ ਸਕਿੰਟਾਂ ਵਿੱਚ ਪਹੁੰਚਦੀ ਹੈ, ਬੰਦਾ ਕੁਝ ਮਿੰਟਾਂ ਜਾਂ ਘੰਟਿਆਂ ਦੇ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ, ਇੱਕ ਦੁਨੀਆ ਦੇ ਕੋਨੇ 'ਚ ਦੂਜੇ 'ਚ ਜਾ ਸਕਦਾ। ਇਸ ਦੁਨੀਆ ਦੇ ਮਾਡਰਨ ਯੁੱਗ, ਇਹੋ ਜਿਹੇ ਯੁੱਗ ਵਿੱਚ ਇਹ ਪਹਿਲੀ ਵਾਰ ਇੱਕ ਐਪੀਡੈਮਿਕ, ਜਿਹੜਾ ਇੱਕ ਐਪੀਡੈਮਿਕ ਰਹਿਣਾ ਸੀ, ਇਹ ਗਲੋਬਲ ਪੈਂਡੇਮਿਕ ਪਹਿਲੀ ਵਾਰ ਐਲਾਨ ਦਿੱਤਾ ਗਿਆ ਹੈ। ਔਰ ਜਿੰਨੇ ਦੁਨੀਆ ਦੇ ਜਿੰਨੇ ਜਿਹਨੂੰ ਕਹੀਏ ਦੇਸ਼ ਹਨਗੇ, ਭਾਵੇਂ ਡਿਵੈਲਪਡ ਕੰਟਰੀਜ਼ ਹੈ ਭਾਵੇਂ ਅੰਡਰ ਡਿਵੈਲਪਡ ਕੰਟਰੀਜ਼ ਹੈ, ਜਿਵੇਂ ਕਹਿੰਦੇ ਰੱਬ, ਜੇ ਮੈਂ ਕਹਿ ਸਕਾਂ ਕਿ ਰੱਬ ਜਿਵੇਂ ਫਰਕ ਨਹੀਂ ਕਰਦਾ ਵੱਡੇ ਤੇ ਛੋਟੇ ਦਾ, ਕਾਲੇ ਤੇ ਗੋਰੇ ਦਾ, ਅਮੀਰ ਤੇ ਗਰੀਬ ਦਾ। ਜਿਹਨੂੰ ਜਨਮ ਦੇਣਾ ਉਹਨੂੰ ਜਨਮ ਦਿੰਦਾ ਹੈ, ਜਿਹਨੂੰ ਅੰਨ ਦੇਣਾ ਅੰਨ ਦਿੰਦਾ ਹੈ, ਜਿਹਨੂੰ ਉਹਨੇ ਮੌਤ ਦੇਣੀ ਹੈ ਉਹ ਮੌਤ ਦਿੰਦਾ, ਜਿੰਨੇ ਸਵਾਸ ਦੇਣੇ ਉਹ ਦਿੰਦਾ ਹੈ। ਇਹ ਵਾਇਰਸ ਵੀ ਇਦਾਂ ਦਾ ਹੀ ਹੈ। ਇਹ ਨਹੀਂ ਪਰਹੇਜ਼ ਕਰਦਾ, ਇਹ ਨਹੀਂ ਗੁਰੇਜ਼ ਕਰਦਾ ਕਿ ਇਹ ਬਹੁਤ ਵੱਡਾ ਸਿਆਸਤਦਾਨ ਹੈ ਜਾਂ ਇਹ ਤਾਂ ਬਹੁਤ ਗਰੀਬ ਹੈ, ਇਹ ਤਾਂ ਬਹੁਤ ਅਮੀਰ ਹੈ, ਇਹ ਤਾਂ ਬੜਾ ਕੰਗਾਲ ਹੈ, ਇਹ ਖੜਾ ਲਾਲ ਰੰਗ ਦਾ ਹੈ, ਕਾਲੇ ਰੰਗ ਦਾ, ਗੋਰੇ ਰੰਗ ਦਾ। ਨਾ, ਉਹ ਵੀ ਉਦਾਂ ਹੀ ਰੱਬ ਵਾਂਗੂ ਹੀ ਹੈ। ਜੇ ਚਿੰਬੜਦਾ ਹਰੇਕ ਨੂੰ ਚਿੰਬੜਦਾ, ਕਿਸੇ ਨੂੰ ਵੀ ਚਿੰਬੜ ਸਕਦਾ ਹੈ। ਸੋ ਇਹ ਪਹਿਲੀ ਵਾਰ ਸਾਰੀ ਦੁਨੀਆ ਇਕੱਠੇ ਹੋ ਕੇ ਇਸ ਵਾਇਰਸ ਦੇ ਰਾਹੀਂ, ਵਾਇਰਸ ਦੇ ਨਾਲ ਨਜਿੱਠ ਰਹੀ ਹੈ, ਉਹਦੇ ਨਾਲ ਜੰਗ ਕਰ ਰਹੀ ਹੈ। ਇਹ ਬੜਾ ਅਜਬ, ਇਹ ਮੈਨੂੰ ਲੱਗਦਾ ਤੀਜਾ ਵਿਸ਼ਵ ਯੁੱਧ ਗਿਣਿਆ ਜਾਊਗਾ, ਕਿਉਂਕਿ ਸਾਰਾ ਵਿਸ਼ਵ ਇਸ ਵਾਇਰਸ ਦੇ ਨਾਲ ਯੁੱਧ ਕਰ ਰਿਹਾ ਹੈ। ਔਰ ਇਹਦੇ ਨਾਲ ਬਾਇਓਲੋਜੀਕਲ ਜਿਹੜੀ ਵਾਰਫੇਅਰ ਹੈ, ਉਹਦੇ ਬਾਰੇ ਸਾਨੂੰ ਕੈਮੀਕਲ ਵਾਰਫੇਅਰ ਦਾ ਤਾਂ ਆਪਾਂ ਨੂੰ ਕਈ ਵਾਰ ਪਤਾ ਲੱਗ ਜਾਂਦਾ, ਕਿਤੇ ਜੀ ਫਲਾਣੀ ਸਰਕਾਰ ਨੇ ਤੇਜ਼ਾਬ ਗੇਰਤਾ, ਕਲੋਰੀਨ ਗੇਰਤੀ, ਗੈਸ ਫੇਰਤੀ, ਜਾਂ ਟੀਅਰ ਗੈਸ। ਇਹ ਸਾਰੇ ਜਿਹਨੂੰ ਕਹਿੰਦੇ ਆ ਕੈਮੀਕਲ ਵਾਰਫੇਅਰ ਦੀ ਹੁੰਦੀ ਹੈ। ਟੀਅਰ ਗੈਸ ਵੀ ਕੈਮੀਕਲ ਵਾਰਫੇਅਰ ਦਾ ਹਿੱਸਾ ਹੈ, ਲੇਕਿਨ ਉਹ ਸਿਰਫ ਕਿ ਅੱਖਾਂ 'ਚ ਅਥਰੂ ਲਿਆਉਂਦਾ ਹੈ। ਇਹ ਬਾਇਓਲੋਜੀਕਲ ਜਿਹੜੀ ਵਿਪਤਾ ਹੈ, ਇਹ ਤਾਂ ਹਲੇ ਐਨਾਲਿਸਿਸ ਹੋਣਗੇ ਆਇਆ ਕਿੱਥੋਂ ਕਿੱਦਾਂ ਹੈ। ਭਾਵੇਂ ਕਹਿੰਦੇ ਨੇ ਕਿ ਕਿਸੇ ਬੰਦੇ ਨੇ ਨਹੀਂ ਬਣਾਇਆ, ਇਹ ਕਹਿ ਰਹੇ ਨੇ ਕਿ ਵੀ ਇਹ ਨੈਚੁਰਲ ਹੈਗਾ, ਪਰ ਇਹ ਫੈਲਿਆ ਕਿਵੇਂ, ਕਿੱਦਾਂ ਸੀ, ਇਹ ਐਕਸੀਡੈਂਟ ਸੀ ਜਾਂ ਜਾਣ ਕੇ ਸੀ, ਇਹ ਤਾਂ ਹਲੇ ਰਿਸਰਚਾਂ ਜਾਂ ਹੋਣਗੀਆਂ, ਖਬਰੇ ਪਤਾ ਲੱਗੇ ਨਾ ਪਤਾ ਲੱਗੇ, ਪਰ ਉਹਦਾ ਅਸਰ ਸਾਡੀ ਸਾਰੀ ਦੁਨੀਆ ਸਾਹਮਣੇ ਹੈ। ਇਹ ਬਹੁਤ ਆਪਣੇ ਆਪ 'ਚ ਤਵਾਰੀਖ ਦੇ ਵਿੱਚ, ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਹੈ ਅੱਖਰ ਗਿਣਿਆ ਜਾਣਾ। ਕਿਉਂਕਿ ਮਹੀਨੇ, ਕੋਈ ਦੇਖੋ ਹਿੰਦੁਸਤਾਨ ਪਾਕਿਸਤਾਨ ਦਾ ਜੰਗ ਹੋਇਆ ਕੁਝ ਦਿਨਾਂ ਦਾ ਹੀ ਸੀ, ਕੁਝ ਘੰਟਿਆਂ ਦਾ ਸੀ। ਹਿੰਦੁਸਤਾਨ ਚੀਨ ਦਾ ਜੰਗ ਹੋਇਆ ਕੁਝ ਘੰਟਿਆਂ ਦਾ ਸੀ, ਕੁਝ ਦਿਨਾਂ ਦਾ ਸੀ। ਇਹ ਤਾਂ ਮਹੀਨੇ ਹੀ ਹੋ ਗਏ। ਤਾਂ ਵੱਡੇ ਵੱਡੇ ਯੁੱਧ ਕਈ ਮਹੀਨੇ ਚੱਲਦੇ ਹੁੰਦੇ ਨੇ। ਔਰ ਜਿੱਦਾਂ ਇਟਲੀ ਦੇ ਵਿੱਚ ਆ ਗਿਆ ਕਿ 7-8 ਮਹੀਨੇ ਇਹਦਾ ਅਸਰ ਰਹਿ ਸਕਦਾ ਜਾਂ ਜੰਗ। ਔਰ ਜਿੱਦਾਂ ਦੁਨੀਆ 'ਚ ਵੇਵ, ਇੱਕ ਜਿਵੇਂ ਬੱਦਲ ਘੁੰਮਦਾ ਜਾਂਦਾ ਹੁੰਦਾ, ਇਹ ਫੇਰੀ ਮਾਰਦਾ ਪਿਆ ਪੂਰੀ ਦੁਨੀਆ 'ਚ ਜੀ। ਔਰ ਜਿੱਥੇ ਫੇਰੀ ਮਾਰ ਰਿਹਾ, ਇਹ ਪਤਾ ਨਹੀਂ ਕਦੋਂ ਇਹਨੇ ਮੁੱਕਣਾ। ਚੀਨ ਦੇ ਵਿੱਚ ਜਿਹੜਾ ਉੱਥੇ ਦਾ ਰਾਸ਼ਟਰਪਤੀ ਜਾਂ ਜਿਹਨੂੰ ਪ੍ਰੀਮੀਅਰ ਹੈ,
ਉਹਨੇ ਹੁਣ ਜਾ ਕੇ ਵੂਹਾਨ ਦੇ ਵਿੱਚ ਵੀ ਕਿਹਾ ਕਿ ਤੁਸੀਂ ਛਪਾਉਣਾ ਨਹੀਂ ਹੈ ਜੀ, ਤੁਸੀਂ ਆંકੜਿਆਂ ਕਰਕੇ ਲੁਕੋ ਨਾ ਕਰਿਓ ਕਿਤੇ ਕਿ ਜੀ ਮੈਨੂੰ ਹੋਇਆ ਤੇ ਮੈਂ ਦੱਸਣਾ ਨਹੀਂ। ਇਹ ਤਾਂ ਦੱਸਣਾ ਪੈਣਾ, ਕਿਉਂਕਿ ਜੇ ਨਾ ਦੱਸਿਆ ਤਾਂ ਮੁੜ ਫੈਲ ਸਕਦਾ ਹੈ ਤੇ ਜਿਹੜੇ ਕੁਝ ਪੀੜਤ ਪਹਿਲਾਂ ਸੀ, ਜਿਹੜੇ ਪਹਿਲਾਂ ਪੀੜਤ ਸੀ, ਉਹਨਾਂ ਨੂੰ ਵੀ ਫੇਰ ਹੋ ਸਕਦਾ। ਸੋ ਬਿਲਕੁਲ ਤੁਹਾਡੀ ਗੱਲ ਹੈ, ਤੁਹਾਡਾ ਪ੍ਰੋਗਰਾਮ ਹੈ, ਜਦੋਂ ਜੀ ਆਏ ਖਤਮ ਕਰੋ, ਪਰ ਇਹ ਨਹੀਂ ਬਿਲਕੁਲ ਮੈਂ ਆਪਣੇ ਕੋਲ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ, ਆਪਾਂ ਨੇ ਕਿਹੜਾ ਬਾਅਦ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਚਲਾਉਣਾ। ਮੈਂ ਤਾਂ ਸਿਰਫ ਇਹ ਗੱਲ ਕਹਿ ਰਿਹਾ ਸੀਗਾ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ, ਦੇਖੋ ਵੀ ਤੁਸੀਂ ਛਪਾਉਣਾ ਨਹੀਂ ਹੈ, ਤੁਸੀਂ ਦੱਸਣਾ ਹੈ। ਪਰ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਭਾਰਤੀ ਨੇ। ਮੈਂ ਹੁਣ ਤੁਸੀਂ ਕੱਲ ਵੀ ਸੁਣੀ ਹੋਣੀ ਹੈ, ਨਿਊਯਾਰਕ ਦੇ ਵਿੱਚ ਇੱਕ 27 ਸਾਲਾ ਨੌਜਵਾਨ ਦੀ ਪੰਜਾਬੀ ਦੀ ਮੌਤ ਹੋ ਗਈ ਆ, ਉਬਰ ਡਰਾਈਵਰ ਦੀ। ਬਿਲਕੁਲ, ਹਾਂਜੀ ਹਾਂਜੀ। ਅੱਛਾ, ਹੁਣ ਅਸੀਂ ਜਿੱਥੇ ਜਿਹੜੇ ਲੋਕ ਕਹਿ ਰਹੇ ਆ ਨਾ ਵੀ ਮੇਰਾ ਤਾਂ ਇਮਿਊਨ ਸਿਸਟਮ ਬੜਾ ਵਧੀਆ, ਮੈਂ ਤਾਂ ਯੰਗ ਆ, ਹੁਣ ਉਹ ਤਾਂ ਯੰਗ ਸੀ, ਹੀ ਵਾਸ ਟੂ ਯੰਗ, ਠੀਕ ਹੈ। ਹੁਣ ਅਗਰ ਉਹਨੂੰ ਇਹ ਹੋ ਸਕਦਾ, ਤੇ ਤੁਸੀਂ ਉਹਦੀ ਫੋਟੋ ਵੀ ਦੇਖੀ ਆ, ਮੁੰਡਾ ਬੜਾ ਸੋਹਣਾ ਸੁਨੱਖਾ ਮੁੰਡਾ ਹੈ, ਤੇ ਬਹੁਤ ਹੀ ਹਾਂ। ਸੋ ਇਸ ਬੜੇ ਬਹੁਤ ਅਫਸੋਸ ਹੈ ਉਹਦੇ ਜਾਣ ਤੇ। ਹਾਂ ਜੀ, ਸੋ ਬੜੇ ਦੁੱਖ ਦੀ ਗੱਲ ਹੈ। ਹੁਣ ਜਿਹੜੇ ਪਰਿਵਾਰ ਦੇ ਵਿੱਚੋਂ ਇੱਕ ਜਵਾਨ ਪੁੱਤ ਚਲਾ ਗਿਆ, ਦੇਖੋ ਪਿੱਛੇ ਹੈ ਨਾ, ਵੈਸੇ ਹੀ ਨਹੀਂ ਬੰਦੇ ਦੇ ਵਿੱਚ ਕੁਝ ਰਹਿੰਦਾ ਹੈਗਾ। ਸੋ ਇਸ ਕਰਕੇ ਸਮਝਣ ਦੀ ਜ਼ਰੂਰਤ ਹੈ। ਬਲਦੀਪ ਸਿੰਘ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਬਹੁਤ। ਮੈਂ ਇੱਕ ਜੇ ਆਖਰੀ ਗੱਲ ਮੈਂ ਕਹਿ ਸਕਦਾ, ਇੱਕ ਗੁਜ਼ਾਰਿਸ਼, ਜੇ ਅਵਤਾਰ ਜੀ ਤੁਹਾਡੀ ਆਗਿਆ ਹੋਵੇ, ਮੈਂ ਗੁਜ਼ਾਰਿਸ਼ ਕਰਨਾ ਚਾਹਨਾ, ਕਿਉਂਕਿ ਚੀਨ ਦੇ ਵਿੱਚ ਦੇਖਿਆ ਗਿਆ ਹੈ, ਅਮਰੀਕਾ 'ਚ ਦੇਖਿਆ ਗਿਆ ਹੈ ਕਿ ਜਿੰਨੇ ਚੀਨੀ ਜਿੱਦਾਂ ਲੱਗਦੇ ਨੇ ਲੋਕ, ਉਹਨਾਂ ਤੇ ਹਮਲੇ ਬੜੇ ਹੋਏ ਨੇ। ਇਸੇ ਤਰ੍ਹਾਂ ਨਾਲ ਜਿੱਥੇ ਹਿੰਦੁਸਤਾਨ ਦੇ ਵਿੱਚ ਵੀ ਆਪਣੇ ਵਤਨ 'ਚ ਦੇਖਿਆ ਕਿ ਜਿਹੜੇ ਚੀਨੀਆਂ ਵਾਂਗੂ ਲੱਗਦੇ ਨੇ, ਜਿਹੜੇ ਆਪਣੇ ਵਤਨ ਵਾਸੀ ਹਨਗੇ, ਸਾਡੇ ਸਾਥੀ ਹਨਗੇ, ਹਮਵਤਨੀ ਹਨਗੇ, ਭਾਵੇਂ ਅਸਾਮ ਦੇ ਹਨਗੇ, ਨਾਗਾਲੈਂਡ ਜਾਂ ਦਾਰਜਲਿੰਗ ਵਗੈਰਾ ਆਦਿ ਤੋਂ ਆਏ ਨੇ, ਤ੍ਰਿਪੁਰਾ ਵਗੈਰਾ ਤੋਂ, ਉਹਨਾਂ ਤੇ ਵੀ ਹਮਲੇ ਹੋਏ ਨੇ। ਪੰਜਾਬ ਦੇ ਵਿੱਚ ਵੀ ਮੈਂ ਕਈ ਕੌੜੇ ਅੱਖਰ ਸੁਣੇ ਨੇ ਬਲਦੇਵ ਸਿੰਘ ਬਾਬਤ ਤੇ ਹੋਰ ਜਿਹੜੇ ਆਏ ਨੇ ਇੱਥੋਂ। ਮੈਂ ਇਹ ਵੀ ਅਫਵਾਹਾਂ ਦਾ ਹਿੱਸਾ ਹੈ। ਕੋਈ ਵੀ ਜੋ ਪੀੜਤ ਹੁੰਦਾ ਹੈ, ਉਹਨੂੰ ਅਸੀਂ ਉਹਦੇ ਉੱਤੇ ਹਮਲਾ ਨਹੀਂ ਕਰਨਾ, ਉਹਦੇ ਖਿਲਾਫ ਨਹੀਂ ਬੋਲਣਾ, ਉਹਨੂੰ ਉਸੇ ਤਰ੍ਹਾਂ ਨਾਲ ਅਸੀਂ ਪਿਆਰ ਨਾਲ ਨਜਿੱਠਣਾ। ਜੇ ਕਿਸੇ ਨੂੰ ਪਿੰਡ 'ਚ ਗਲੀ 'ਚ ਕੋਈ ਬਿਮਾਰ ਹੋਇਆ ਹੋਵੇ, ਆਪਾਂ ਜਾ ਕੇ ਹਾਲ ਚਾਲ ਪੁੱਛਦੇ ਆਂ, ਆਪਾਂ ਜਾ ਕੇ ਹਾਲ ਚਾਲ ਨਹੀਂ ਪੁੱਛਣਾ, ਲੇਕਿਨ ਇਸ ਵੇਲੇ ਕਿਉਂਕਿ ਤੁਰ ਕੇ ਜਾਣਾ ਚੰਗਾ ਨਹੀਂ, ਇਹ ਤੋਂ ਦੂਰ ਰਹਿਣ ਦੀ ਗੱਲ ਹੈ। ਲੇਕਿਨ ਅਸੀਂ ਜੇ ਇਦਾਂ ਕਿਸੇ ਦੀ ਬੇਇੱਜ਼ਤੀ ਕਰਾਂਗੇ, ਕਿਸੇ ਦੇ ਅਪਸ਼ਬਦ ਬੋਲਾਂਗੇ, ਤੇ ਕੱਲ ਨੂੰ ਸਾਡਾ ਨੁਕਸਾਨ ਇਉਂ ਹੋ ਸਕਦਾ ਹੈ ਕਿ ਕੱਲ ਨੂੰ ਜੇ ਕੋਈ ਪੀੜਤ ਹੈ, ਉਹ ਜਾਣ ਕੇ ਲੁਕੋਏਗਾ ਕਿ ਮੈਨੂੰ ਹੈ ਨਹੀਂ, ਕਿਉਂਕਿ ਉਹ ਦੇਖੇਗਾ ਕਿ ਆਪਾਂ ਜੋ ਪਹਿਲਾਂ ਪੀੜਤ ਸੀ, ਜੋ ਸਰੀਰ ਛੋ ਗਿਆ, ਹਾਂਜੀ ਪਹਿਲਾਂ ਕੀ ਹੋਇਆ, ਔਰ ਜੇ ਲੁਕਾਉਣਾ ਸ਼ੁਰੂ ਹੋ ਗਿਆ ਤੇ ਇਹ ਕੋਈ ਅੰਤ ਨਹੀਂ ਹੈ, ਫਿਰ ਇਹ ਬਹੁਤ ਵੱਡਾ ਹੋ ਜੂ ਨੁਕਸਾਨ। ਇਹ ਆਪਾਂ ਕਿਸੇ ਦੇ ਉੱਤੇ ਹਮਲਾ ਨਹੀਂ ਕਰਨਾ, ਪੋਸਟ ਹਿਊਮਸ, ਯਾਨੀ ਕਿ ਜੇ ਗੁਜ਼ਰ ਗਿਆ ਆਪਾਂ ਇੱਜ਼ਤ ਕਰਨੀ ਹੈ। ਉਹ ਕੋਈ ਜਾਣ ਕੇ ਨਹੀਂ ਕੀਤਾ ਸੀ। ਤੁਸੀਂ ਜੇ ਅਸਲ ਤੱਥ ਜਾਣੋਗੇ, ਉਹਨਾਂ ਨੂੰ ਡਾਕਟਰਾਂ ਨੇ ਉਹਨੂੰ ਕਿਹਾ ਸੀ, ਬਲਦੇਵ ਸਿੰਘ ਨੂੰ, ਤੂੰ ਠੀਕ ਹੈ, ਉਹਨੂੰ ਨਹੀਂ ਪਤਾ ਸੀ। ਇਹ ਬਾਅਦ ਚ ਸਿੰਪਟੋਮੈਟਿਕ ਹੋਣ ਦੇ ਨਾਤੇ ਬਾਅਦ ਚ ਉਹਦੇ ਉੱਤੇ ਅਸਰ ਹੋਇਆ ਉਹਦਾ। ਸੋ ਆਪਾਂ ਕਿਸੇ ਦੇ ਇਲਜ਼ਾਮ ਨਹੀਂ ਲਾਉਣਾ। ਜੇ ਜਾਣਬੁੱਝ ਕੇ ਕੋਈ, ਜਿਵੇਂ ਅਮਰੀਕਾ ਦੇ ਵਿੱਚ ਵੀ ਹੁਣ ਕੱਲ ਬਿਆਨ ਸੀ ਉੱਥੇ ਦੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦਾ, ਕਿ ਜੇ ਕੋਈ ਜਾਣਬੁੱਝ ਕੇ ਕੋਈ ਇਹੋ ਜੀ ਕੋਈ ਵੰਡਦਾ ਹੈ ਇਸ ਵਾਇਰਸ ਨੂੰ ਜਾਂ ਕਿਸੇ ਨੂੰ ਲਾਉਂਦਾ ਹੈ, ਉੱਥੇ ਉਗਰਵਾਦ ਦਾ, ਟੈਰਰਿਜ਼ਮ ਦਾ ਉੱਤੇ ਐਕਟ ਯਾਨੀ ਕਿ ਕਾਨੂੰਨ ਲੱਗ ਸਕਦਾ ਹੈ। ਸੋ ਕਹਿਣ ਦਾ ਭਾਵ ਹੈ ਸ਼ਰਾਰਤੀ ਅੰਸਰ ਹੁੰਦੇ ਨੇ, ਪਰ ਅਸੀਂ ਆਪਣੇ ਵੱਲੋਂ ਕਿਸੇ ਵੀ ਪੀੜਤ ਨੂੰ ਅਸੀਂ ਪਿਆਰ ਜਤਾਉਣਾ, ਅਸੀਂ ਅਰਦਾਸ ਕਰਨੀ ਉਹਦੇ ਵਾਸਤੇ, ਅਸੀਂ ਇਲਜ਼ਾਮ ਨਹੀਂ ਲਾਉਣੇ, ਅਸੀਂ ਸ਼ੱਕ ਨਹੀਂ ਕਰਨੇ। ਉਹ ਸਰਕਾਰ ਦਾ ਕੰਮ ਹੈ ਤਹਿਕੀਕਾਤ ਕਰਨੀ, ਹਰ ਕੇਸ ਦੇ ਉੱਤੇ ਤਹਿਕੀਕਾਤ ਹੁੰਦੀ ਹੈ, ਲੱਭ ਰਹੇ ਨੇ। ਆਪਾਂ ਕਾਨੂੰਨ ਇਸ ਤਰ੍ਹਾਂ ਦਾ ਵੀ ਆਪਣੇ ਹੱਥ ਨਹੀਂ ਲੈਣਾ, ਆਪਾਂ ਪਿਆਰ ਸਨੇਹ ਦੇਣਾ, ਤਾਂ ਕਿ ਜੇ ਮੈਂ ਅੱਜ ਆਪ ਜੀ ਨੂੰ ਆਖਰੀ ਗੱਲ ਪੰਜਾਬੀਓ, ਹੇ ਮੇਰੇ ਸਾਥੀਓ, ਜੇ ਤੁਹਾਨੂੰ ਕੋਈ ਇਹੋ ਜਿਹਾ ਲੱਗਦਾ ਹੈ ਕਿ ਤੁਸੀਂ ਇਹੋ ਜਿਹੀ ਥਾਂ ਤੋਂ ਆਏ ਹੋ ਜਿੱਥੇ ਤੁਹਾਨੂੰ ਵਾਇਰਸ ਮਿਲਿਆ ਹੋ ਸਕਦਾ ਹੈ, ਜਾਂ ਕਿਸੇ ਨੂੰ ਜਾਣਦੇ ਹੋ ਜਿਹਦੇ ਨਾਲ ਮਿਲੇ ਗਿਲੇ ਹੋ, ਤੁਹਾਨੂੰ ਵਾਇਰਸ ਹੋ ਸਕਦਾ, ਸ਼ੱਕ ਹੈ, ਤੁਸੀਂ ਲੁਕਾਉਣਾ ਨਹੀਂ ਹੈ, ਬੇਝਿਜਕ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ। ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਕਿ ਜੇ ਤੁਹਾਨੂੰ ਕੋਈ ਪੀੜਾ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਤੁਸੀਂ ਕੋਵਿਡ-19 ਪੋਜ਼ਿਟਿਵ ਹੋ ਸਕਦੇ ਹੋ, ਸ਼ੱਕ ਵੀ ਹੈ, ਤੁਸੀਂ ਆਪਣੇ ਇਲਾਕੇ ਦੇ ਅਧਿਕਾਰੀਆਂ ਨਾਲ ਤੁਸੀਂ ਜ਼ਰੂਰ ਵਾਰਤਾ ਕਰੋ। ਅਸੀਂ ਨਾਲ ਖੜੇ ਹਾਂ, ਸਾਨੂੰ ਵੀ ਦੱਸੋ, ਅਸੀਂ ਆਵਾਜ਼ ਉਠਾਵਾਂਗੇ। ਮਜਾਲ ਹੈ ਕਿ ਕੋਈ ਤੁਹਾਡੇ ਖਿਲਾਫ ਅਪਸ਼ਬਦ ਕੋ ਕਹਿ ਜਾਵੇ। ਲੁਕਾਉਣਾ, ਇਹ ਬਿਮਾਰੀ ਦਾ, ਇਸ ਵਾਇਰਸ ਦੀ ਹਮਾਇਤ ਕਰਨੀ ਹੋਏਗੀ। ਕਿਸੇ ਪੀੜਤ ਦੇ ਉੱਤੇ ਹਮਲਾ ਕਰਨਾ, ਜ਼ੁਬਾਨੀ ਵੀ ਕਿਉਂ ਨਾ ਹੋਵੇ, ਉਹ ਵੀ ਇਸ ਵਾਇਰਸ ਦੀ ਹਮਾਇਤ ਕਰਨੀ ਹੋਏਗੀ, ਨਾ ਕਿ ਉਹਦੇ ਖਿਲਾਫ ਜੰਗ ਕਰਨੀ ਹੋਏਗੀ। ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੀ ਤੋਂ ਮਿਲੀਏ। ਥੈਂਕ ਯੂ। ਬਹੁਤ